ਉਹਦੀ ਮਾਲੀ ਹਾਲਤ ਤੇ ਅੱਜ ਦੀ ਮਾਲੀ ਹਾਲਤ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਅਸੀਂ ਲੈ ਕੇ ਜਿਹੜਾ ਹੈਗਾ ਪੇਸ਼ ਕਰ ਦਿੱਤਾ ਹੈ ਤੇ ਹੁਣ ਜਿਹੜਾ ਹੁਣ ਦਾ ਉਹਨਾਂ ਨੇ ਫੋਕਸ ਕੀ ਕਿਹਾ ਹੈ ਕਿ ਹੁਣ ਤੋਂ ਬਾਅਦ ਜਿਹੜਾ ਹੈਗਾ ਸਾਡਾ ਇਹ 2 ਸਾਲ ਰਹਿੰਦੇ ਨੇ ਸਾਡਾ ਫੋਕਸ ਡਿਵੈਲਪਮੈਂਟ ਦਾ ਅਸੀਂ ਹਰ ਵਰਗ ਦੇ ਸਮਾਜ ਦਾ ਤੁਹਾਡਾ ਰਿਐਕਸ਼ਨ ਚਾਹੀਦਾ ਬਹੁਤ ਸਭ ਰਿਐਕਸ਼ਨ ਤੁਹਾਡਾ ਥੋੜੇ ਸ਼ਬਦਾਂ 'ਚ ਇਹ ਹੈ ਜੀ ਕਿ ਅੱਜ ਜੇ ਤੁਸੀਂ ਮਨਪ੍ਰੀਤ ਸਾਹਿਬ ਦੀ ਉਹ ਸਪੀਚ ਦੇਖੋ ਉਹਨਾਂ ਦੀ ਬਾਡੀ ਲੈਂਗੁਏਜ ਦੇਖੋ ਉਹ ਇਦਾਂ ਲੱਗਦੇ ਹੋਏ ਸੀਗੇ ਕਿ ਜਿੱਦਾਂ ਇੱਕ ਹਾਰਿਆ ਹੋਇਆ ਬੰਦਾ ਜਿਹਨੇ ਹਥਿਆਰ ਸਿੱਟ ਦਿੱਤੇ ਹੋਵੇ ਔਰ ਜਿਹਨੂੰ ਖੁਦ ਸ਼ਰਮ ਆ ਰਹੀ ਹੋਵੇ ਕਿ ਉਹ ਝੂਠ ਬੋਲ ਰਿਹਾ ਹੈਗਾ ਉਹਨਾਂ ਦੀ ਇਦਾਂ ਦੀ ਬਾਡੀ ਲੈਂਗੁਏਜ ਸੀ। ਪਿੱਛੇ ਜਿਹੜੇ ਕਾਂਗਰਸ ਦੇ ਐਮਐਲਏ ਸੀ ਉਹਨਾਂ ਦੇ ਨਮੋਸ਼ੀ ਭਰੇ ਮਾਯੂਸ ਚਿਹਰੇ ਸਾਰੀ ਕਹਾਣੀ ਬਿਆਨ ਕਰਦੇ ਸੀ ਕਿ ਇਹ ਕੀ ਗੱਲ ਹੈ। ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਕਹਿਣ ਦੀ ਕਿ ਸਾਰਾ ਕੁਝ ਜਿਹੜਾ ਹੈਗਾ ਸਾਨੂੰ ਬੜਾ ਮਿਲਿਆ ਜਦੋਂ ਅਸੀਂ ਘਾਟੇਵੰਦ ਸੀਗੇ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 22 ਮਾਰਚ 2018 ਟ੍ਰਿਬਿਊਨ ਦੀ ਖਬਰ ਹੈ ਉਸ ਰਿਪੋਰਟ ਦੇ ਮੁਤਾਬਕ 2017 ਵਿੱਚ ਪੰਜਾਬ ਦੇ ਉੱਤੇ ਕਰਜ਼ਾ ਸੀਗਾ 1,53,773 ਕਰੋੜ ਰੁਪਏ ਔਰ ਹੁਣ ਅੱਜ ਇਹਨਾਂ ਨੇ ਕਿਹਾ ਹੈਗਾ ਕਿ ਕਰਜ਼ਾ ਹੈਗਾ 2,48,230 ਕਰੋੜ ਰੁਪਏ। ਇਹਦਾ ਮਤਲਬ 3 ਸਾਲਾਂ ਵਿੱਚ 95,000 ਕਰੋੜ ਰੁਪਏ ਜਿਹੜਾ ਹੈ ਹੋਰ ਲੋਨ ਵੱਧ ਗਿਆ। 2012 ਦੇ ਵਿੱਚ ਜਦੋਂ ਆਈ ਸੀਗੀ ਸਰਕਾਰ ਉਦੋਂ ਅਸੀਂ 58,000 ਕਰੋੜ ਰੁਪਇਆ। ਇਹਦਾ ਮਤਲਬ 10 ਸਾਲਾਂ 'ਚ 95,000 ਕਰੋੜ ਜਿਹੜਾ ਲੋਨ ਵਧਿਆ ਔਰ ਇਹਨਾਂ ਨੇ ਆਉਣ ਤੋਂ ਬਾਅਦ 3 ਸਾਲਾਂ 'ਚ 95,000 ਕਰੋੜ ਵਧਾਤਾ। ਠੀਕ ਸੰਘੇੜਾ ਸਾਹਿਬ ਤੋਂ ਮੈਂ ਰਿਐਕਸ਼ਨ ਲੈਣਾ, ਤੁਹਾਡਾ ਰਿਐਕਸ਼ਨ ਇਹ ਆ ਗਿਆ ਕਿ ਕਹਿਣ ਨੂੰ ਕੁਝ ਨਹੀਂ ਸੀਗਾ, ਬਸ ਗੱਲਾਂ ਦੇ ਵਲੇਵਿਆਂ ਦੇ ਵਿੱਚ ਲਪੇਟ ਕੇ ਚੀਜ਼ਾਂ ਸਾਹਮਣੇ ਪੇਸ਼ ਕੀਤੀਆਂ ਗਈਆਂ। ਸੰਘੇੜਾ ਸਾਹਿਬ ਤੁਹਾਡਾ ਰਿਐਕਸ਼ਨ। ਗੱਲਾਂ ਦਾ ਕੜਾਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੇ। ਨਾ ਤਾਂ ਕੁਝ ਨੌਜਵਾਨਾਂ ਲਈ ਹੈ, ਨਾ ਕੋਈ ਠੋਸ ਕਿਸਾਨਾਂ ਲਈ ਹੈ, ਨਾ ਵਪਾਰੀ ਵਰਗ ਲਈ ਹੈ, ਨਾ ਮੁਲਾਜ਼ਮਾਂ ਲਈ ਹੈ, ਨਾ ਦਲਿਤਾਂ ਲਈ ਹੈ। ਜੋ ਮੁਲਾਜ਼ਮਾਂ ਲਈ ਦਿੱਤਾ ਹੈ ਉਹ ਵੀ 22% ਤੋਂ ਲੈ ਕੇ 6% ਦਾ ਜੇ ਐਲਾਨ ਹੀ ਕੀਤਾ ਹੈ ਤੇ ਆਰਥਿਕ ਸੰਕਟ ਇੰਨਾ ਡੂੰਘਾ ਹੋ ਗਿਆ ਆ ਕਿ ਹਰ ਸਾਲ 22-23 ਹਜ਼ਾਰ ਕਰੋੜ ਹੋਰ ਕਰਜ਼ਾ ਚੜ ਜਾਂਦਾ ਆ ਸਟੇਟ ਦੇ ਸਿਰ। ਤਾਂ ਕਿੱਦਾਂ ਖਰਚਾ ਤੇ ਦੂਜਾ ਉਹ ਖਰਚਾ ਘਟ ਗਿਆ ਤੇ ਦੂਸਰਾ ਵੱਧ ਗਿਆ। ਲੋਨ ਲੈ ਲੈ ਕੇ ਇਹ ਅੱਗੇ ਕਰੀ ਜਾਂਦੇ ਆ। ਹਾਂਜੀ, ਬਾਕੀ ਮਤਲਬ ਕਿਸੇ ਵੀ ਪਾਸੇ ਕੋਈ ਵੀ ਪ੍ਰਾਪਤੀ ਵਾਲੀ ਗੱਲ ਹੀ ਲੱਗਦੀ। ਇਨਕਮ ਦੀ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਹੈਗੀ। ਕੋਈ ਇਨਕਮ ਕਿੱਥੋਂ ਆਉਣੀ ਹੈ, ਜਨਰੇਸ਼ਨ ਇਨਕਮ ਦੀ ਆ ਕਿੰਨੀ ਹੈਗੀ ਆ, ਕੁਝ ਬਹਿਸ ਚੋਂ ਪਤਾ ਲੱਗੂਗਾ। ਪਰ ਕੁਝ ਵੀ ਕਲੀਅਰ ਨਹੀਂ। ਜਿੰਨਾ ਕਲੀਅਰ ਆ ਇਹ ਮਤਲਬ ਸਰਕਾਰ ਦੀ ਟੋਟਲ ਫੇਲਿਅਰ ਆ 3 ਸਾਲ। ਠੀਕ ਹੈ ਅਟਵਾਲ ਸਾਹਿਬ, ਕਿਸਾਨ ਭਾਈਚਾਰੇ ਲਈ ਕਿੰਨੀ ਕੁ ਰਾਹਤ ਵਾਲੀ ਖਬਰ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਬੇਜ਼ਮੀਨੇ ਜਿਹੜੇ ਮਜ਼ਦੂਰ ਨੇ ਕਿਸਾਨ ਨੇ ਉਹਨਾਂ ਦਾ ਲੋਨ ਜ਼ਰੂਰ ਚੁਕਤਾ ਕੀਤਾ ਜਾਏਗਾ। ਦੇਖੋ ਹਰਪ੍ਰੀਤ ਜੀ, ਜਿਹੜਾ ਅੱਜ ਦਾ ਬਜਟ ਸੀਗਾ ਕਿਸਾਨਾਂ ਲਈ ਬਹੁਤ ਹੀ ਨਿਰਾਸ਼ਾ ਭਰਿਆ ਬਜਟ ਆ। ਇਹਦੇ ਵਿੱਚ ਕਿਸਾਨੀ ਲਈ ਕੁਝ ਵੀ ਨਹੀਂ ਰੱਖਿਆ ਗਿਆ। 90,000 ਕਰੋੜ ਦਾ ਇਹਨਾਂ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ, 520 ਕਰੋੜ ਰੁਪਈਆ ਰੱਖ ਰਹੇ ਆ। ਕੀ ਇਹ ਅੱਜ ਪੰਜਾਬ ਦੇ ਕਿਸਾਨਾਂ ਨੂੰ ਭੀਖਦੇ ਰਹੇ ਆ? ਮਨਪ੍ਰੀਤ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਰਪ੍ਰੀਤ ਜੀ ਕਿ ਜਿਹੜਾ ਮਨਪ੍ਰੀਤ ਬਾਦਲ ਨੇ ਅੱਜ ਰੱਖਿਆ ਆ 520 ਕਰੋੜ ਰੁਪਈਆ, 600 ਕਰੋੜ ਰੁਪਈਆ ਸਾਡਾ ਗੰਨੇ ਦੀ ਬਕਾਇਆ ਇਹਨਾਂ ਦੇ ਕੋਲ ਪਈ। ਨਹੀਂ 2520 ਕਰੋੜ ਮੈਂ ਕਿਹਾ 520 ਕਰੋੜ ਆ ਜੀ। 520 ਕਰੋੜ ਖੇਤ ਮਜ਼ਦੂਰਾਂ ਦੀ ਗੱਲ ਕਰ ਰਹੇ ਜੀ। ਖੇਤ ਮਜ਼ਦੂਰਾਂ ਦੀ ਗੱਲ 2000 ਕਰੋੜ ਕਿਸਾਨਾਂ ਦਾ 520 ਕਰੋੜ ਹੈਗਾ। 2000 ਕਰੋੜ ਕਿਸਾਨਾਂ ਦਾ ਟੋਟਲ 2520। 2000 ਕਰੋੜ ਕਿਸਾਨਾਂ ਦਾ ਨਹੀਂ, ਉਹ ਰੱਖਿਆ ਜੀ ਫਸਲ ਵਿਭਿੰਨਤਾ ਲਈ। ਫਸਲ ਵਿਭਿੰਨਤਾ ਲਈ ਰੱਖਿਆ। ਉਹ ਤੁਸੀਂ ਪੜ੍ਹ ਕੇ ਚੈੱਕ ਕਰਾਓ ਜੀ, ਫਸਲ ਵਿਭਿੰਨਤਾ ਲਈ ਰੱਖਿਆ। ਆਪਾਂ ਡਿਟੇਲ 'ਚ ਆਪਾਂ ਚਰਚਾ ਕਰਾਂਗੇ, ਤੁਹਾਨੂੰ ਫੈਕਟ ਸਾਰੇ ਸਾਹਮਣੇ ਲੈ ਕੇ ਆਵਾਂਗਾ। ਸੋ ਤੁਹਾਡੇ ਕਹਿਣ ਦੇ ਮੁਤਾਬਕ ਇਹ 520 ਕਰੋੜ ਰੁਪਈਆ ਨਾ ਕਾਫੀ ਹੈਗਾ। ਬਿਲਕੁਲ ਬਿਲਕੁਲ। ਫਸਲ ਵਿਭਿੰਨਤਾ ਵਾਸਤੇ 200 ਕਰੋੜ ਰੁਪਈਆ ਲੱਗ ਹੈਗਾ। ਸਿੱਧੂ ਸਾਹਿਬ ਮੁਲਾਜ਼ਮ ਖੁਸ਼ ਨੇ ਕਿਉਂਕਿ ਮਨਪ੍ਰੀਤ ਬਾਦਲ ਹੋਰ ਦੀ ਸਪੀਚ ਮੈਂ ਸੁਣ ਰਿਹਾ ਸੀ ਕਿ ਮੁਲਾਜ਼ਮ ਜਥੇਬੰਦੀਆਂ ਦਾ ਜਾਂ ਮੁਲਾਜ਼ਮਾਂ ਦਾ ਖਾਸ ਧਿਆਨ ਰੱਖਿਆ ਗਿਆ ਔਰ ਪਰਸੋਂ ਤੱਕ ਜਿਹੜੀ 6% ਦੀ ਡੀਏ ਦੀ ਗੱਲ ਉਹਨਾਂ ਨੇ ਕੀਤੀ ਦਿੱਤੀ ਜਾਏਗੀ। ਦੇਖੋ ਜੀ, ਜਿੰਨੀਆਂ ਉਮੀਦਾਂ ਸੀ ਮੁਲਾਜ਼ਮ ਵਰਗ ਨੂੰ ਉਸ ਦੇ ਬਿਲਕੁਲ ਉਲਟਾ ਕੰਮ ਸਾਰਾ। ਕਾਰਨ ਇਹ ਹੈ ਕਿ ਜੇ ਡੀਏ ਦੀ ਕਿਸ਼ਤ ਕਹਿਣੀ ਸੀ ਇਹ ਤਾਂ ਕਿਸੇ ਵੇਲੇ ਵਿੱਤ ਮੰਤਰੀ ਜਾਂ ਵਿੱਤ ਸਕੱਤਰ 2 ਬੰਦੇ ਬੁਲਾ ਕੇ ਕਹਿ ਸਕਦੇ ਸੀ। ਇਹ ਕੋਈ ਬਜਟ ਵਾਲੀ ਵੱਡੀ ਮਤਲਬ ਹਾਹਾਕਾਰ ਵਾਲੀ ਗੱਲ ਨਹੀਂ। ਅਗਲੀ ਗੱਲ ਡੀਏ 22% ਆ, ਮੇਰਾ 6% ਆ ਤੇ ਉਹ ਬਿੱਲ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਬਕਾਏ ਪਏ ਨੇ ਜਿਹੜਾ ਕਰੋੜਾਂ ਰੁਪਇਆ ਪਿਆ ਉਹਦੇ ਬਾਰੇ ਚੁੱਪ ਆ। ਬਾਕੀ ਪੇ ਕਮਿਸ਼ਨ ਦਿੱਤਾ ਜਾਵੇਗਾ, ਉਹ ਪਹਿਲਾਂ 2019 ਦਿੱਤਾ ਜਾਵੇਗਾ, ਦਸੰਬਰ ਤੱਕ ਕਿਹਾ ਸੀ, ਫਿਰ ਮਈ ਕਰਤੀ। ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਅਗਲੇ ਸਾਲ ਦੇਵਾਂਗੇ, ਪ੍ਰੈਸ ਨੋਟ 'ਚ ਇਸੇ ਸਾਲ ਆਵਾਂਗੇ। ਇਸੇ ਉਮੀਦ ਤਾਂ ਹਮੇਸ਼ਾ ਰਹਿੰਦੀ ਆ, ਵਿਸ਼ਵਾਸ ਕਿਵੇਂ ਕਰੀਏ ਜਿੰਨਾ ਚਿਰ ਕਿਸੇ ਦੀ ਜੇਬ 'ਚ ਪੈਸਾ ਨਹੀਂ ਪੈਂਦਾ। ਕੱਚੇ ਮੁਲਾਜ਼ਮ ਬਾਰੇ ਇੱਕ ਅੱਖਰ ਨਹੀਂ ਕਿਹਾ ਜਿਹੜੇ ਕਿ ਬਹੁਤ ਹੀ ਸੰਤਾਪ ਭੋਗ ਰਹੇ ਨੇ ਤੇ ਕੋਈ ਪੁਰਾਣੀ ਪੈਨਸ਼ਨ ਬਾਰੇ ਗੱਲ ਨਹੀਂ ਚਲਾਈ। ਮਤਲਬ ਕੋਈ ਇਮੀਡੀਏਟ ਕੋਈ ਕੈਸ਼ ਵਾਲੀ ਗੱਲ ਨਹੀਂ ਹੈ। ਇੱਕ ਮਤਲਬ ਗੱਲ ਚੱਲੀ ਆ, ਸਾਡਾ ਸਬਜੈਕਟ ਰੱਖਿਆ, ਉਹਦੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਉਹਨਾਂ ਗੱਲਾਂ ਨੂੰ ਅਮਲੀ ਰੂਪ ਦੇਣ। ਅੱਛਾ, ਜਿਹੜੀ ਗੱਲ ਉਹਨੇ ਕਹੀ ਕਿ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਕਰ ਦਿੱਤੀ ਜਾਏਗੀ, ਇਹ ਕਿੱਦਾਂ ਦਾ ਫੈਸਲਾ ਲੱਗਦਾ?
ਇਹ ਫੈਸਲਾ ਨਹੀਂ ਜੀ, ਇਹ ਸਰਕਾਰ ਦੀ ਆਪਦੀ ਮਰਜ਼ੀ ਆ। ਕਿਵੇਂ? ਨਾ ਤਾਂ ਇਹ 58 ਸਾਲ ਤੋਂ 60 ਸਾਲ ਮੰਗੀ ਸੀ ਤੇ ਨਾ ਕਿਸੇ ਨੇ ਹਟਾਉਣ ਨੂੰ ਕਿਹਾ ਸੀ। ਇਹ ਸਰਕਾਰ ਦੇ ਆਪਦੇ ਹਾਲਾਤ ਸੀ, ਉਹਨਾਂ ਨੇ ਸੋਚਿਆ ਸੀ ਕਿ ਅਸੀਂ ਇਹਨਾਂ ਦੇ ਡਿਊਜ਼ ਦੇਣੇ ਨੇ, 2 ਸਾਲ ਟਾਈਮ ਪਾਸ ਹੋ ਜਾਊਗਾ, ਪਰ 2 ਤੋਂ ਉੱਪਰ ਚਲਾ ਗਿਆ। ਉਹਦੇ ਨਾਲ ਡਿਊਜ਼ ਅਜੇ ਵੀ ਉਵੇਂ ਖੜੇ ਨੇ। ਜਿਹੜੇ ਕਰਮਚਾਰੀ ਰਿਟਾਇਰ ਪਹਿਲਾਂ ਹੋ ਗਏ ਉਹਨਾਂ ਸਭ ਨੂੰ ਪੇਮੈਂਟਾਂ ਨਹੀਂ ਹੋਈਆਂ। ਅਗਲੀ ਗੱਲ ਤੇ ਜਿਹੜੀ ਵਾਧਾ ਮਤਲਬ ਖਤਮ ਕੀਤਾ 2 ਸਾਲ ਦਾ, ਉਹਦੇ ਨਾਲ ਇੱਕ ਗੱਲ ਤਾਂ ਹੈ ਕਿ ਜਿਹੜੇ ਪ੍ਰਮੋਸ਼ਨ ਦੇ ਨੇੜੇ ਬੈਠੇ ਆ ਉਹਨਾਂ ਨੂੰ ਤਰੱਕੀ ਮਿਲੂਗੀ ਤੇ ਨਾਲ ਜਿਹੜੇ ਮਤਲਬ ਕਰਮਚਾਰੀ ਪੱਕੇ ਹੋਣਾ ਜਾਂ ਕਰਮਚਾਰੀ ਭਰਤੀ ਹੋਣੇ ਨੇ ਉਹਨਾਂ ਵਾਸਤੇ ਵਿਵਸਥਾ ਬਣ ਜਾਊਗੀ। ਇਹਦਾ ਮਤਲਬ ਇਹ ਕੰਮ ਬਹੁਤਾ ਮਤਲਬ ਜਿਹੜਾ ਹੈਗਾ ਸਰਕਾਰ ਦੇ ਪੱਖ ਦਾ ਠੀਕ ਹੀ ਹੈ। ਠੀਕ ਹੈ। ਤਰਲੋਚਨ ਸਿੰਘਲਾ ਤੋਂ ਵੀ ਫਟਾਫਟ ਰਿਐਕਸ਼ਨ ਲੈ ਲੈਣੇ, ਫਿਰ ਆਪਾਂ ਅੱਗੇ ਵਧਦੇ। ਤਰਲੋਚਨ ਜੀ, ਜਿਵੇਂ ਮੈਂ ਅੱਜ ਸੁਣ ਰਿਹਾ ਸੀ ਮਨਪ੍ਰੀਤ ਬਾਦਲ ਹੋਰੀ ਬੜੇ ਜਜ਼ਬੇ ਦੇ ਨਾਲ ਕਹਿ ਰਹੇ ਸੀਗੇ ਕਿ ਪਿਛਲੇ ਜਿਹੜੇ 3 ਸਾਲ ਨਿਕਲ ਗਏ ਉਹ ਮੇਰੇ ਸੀ, ਹੁਣ ਆਉਣ ਵਾਲੇ ਜਿਹੜੇ 2 ਸਾਲ ਨੇ ਉਹ ਵਿਧਾਇਕਾਂ ਦੇ ਨੇ। ਵਿਧਾਇਕਾਂ ਨੇ ਆਪਣੇ ਇਲਾਕੇ 'ਚ ਕੋਈ ਕੰਮ ਕਰਾਉਣਾ ਹੈ, ਕਿਸੇ ਤਰ੍ਹਾਂ ਦਾ ਕੋਈ ਖਰਚਾ ਹੈ, ਕੋਈ ਪੈਸਾ ਹੈ ਉਹ ਅਸੀਂ ਦਿਆਂਗੇ, ਕਿਉਂਕਿ ਹੁਣ ਅਸੀਂ ਵਾਧੇ ਵਾਲੀ ਸਰਕਾਰ ਬਣ ਗਏ, ਘਾਟੇ ਵਾਲੀ ਸਰਕਾਰ ਨਹੀਂ ਰਹੇ। ਹਰਪ੍ਰੀਤ ਜੀ, ਬਿਲਕੁਲ ਜਦੋਂ ਇਹ ਬਜਟ ਪੇਸ਼ ਕਰਦੇ ਆ, ਮਨਪ੍ਰੀਤ ਬਾਦਲ ਹੁਣਾਂ ਨੇ ਕਿਹਾ ਵੀ ਆਮਦਨ ਤੇ ਖਰਚੇ ਵਿੱਚ ਕੋਈ ਖੱਪਾ ਨਹੀਂ ਰਿਹਾ ਤੇ ਮੇਰੇ ਸਮੇਤ ਸਾਰੇ ਪੱਤਰਕਾਰ ਬੜੇ ਖੁਸ਼ ਹੋਏ। ਪਰ ਜਦੋਂ ਇਹਦੀਆਂ ਪਰਤਾਂ ਖੋਲੀਆਂ, ਇਹਦਾ ਥੋੜਾ ਜਿਹਾ ਹਾਲੇ ਐਨਾਲਿਸਿਸ ਕੀਤਾ, ਉਹਦੇ 'ਚ ਇਹ ਗੱਲ ਸਮਝ ਆ ਗਈ ਹੈ ਵੀ ਇੱਕ ਖਤਰਨਾਕ ਗੱਲ ਇਹ ਹੈ ਵੀ ਸਰਕਾਰ ਦਾ ਆਮਦਨ ਵਧਣੀ ਚਾਹੀਦੀ, ਆਮਦਨ ਤਕਰੀਬਨ ਪਿਛਲੇ ਸਾਲ ਦੇ ਬਰਾਬਰ ਹੀ ਹੈ। ਉਹ ਦੂਸਰੀ ਜਿਹੜੀ ਗੱਲ ਹੈ, ਖਰਚਾ ਜਿਹੜਾ ਆ ਉਹ ਵੀ ਕੁਦਰਤੀ ਵੱਧਦਾ ਹੀ ਹੈ, ਤਨਖਾਹਾਂ ਵੱਧਦੀਆਂ ਨੇ, ਪੈਨਸ਼ਨਾਂ ਵੱਧਦੀਆਂ ਨੇ, ਖਰਚਾ ਵੀ ਓਨਾ ਹੀ ਹੈ। ਉਹਦਾ ਅਰਥ ਇਹ ਨਿਕਲਿਆ ਵੀ ਸਰਕਾਰ ਜਿੱਥੇ ਕਲੈਕਸ਼ਨ ਕਰਨ 'ਚ ਕਾਮਯਾਬ ਨਹੀਂ ਹੋਈ, ਦੂਸਰੇ ਪਾਸੇ ਸਰਕਾਰ ਨੇ ਜਿਹੜੀ ਇੱਕ ਤੇ ਜਿਹੜੇ ਮੁਲਾਜ਼ਮ 3.5 ਲੱਖ ਨੇ, ਇਹ ਲੋੜ ਮੁਤਾਬਕ 5 ਲੱਖ ਚਾਹੀਦੇ ਆ, 1.5 ਲੱਖ ਮੁਲਾਜ਼ਮ ਘੱਟ ਨੇ। ਉਹ ਦੂਸਰੀ ਜਿਹੜੀ ਗੱਲ ਹੈ ਵੀ ਮੁਲਾਜ਼ਮਾਂ ਨੂੰ ਡੀਏ ਤੇ ਤਨਖਾਹ ਕਮਿਸ਼ਨ ਦਾ ਜਿਹੜਾ 35% ਘੱਟ ਦਿੱਤਾ ਜਾ ਰਿਹਾ ਤੇ ਜਿਹੜੇ ਠੇਕੇ ਤੇ ਰੱਖੇ ਨੇ ਜਿਨ੍ਹਾਂ ਨੂੰ 1/3 ਤਨਖਾਹ ਦਿੱਤੀ ਜਾ ਰਹੀ ਆ, ਉਹਦੇ ਕਰਕੇ ਖਰਚੇ ਘਟ ਗਏ ਆ, ਲੱਗਦੇ ਘਟ ਗਏ ਆ, ਪਰ ਉਹ ਲੋਕਾਂ ਦੀਆਂ ਜੇਬਾਂ ਕੱਟ ਕੇ ਘਟ ਹੋਏ ਆ। ਸੋ ਇਹ ਖੱਪੇ ਵਾਲੀ ਵੀ ਕੋਈ ਗੱਲ ਨਹੀਂ। ਓਵਰਆਲ ਜੇ ਆਪਾਂ ਦੇਖੀਏ, ਜਿਹੜੀ ਖੱਪੇ ਦੀ ਗੱਲ ਕਹੀ ਗਈ, ਆਮਦਨ ਖਰਚਾ ਬਰਾਬਰ ਹੈ, ਉਹ ਦੇਖਣ ਨੂੰ ਚੰਗਾ ਲੱਗਦਾ ਪਰ ਵਿੱਚੋਂ ਬੜਾ ਕੌੜਾ ਜਿਹਾ ਲੱਗ ਰਿਹਾ। ਠੀਕ ਹੈ, ਹੁਣ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆਉਣਾ ਕੰਬੋਜ ਸਾਹਿਬ, ਜਿਹੜੀ ਵਾਰ-ਵਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਪਹਿਲਾ ਸਭ ਤੋਂ ਵੱਡਾ ਇਲਜ਼ਾਮ ਤੁਹਾਡੀ ਸਰਕਾਰ ਤੇ ਇਹ ਲੱਗਦਾ ਸੀਗਾ ਕਿ ਤੁਸੀਂ ਕਰਜ਼ੇ ਦੀ ਇੱਕ ਵੱਡੀ ਪੰਡ ਇਹਨਾਂ ਦੇ ਸਿਰ ਤੇ ਸੁੱਟ ਕੇ ਚਲੇ ਗਏ ਹੋ, ਉਹ ਪੰਡ ਉਤਾਰਦੇ 3 ਸਾਲ ਨਿਕਲ ਗਏ। ਮਨਪ੍ਰੀਤ ਬਾਦਲ ਵੀ ਇਹ ਦਾਅਵਾ ਕਰਦੇ ਨੇ ਕਿ 3 ਸਾਲ ਦੇ ਵਿੱਚ ਅਸੀਂ ਸਿਸਟਮ ਸੈੱਟ ਕੀਤਾ ਹੈ ਕਿ ਸਾਡਾ ਅਰਥਚਾਰਾ ਦੁਬਾਰਾ ਲੀਹਾਂ ਤੇ ਆਵੇ ਤੇ ਇਸੇ ਕਰਕੇ 3 ਸਾਲ ਲੱਗ ਗਏ। ਹੁਣ 3 ਸਾਲਾਂ ਦੇ ਵਿੱਚ ਅਸੀਂ ਲੀਹਾਂ ਤੇ ਆ ਗਏ ਹਾਂ। ਹੁਣ ਖਰਚਾ ਤੇ ਆਮਦਨ ਦਾ ਜਿਹੜਾ ਖੱਪਾ ਹੈ ਉਹ ਖਤਮ ਹੋ ਗਿਆ। ਹਾਲਾਂਕਿ ਜੇ ਆંકੜੇ ਤੇ ਨਜ਼ਰ ਪਾਈ ਜਾਵੇ ਤਾਂ ਜੋ ਪਿਛਲੇ ਸਾਲ ਦੀ ਕਮਾਈ ਸੀ ਔਰ ਖਰਚੇ ਸੀ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਜ਼ਰ ਨਹੀਂ ਆਉਂਦਾ। ਫਿਰ ਇਹ ਦਾਅਵਾ ਕਿੰਨਾ ਕੁ ਪੁਖਤਾ ਨਜ਼ਰ ਆਉਂਦਾ? ਦੇਖੋ, ਮੈਂ ਪਹਿਲਾਂ ਹੀ ਦੱਸ ਚੁੱਕਾ ਹੈਗਾ ਕਿ 2012 ਦੇ ਵਿੱਚ ਤਕਰੀਬਨ 58,000 ਕਰੋੜ ਰੁਪਏ ਜਿਹੜੀ ਹੈਗੀ ਹੈ ਕਰਜ਼ ਸੀਗਾ। 2017 ਦੇ ਵਿੱਚ 1,53,773 ਕਰੋੜ ਸੀ। ਇਹ ਟ੍ਰਿਬਿਊਨ ਦੀ ਖਬਰ ਹੈ, ਕੋਈ ਵੀ ਬੰਦਾ ਜੋ ਸੁਣ ਰਿਹਾ ਹੈਗਾ ਉਹ ਦੇਖ ਸਕਦਾ ਹੈ। 2019-20 ਚ 2,48,230 ਕਰੋੜ ਹੋ ਗਈ। 10 ਸਾਲਾਂ ਦੇ ਵਿੱਚ ਜਿੰਨਾ ਲੋਨ ਅਕਾਲੀ ਸਰਕਾਰ ਨੇ ਚੜਿਆ ਸੀਗਾ ਉਹਨਾਂ ਇਹਨਾਂ ਨੇ 3 ਸਾਲਾਂ ਵਿੱਚ ਚੜਾਤਾ। ਇਸ ਕਰਕੇ ਇਹਨਾਂ ਦੀ ਜਿਹੜਾ ਇਹ ਕਹਿਣਾ ਹੈਗਾ ਇਹਦਾ ਕੋਈ ਮਤਲਬ ਨਹੀਂ। ਦੂਸਰੀ ਗੱਲ, ਬੜਾ ਲੰਬਾ ਟਾਈਮ ਉਹਨਾਂ ਨੇ ਲਿਆ 31,000 ਕਰੋੜ ਦੇ ਬਾਰੇ ਗੱਲ ਕਰਨ ਵਾਸਤੇ। ਜੀ ਮੇਰੇ 2 ਸਵਾਲ ਨੇ। ਪਹਿਲੀ ਗੱਲ, 31,000 ਕਰੋੜ ਤਾਂ ਉਹਦੇ ਵਿੱਚ ਸ਼ਾਮਲ ਹੋ ਗਿਆ ਨਾ, ਪਰ ਜੇ ਉਹ 31,000 ਕਰੋੜ ਜਿਹੜਾ ਹੈ ਉਹਦੇ ਵਿੱਚ ਜਾ ਕੇ ਮਨਪ੍ਰੀਤ ਬਾਦਲ ਸਾਹਿਬ ਨੇ ਦਿੱਲੀ ਜਾ ਕੇ ਸੌਫਟ ਲੋਨ ਦੀਆਂ ਕਿਸ਼ਤਾਂ ਦੇ ਉੱਤੇ ਸਾਈਨ ਕਿਉਂ ਕੀਤੇ? ਦੂਸਰੀ ਗੱਲ, ਜੇ ਉਹ 31,000 ਕਰੋੜ ਦਾ ਇਹਨਾਂ ਨੇ ਰੌਲਾ ਪਾਇਆ ਕਿ ਘਪਲਾ ਹੋ ਗਿਆ ਤਾਂ ਹਾਲੇ ਤੱਕ ਕਿਸੇ ਬੰਦੇ ਨੂੰ ਫੜ ਕੇ ਉਹਨਾਂ ਦੇ ਉੱਤੇ FIR ਕਿਉਂ ਨਹੀਂ ਦਰਜ ਕੀਤੀ? ਸੋ ਉਹ ਜਿਹੜਾ ਹੈਗਾ ਜੈਨੂਨ। ਔਰ ਫਿਰ ਇਹਨਾਂ ਨੇ ਇੱਕ ਹੋਰ ਰੌਲਾ ਪਾਇਆ ਕਿ GST ਜੇ ਸਮੇਂ ਸਿਰ ਆ ਜਾਂਦੀ ਤਾਂ ਬੜਾ ਵੱਡਾ ਲੈਕਚਰ ਮਾਰਿਆ ਤਾਂ ਅਸੀਂ ਇਹ ਹੋ ਜਾਣਾ ਸੀ। GST ਜੇ 2-4 ਮਹੀਨੇ ਲੇਟ ਹੋ ਗਈ ਤਾਂ ਹੁਣ ਤਾਂ ਤੁਹਾਨੂੰ ਮਿਲ ਗਈ ਹੈ, ਉਹ ਸਾਰਾ ਕੁਝ ਕਰਦੇ ਹੋ, ਕਿਉਂ ਨਹੀਂ ਕਰਦੇ? ਇਹਨਾਂ ਨੂੰ ਹੁੰਦਾ ਕੀ ਹੈ ਸਰ? ਬਜਟ ਹੁੰਦਾ ਹੈਗਾ ਕਿ ਮੈਂ ਪਿਛਲੇ ਸਾਲ ਸਾਡਾ ਹੋਇਆ ਲੇਖਾ ਜੋਖਾ, ਅਸੀਂ ਸਾਡੀਆਂ ਕਮੀਆਂ ਰਹਿ ਗਈਆਂ, ਇੱਥੋਂ ਅਸੀਂ ਇੰਪਰੂਵ ਕਰਾਂਗੇ, ਸਾਡੀਆਂ ਪ੍ਰਾਪਤੀਆਂ ਨੇ, ਹੁਣ ਇੰਨਾ ਸਾਡੇ ਕੋਲ ਆਮਦਨੀ ਆਉਣੀ ਹੈ, ਇਦਾਂ ਅਸੀਂ ਖਰਚਣਾ ਹੈਗਾ। ਤੁਸੀਂ ਇੱਕ ਵਾਰੀ ਵੀ ਕਿ ਉਹਨਾਂ ਨੇ ਕਿਤੇ ਸਪੀਚ ਵਿੱਚ ਕਿਹਾ ਕਿ ਰੈਵਨਿਊ ਜਿਹੜੀ ਕਲੈਕਸ਼ਨ ਹੈ ਉਹ ਕਿੱਦਾਂ ਵਧਾਉਣੀ ਹੈ? ਇੱਕ ਵਾਰੀ ਵੀ 1 ਸੈਕਿੰਡ ਲਈ ਵੀ ਬੋਲੇ ਨੇ ਕਿ ਜਿਹੜੀ ਰੈਵਨਿਊ ਦੇ ਵਿੱਚ ਚੋਰੀ ਹੋ ਰਹੀ ਹੈ ਉਹਨੂੰ ਬੰਦ ਕਿੱਦਾਂ ਕਰਨਾ ਹੈਗਾ? ਤੁਸੀਂ ਜਿਹੜਾ ਹੈ ਉਰਦੂ ਦੇ ਔਖੇ ਸ਼ਬਦਾਂ ਦੇ ਵਿੱਚ ਝੂਠ ਬੋਲ ਕੇ ਲਪੇਟ ਕੇ ਉਹ ਤੁਸੀਂ ਗੱਲ ਜਿਹੜੀ ਹੈ ਆਪਣੀ ਪੂਰੀ ਨਹੀਂ ਕਰ ਸਕਦੇ। ਜਿਹੜੇ ਲੋਕਾਂ ਨੇ ਵਾਅਦੇ ਕੀਤੇ, ਤੁਸੀਂ ਉਹਦਾ ਸ਼ਰਮ ਵਾਲੀ ਗੱਲ ਹੈ
ਤੁਸੀਂ ਦੇਖੋ 60 ਲੱਖ ਹਾਊਸ ਹੋਲਡ ਹੈ ਜੀ ਤੁਸੀਂ ਮੰਨ ਲਓ ਕਿ 3.5 ਲੱਖ ਤਾਂ ਸਰਕਾਰੀ ਨੌਕਰ ਹੈ ਹੋਰ ਤੁਸੀਂ 16.5 ਲੱਖ ਮੰਨ ਲਓ ਕਿ 20 ਲੱਖ ਚੋਂ 40 ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਜਿਹੜਾ ਹੈ 2500 ਰੁਪਏ ਦੇ ਹਿਸਾਬ ਨਾਲ ਭੱਤਾ ਦੇਵਾਂਗੇ। ਜਰਬ ਕਰਕੇ ਦੇਖ ਲਓ 40 ਲੱਖ ਮਲਟੀਪਲਾਈਡ ਬਾਈ 2500 ਮਲਟੀਪਲਾਈਡ ਬਾਈ 36,000 ਕਰੋੜ ਰੁਪਇਆ ਇਹਨਾਂ ਦਾ ਨੌਜਵਾਨਾਂ ਨੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਕੋਲ ਪਿਆ ਤੇ ਗੱਲ ਕਰਦੇ ਨੇ ਇੱਕ ਨਾ ਉਹ ਮੈਂ ਫੋਨ ਦੀ ਗੱਲ ਹੀ ਨਹੀਂ ਕਰਦਾ ਫੋਨ ਕਹਿੰਦੇ 100 ਕਰੋੜ ਪਤਾ ਨਹੀਂ ਦੇਣਾ ਕਿ ਨਹੀਂ ਦੇਣਾ ਮੰਨ ਲਓ 100 ਕਰੋੜ ਪਿਛਲੇ ਬਜਟ 'ਚ ਵੀ ਰੱਖਿਆ ਗਿਆ ਸੀ ਮੈਂ ਕਿਹਾ ਮੰਨ ਲਓ ਕੈਰੀ ਫਾਰਵਰਡ ਹੋ ਗਿਆ ਮੈਂ ਕਿਹਾ ਜੀ ਮੰਨ ਲਓ ਦੇਣਾ ਪਰ 36000 ਕਰੋੜ ਦਾ ਤੁਸੀਂ ਨੌਜਵਾਨਾਂ ਦਾ ਹਾਲੇ ਤੱਕ ਦੇਣਾ ਹੈ ਔਰ ਤੁਸੀਂ ਗੱਲ ਕਰਦੇ ਹੋ 100 ਕਰੋੜ ਦੀ ਤੁਸੀਂ ਜਿਹੜਾ ਹੈ ਲੋਨ ਮੈਨੂੰ ਪਤਾ ਨਹੀਂ 90000 ਲੋਕੀ ਕਿਉਂ ਕਹੀ ਜਾਂਦੇ ਨੇ 90000 ਹੈ ਬੈਂਕਾਂ ਦਾ ਲੋਨ 40000 ਦੇ ਕਰੀਬ ਜਿਹੜਾ ਹੈ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਆੜਤੀਆਂ ਦਾ ਲੋਨ ਹੈ ਟੋਟਲ 1,30,000 ਕਰੋੜ ਹੈ ਔਰ ਜਿਹੜਾ ਆੜਤੀਆਂ ਤੋਂ ਮਿਲਦਾ ਹੈ 2.5% ਦੇ ਜਾਂ 3% ਦੇ ਜਾਂ ਇਸ ਤੋਂ ਵੀ ਵੱਧ ਆਪਾਂ ਮੰਨ ਲਈਏ ਕਿ ਐਵਰੇਜ 15% ਲੋਨ ਹੈ ਤਾਂ 1,30,000 ਦੇ ਕਰੋੜ ਦੇ ਉੱਤੇ 15% ਦੇ ਹਿਸਾਬ ਨਾਲ 52,000 ਕਰੋੜ ਰੁਪਇਆ 58,500 ਕਰੋੜ ਰੁਪਇਆ ਜਿਹੜਾ ਹੈ ਇੰਟਰਸਟ ਦਾ ਬਣਦਾ ਹੈ। ਠੀਕ ਹੈ ਤੁਸੀਂ ਗੱਲ ਕਰਦੇ ਹੋ ਚਲੋ ਮੈਂ ਦੋ ਚੀਜ਼ਾਂ ਦਾ ਸਵਾਲ ਦਾ ਜਵਾਬ ਲੈ ਲੈਣਾ ਫਿਰ ਆਪਾਂ ਟਾਈਮ ਨਿਕਲ ਜਾਣਾ ਮੈਂ ਇੱਕ ਸਵੈਚ ਸਾਹਿਬ ਨੂੰ ਜਿਹੜਾ ਗੱਲ ਕੀਤੀ ਸੀ ਨਾ 2000 ਮੈਂ ਮੰਨਦਾ 2000 ਉਹ ਤੁਸੀਂ ਤਾਂ 9500 ਕਰੋੜ ਰੱਖਿਆ ਸੀਗਾ ਪਹਿਲੀ ਵਾਰੀ ਹਾਲੇ ਤੱਕ ਤੁਸੀਂ ਦਿੱਤਾ 4650 ਕਰੋੜ ਰੁਪਇਆ ਤੁਸੀਂ ਹੁਣ 2000 ਗੱਲ ਦੀ ਕਰਦੇ ਹੋ ਮੈਂ ਕਹਿੰਦਾ 58,500 ਕਰੋੜ ਰੁਪਇਆ ਜਿਹੜਾ ਲੋਨ ਦਾ ਚੜ ਗਿਆ ਹੈਗਾ ਉਹਦੇ ਬਾਰੇ ਸਵੈਚ ਸਾਹਿਬ ਕੀ ਬੋਲਦੇ ਚਲੋ ਠੀਕ ਹੈ ਸਵੈਚ ਸਾਹਿਬ ਦੋ ਸਵਾਲਾਂ ਦਾ ਜਵਾਬ ਦੇ ਦਿਓ। ਪਹਿਲਾ ਸਵਾਲ ਇਹ ਹੈ ਕਿ ਅੱਜ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਮਨਪ੍ਰੀਤ ਬਾਦਲ ਹੋਰਾਂ ਤੋਂ ਕਿ ਪੂਰਨ ਕਰਜ਼ਾ ਮਾਫੀ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਪੋਸੀਬਲ ਨਹੀਂ ਹੈ ਇਹ ਨਹੀਂ ਹੋ ਸਕਦਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾ ਸਕੇ। ਦੂਜੀ ਗੱਲ ਇਹਨਾਂ ਤੋਂ ਇਹ ਪੁੱਛੀ ਗਈ ਸੀ ਕਿ ਤੁਸੀਂ ਬੇਰੁਜ਼ਗਾਰੀ ਭੱਤੇ ਦੀ ਗੱਲ ਕੀਤੀ ਸੀ ਤੀਜਾ ਬਜਟ ਹੈਗਾ ਤੀਜੇ 3 ਸਾਲ ਨਿਕਲ ਚੁੱਕੇ ਨੇ ਇਸ ਬਜਟ ਦੇ ਵਿੱਚ ਵੀ ਕੋਈ ਪ੍ਰੋਵੀਜ਼ਨ ਨਹੀਂ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਪ੍ਰੋਵੀਜ਼ਨ ਨਹੀਂ ਰੱਖ ਸਕਦੇ ਅਸੀਂ 2500 ਰੁਪਏ ਮਹੀਨਾ ਨਹੀਂ ਦੇ ਸਕਦੇ ਬੇਰੁਜ਼ਗਾਰੀ ਭੱਤਾ। ਫਿਰ ਇਹਨਾਂ ਦੋਵਾਂ ਚੀਜ਼ਾਂ ਨੂੰ ਲੋਕ ਕਿਵੇਂ ਦੇਖਣ ਕਿ ਇਹ ਲੋਕਾਂ ਨਾਲ ਧੋਖਾ ਨਹੀਂ ਹੈ? ਨਹੀਂ ਉਹਨਾਂ ਦਾ ਜਿਹੜਾ ਹੁਣ ਸਾਰਾ ਜ਼ੋਰ ਕੀ ਹੈ ਜੀ ਉਹਨਾਂ ਦਾ ਜ਼ੋਰ ਹੈਗਾ ਕਿ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ ਨੌਕਰੀ ਜਿੰਨੀ ਵੱਧ ਤੋਂ ਵੱਧ ਦੇ ਸਕਦੇ ਆਪਾਂ ਤਾਂ ਕਿ ਉਹ ਪਾਏਦਾਰ ਜਿਹੜੀ ਹੈਗੀ ਨਾ ਆਮਦਨ ਉਹਨਾਂ ਦੀ ਉਸ ਹਿਸਾਬ ਨਾਲ ਬਣੇ ਤੇ ਉਸ ਹਿਸਾਬ ਨਾਲ ਤੁਸੀਂ ਦੇਖੋ ਨੌਕਰੀਆਂ ਵਾਸਤੇ ਸਕਿੱਲ ਡਿਵੈਲਪਮੈਂਟ ਵਾਸਤੇ ਕਿੰਨੇ ਪੈਸੇ ਰੱਖੇ ਗਏ ਨੇ ਮੈਂ ਸਾਰੇ ਤੁਹਾਡੇ ਕੋਲ ਅੰਕੜੇ ਹੈਗੇ ਮੇਰੇ ਕੋਲ ਵੀ ਹੈਗੇ ਅੰਕੜੇ ਯੂਨੀਵਰਸਿਟੀਆਂ ਨਵੀਆਂ ਨਵਾਂ ਲਾਅ ਕਾਲਜ ਨਵੀਂ ਯੂਨੀਵਰਸਿਟੀ ਨਵੇਂ ਹੋਰ ਕਾਲਜ 3-4 ਥਾਵਾਂ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਆਈਟੀਆਈਜ਼ 19 ਆਈਟੀਆਈਜ਼ ਕਿ ਨੌਜਵਾਨਾਂ ਨੂੰ ਜਿਹੜਾ ਹੈਗਾ ਸਕਿੱਲ ਉਹਨਾਂ ਨੂੰ ਡਿਵੈਲਪ ਹੋਵੇ ਤਾਂ ਨਾ ਕਿ ਪੱਕੇ ਸਰ ਮੈਂ ਐਗਰੀ ਹਾਂ ਪਰ ਕੀ ਯੂਨੀਵਰਸਿਟੀਆਂ ਸਕਿੱਲ ਡਿਵੈਲਪਮੈਂਟ ਸੈਂਟਰ ਖੁੱਲਦੇ ਸਾਰ ਨੌਕਰੀਆਂ ਮਿਲ ਜਾਣਗੀਆਂ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਪਤਾ ਤਾਂ ਦੇਣਾ ਬਣਦਾ ਕਿ ਨਹੀਂ ਜਦੋਂ ਨੌਕਰੀ ਮਿਲਣੀ ਹੈ ਤਾਂ ਮਿਲਣੀ ਹੈ ਦੇਖੋ ਜਦੋਂ ਨੌਕਰੀ ਮਿਲੇਗੀ ਬੇਰੁਜ਼ਗਾਰੀ ਪੱਤਾ ਆਟੋਮੈਟਿਕਲੀ ਖਤਮ ਹੋ ਜਾਏਗਾ। ਜਿਹੜੇ ਨੌਜਵਾਨ ਹੁਣ ਸਕਿੱਲਡ ਜਿਹਨਾਂ ਨੂੰ ਹੁਣ ਇਮੀਡੀਏਟ ਲੋੜ ਹੈਗੀ ਹੈ ਉਹਦੇ ਵਾਸਤੇ ਜਿਹੜੇ ਇੰਡਸਟਰੀਅਲ ਹਬਸ ਵਾਸਤੇ ਉਹ ਬਣਾਉਣ ਵਾਸਤੇ ਮੈਂ ਉਹੀ ਕਰ ਰਿਹਾ ਸਾਹਿਬ ਜਦੋਂ ਨੌਕਰੀ ਮਿਲੇਗੀ ਉਹਨਾਂ ਦਾ ਆਟੋਮੈਟਿਕਲੀ ਪੱਤਾ ਖਤਮ ਹੋ ਜਾਏਗਾ ਤੇ ਪੱਤਾ ਕਿਉਂ ਨਾ ਦਿੱਤਾ ਜਾਵੇ ਉਹਨਾਂ ਨੂੰ? ਨਹੀਂ ਦੇਖੋ ਜੋ ਸਾਡੇ ਜਿਹੜੇ ਹੈਗੇ ਨੇ ਮੇਨ ਸਾਡਾ ਫੋਕਸ ਕਿਸਾਨ ਜਿਹੜੇ ਹੈਗੇ ਨੇ ਐਜੂਕੇਸ਼ਨ ਨੌਜਵਾਨ ਵਿੱਚ ਹੈਗੇ ਨਾ ਜੀ ਕਿਸਾਨ ਦੇ ਵਿੱਚ ਨੌਜਵਾਨ ਵੀ ਹੈਗਾ ਤੇ ਨੌਕਰੀਆਂ ਦੇ ਵਿੱਚ ਨੌਜਵਾਨ ਹੈਗੇ ਨੇ ਨੌਜਵਾਨਾਂ ਵਾਸਤੇ ਜਿਹੜੀ ਅਸੀਂ ਮੌਕੇ ਪੈਦਾ ਕਰ ਰਹੇ ਨੇ ਜਿਹੜੇ ਦੁਬਾਰਾ ਇਹ ਕੀਤਾ ਹੈਗਾ ਜਿਹੜਾ ਇੰਡਸਟਰੀਅਲ ਜਿਹੜਾ ਹੈਗਾ ਡਿਵੈਲਪਮੈਂਟ ਵਾਸਤੇ ਤੇ ਬਾਕੀ ਜਿਹੜੀਆਂ ਆਈਟੀਆਈਜ਼ ਵਗੈਰਾ ਕਾਲਜਸ ਵਗੈਰਾ ਹੈਗੇ ਉਹ ਸਾਰੀਆਂ ਹੁਣ ਜਿਹੜੀ ਏਜ ਘਟਾਈ ਹੈਗੀ ਹੈ ਜੀ ਰਿਟਾਇਰਮੈਂਟ ਜਿਹੜੀ ਏਜ ਘਟਾਈ ਹੈਗੀ ਹੈ ਇਸੇ ਵੇ ਘਟਾਈ ਹੈਗੀ ਹੈ ਹਾਲਾਂਕਿ ਤੁਸੀਂ ਇਹਨੂੰ ਇਨ ਦੀ ਸੈਂਸ ਕਿ ਲਿਟਰਲੀ ਘਟਾਈ ਨਹੀਂ ਕਰ ਸਕਦੇ ਕਿਉਂਕਿ ਅਕਾਲੀਆਂ ਨੇ ਇਹ ਵਧਾਤੀ ਸੀ 60 ਕਰਤੀ ਸੀ ਤਾਂ ਕਿ ਉਹਨਾਂ ਦੇ ਜਿਹੜੇ ਪੈਨਸ਼ਨ ਵਗੈਰਾ ਉਹ ਨਾ ਦਿੱਤੀ ਜਾ ਸਕੇ ਉਹਨਾਂ ਕੋਲ ਪੈਸੇ ਹੈ ਨਹੀਂ ਪੈਨਸ਼ਨ ਦੇਣ ਜੋਗੇ ਸਿਰਫ ਉਹ ਜਿਹੜੀ ਵਧਾਈ ਸੀ ਉਹਨੂੰ ਖਤਮ ਕੀਤਾ ਤਾਂ ਕਿ ਨੌਜਵਾਨਾਂ ਨੂੰ ਜਿਹੜਾ ਨੌਕਰੀ ਦੀ ਹੁਣ ਲੋੜ ਹੈਗੀ ਹੈ ਉਹਨਾਂ ਨੂੰ ਮਿਲੇ ਨੌਕਰੀ ਇਹ ਉਸ ਵਾਸਤੇ ਬੜਾ ਵਧੀਆ ਸਟੈਪ ਲਿਆ ਗਿਆ। ਮੈਂ ਸਾਰੀਆਂ ਗੱਲਾਂ ਐਗਰੀ ਹਾਂ ਹੁਣ ਘੱਟੋ ਘੱਟ ਆਪਾਂ ਸਵੈਚ ਸਾਹਿਬ ਇਹ ਤਾਂ ਮੰਨ ਲਈਏ ਕਿ ਜਿਹੜੀ ਗੱਲ ਅਸੀਂ 2500 ਰੁਪਏ ਬੇਰੁਜ਼ਗਾਰੀ ਭੱਤੇ ਦੀ ਕੀਤੀ ਸੀ ਅਸੀਂ ਨਹੀਂ ਦੇ ਸਕਦੇ ਇਹ ਮੰਨਣ 'ਚ ਹਰਜ ਕੀ ਹੈ ਜਦੋਂ ਅਸੀਂ ਦੇ ਹੀ ਨਹੀਂ ਰਹੇ ਤਾਂ ਅਸੀਂ ਇਹ ਮੰਨ ਲਈਏ ਕਿ ਸਾਡੇ ਕੋਲ ਪੈਸੇ ਨਹੀਂ ਨੇ ਅਸੀਂ ਜਿਹੜਾ ਵਾਅਦਾ ਕੀਤਾ ਸੀ ਉਹ ਗਲਤ ਹੋ ਗਿਆ ਅਸੀਂ ਉਹ ਨਹੀਂ ਦੇ ਰਹੇ ਉਹ ਕਹਿ ਚੁੱਕੇ ਨੇ ਤਾਂ ਹੁਣ ਵਾਰ-ਵਾਰ ਠੀਕ ਹੈ। ਹੁਣ ਆਜੋ ਕਿਸਾਨੀ ਦੀ ਗੱਲ ਜਿਹੜੀ ਕਿਸਾਨੀ ਦੀ ਪੂਰਨ ਕਰਜ਼ਾ ਮਾਫੀ ਦੀ ਗੱਲ ਹੋਈ ਸੀ ਅੱਜ ਲੀਕ ਮਾਰਤੀ ਉਹਨਾਂ ਨੇ ਕਿ ਪੂਰਨ ਕਰਜ਼ਾ ਮਾਫ ਨਹੀਂ ਹੋ ਸਕਦਾ ਇਹਦੇ ਤੇ ਕੀ ਪ੍ਰਤੀਕਰਮ ਹੈ? ਦੇਖੋ ਕਿਸਾਨਾਂ ਦਾ ਪੂਰਨ ਕਰਜ਼ਾ ਜਿਹੜਾ ਹੈਗਾ ਜੀ ਉਹ ਨਹੀਂ ਹੋ ਸਕਦਾ ਬਿਲਕੁਲ ਠੀਕ ਕਹਿੰਦੇ ਨੇ ਕਿਉਂਕਿ ਪੰਜਾਬ ਅਗਰ ਪੂਰਾ ਦਾ ਪੂਰਾ ਬਜਟ ਜਿਹੜਾ ਹੈਗਾ ਉਹ ਵੀ ਆਪਾਂ ਦੇ ਦਈਏ ਉਹਨਾਂ ਨੂੰ ਤਾਂ ਵੀ ਇਹ ਮਾਫ ਨਹੀਂ ਹੋ ਸਕਦਾ ਕਿਉਂਕਿ ਇਹ ਬਿਨਾਂ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਪੂਰਨ ਜਿਹੜਾ ਕਰਜ਼ਾ ਮਾਫ ਹੈ ਜੀ ਇਹ ਨਹੀਂ ਹੋ ਸਕਦਾ। ਚਲੋ ਸਮਝ ਆ ਗਈ ਹੁਣ ਆਪਾਂ ਨੂੰ ਸਮਝ ਆ ਗਈ ਨਾ ਕਿ ਨਹੀਂ ਹੋ ਸਕਦਾ ਠੀਕ ਹੈ। ਚਲੋ ਇੱਕ ਮਿੰਟ ਮੈਨੂੰ ਹੁਣ ਰਿਐਕਸ਼ਨ ਲੈ ਲੈਣ ਦਿਓ ਇਹਦੇ ਤੇ। ਹਾਂਜੀ ਅਟਵਾਲ ਸਾਹਿਬ
ਇਹ ਕਹਿੰਦੇ ਨੇ ਕਿ ਹੁਣ ਲੀਕ ਮਾਰ ਦਿਓ ਕਿ ਪੂਰਨ ਕਰਜ਼ਾ ਮਾਫ ਨਹੀਂ ਹੋ ਸਕਦਾ ਤਾਂ ਕੇਂਦਰ ਦੀ ਹੈਲਪ ਨਾਲ ਹੋ ਸਕਦਾ, ਅਦਰਵਾਈਜ਼ ਨਹੀਂ ਹੋ ਸਕਦਾ। ਦੇਖੋ ਸਵੈਗ ਸਾਹਿਬ ਬਹੁਤ ਹੀ ਸਿਆਣੇ ਆ ਤੇ ਕੈਪਟਨ ਸਾਹਿਬ ਇਹਨਾਂ ਤੋਂ ਵੀ ਸਿਆਣੇ ਹੋਣੇ ਆ। ਜਾਂ ਤਾਂ ਤੁਸੀਂ ਇਹ ਕਹੋ ਜੀ ਕੈਪਟਨ ਸਾਹਿਬ ਪਹਿਲਾਂ ਸੀਐਮ ਨਹੀਂ ਬਣੇ ਰਹੇ, ਜਾਂ ਤਾਂ ਉਹ ਨਿਆਣੇ ਆ, ਜਿਹੜੀ ਉਹਨਾਂ ਦੀ ਬੁੱਧੀ ਆ, ਉਹਨਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਉਦੋਂ ਬਿਆਨ ਦੇਣ ਲੱਗਣਾ। ਉਦੋਂ ਤੋਂ ਕੱਲਾ ਕੱਲਾ ਸ਼ਬਦ ਬੋਲ ਰਿਹਾ ਸੀ, ਬੈਂਕਾਂ ਦਾ ਕਰਜ਼ਾ, ਸਰਕਾਰੀ ਬੈਂਕਾਂ ਦਾ ਕਰਜ਼ਾ, ਆੜ੍ਹਤੀਆਂ ਦਾ ਕਰਜ਼ਾ, ਉਹ ਫਿਰ ਝੂਠ ਹੀ ਸੀਗਾ ਜੀ ਤੁਹਾਡਾ। ਤੁਸੀਂ ਕਰਜ਼ਾ ਮਾਫੀ ਦੀ ਗੱਲ ਕਰਦੇ ਸਵੈਗ ਸਾਹਿਬ, ਤੁਸੀਂ ਅੱਜ ਆਏ ਆ, ਇਹ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਸਕਦੇ ਆ? ਤੁਹਾਨੂੰ ਇੰਨਾ ਪਤਾ ਪੰਜਾਬ 'ਚ ਸਰਕਾਰੀ ਮਿਲਾਂ ਗੰਨੇ ਦੀਆਂ ਕਿੰਨੀਆਂ ਜੀ? ਦੱਸੋ ਜੀ ਕਿੰਨੀਆਂ ਸਰਕਾਰੀ ਦੱਸੋ ਜੀ, ਪਤਾ ਨਹੀਂ ਤੁਹਾਨੂੰ। ਅੱਛਾ ਉਸ ਤੋਂ ਬਾਅਦ ਜੀ ਕਿੰਨਾ ਸਰਕਾਰੀ ਮਿਲਾਂ ਦਾ ਸਾਡਾ ਪੈਸਾ ਤੁਹਾਡੇ ਕੋਲ ਪਿਆ? ਹਰਬੀ ਜੀ 600 ਕਰੋੜ ਰੁਪਇਆ ਸਰਕਾਰੀ ਤੇ ਪ੍ਰਾਈਵੇਟ ਮਿਲਾਂ ਦਾ ਇਹਨਾਂ ਦਾ ਸਾਡੇ ਕੋਲ ਪਿਆ। ਫਸਲ ਦਾ ਪੈਸਾ, ਫਸਲ ਦਾ ਸਾਡੀ ਦਾ ਜੀ, ਕਰਜ਼ਾ ਮਾਫੀ ਦਾ ਬਹੁਤ ਦੂਰ ਦੀ ਗੱਲ ਆ। ਪਹਿਲੇ ਬੜਦੇ ਨਹੀਂ 4500 ਕਰੋੜ ਰੱਖਿਆ, ਹੁਣ ਚਲੋ ਤੁਸੀਂ ਕਹਿੰਦੇ 2000 ਕਰੋੜ ਰੱਖਦਾ, 90000 ਕਰੋੜ ਤੇ 2000 ਕਰੋੜ 'ਚ ਕੋਈ ਫਰਕ ਹੀ ਹੈ ਨਹੀਂ। ਮੈਂ ਇੱਥੇ ਫੈਕਟ ਸਹੀ ਕਰਦਾ, 2000 ਕਰੋੜ ਨਹੀਂ 200 ਕਰੋੜ, ਉਹ ਵੀ ਫਸਲੀ ਵਿਭਿੰਨਤਾ। ਬਿਲਕੁਲ। ਅੱਛਾ ਫਸਲੀ ਵਿਭਿੰਨਤਾ ਦੀ ਗੱਲ ਕਰ ਲੈਨੇ ਜੀ, ਜੇ 200 ਕਰੋੜ ਹੀ ਨਹੀਂ ਫਸਲੀ ਵਿਭਿੰਨਤਾ ਲਈ ਰੱਖਿਆ, ਅਸੀਂ ਚਾਹੁੰਦੇ ਆ ਫਸਲੀ ਵਿਭਿੰਨਤਾ ਵਿੱਚ ਝੋਨੇ ਨੂੰ ਛੱਡ ਕੇ ਅਸੀਂ ਆਲੂ ਲਾਈਏ, ਉਹਦਾ ਨਹੀਂ ਸਾਨੂੰ। ਜੇ ਨਰਮੇ ਦੀ ਗੱਲ ਕਰਦੇ 5400 ਰੱਖਿਆ, 4700 ਨੂੰ ਬਠਿੰਡੇ 'ਚ ਨਰਮਾ ਵਿਕਦਾ ਰਿਹਾ। ਗਊਸ਼ਾਲਾ ਨੂੰ ਤੁਸੀਂ 1 ਪੈਸਾ ਨਹੀਂ ਦਿੰਦੇ, 18 ਗਊਸ਼ਾਲਾ ਆ ਸਰਕਾਰੀ ਜੀ। ਹੁਣ ਤੁਸੀਂ 50 ਕਰੋੜ ਰੁਪਇਆ ਗੁਰਦਾਸਪੁਰ ਤੇ ਬਟਾਲਾ ਮਿੱਲ ਲਈ ਰੱਖ ਦਿੱਤਾ ਆ। ਉਸ ਤੋਂ ਪਹਿਲਾਂ ਜਿਹੜੀ ਭੋਗਪੁਰ ਦੀ ਸ਼ੂਗਰ ਮਿੱਲ ਆ ਉਹਦਾ 80% ਸਰਕਾਰ ਨੇ ਕੀਤਾ, ਉਹ ਤੁਸੀਂ ਕਿਉਂ ਨਹੀਂ ਚਲਾ ਰਹੇ? ਸਵੈਗ ਸਾਹਿਬ, ਜਦੋਂ ਦਾ ਆਪਣਾ ਦੇਸ਼ ਆਜ਼ਾਦ ਹੋਇਆ ਤੁਸੀਂ ਕੋਈ ਵੀ ਆਰਟੀਐਸ ਪਵਾ ਕੇ ਕੱਢ ਲਓ, ਅੱਜ ਤੱਕ ਕਦੀ ਨਹੀਂ ਹੋਇਆ ਕਿ ਸਾਡੀ ਫਸਲ ਦੀ ਜਿਹੜੀ ਪੇਮੈਂਟ ਆ ਨਾ ਉਹ ਦੂਸਰਾ ਸੀਜ਼ਨ ਖਤਮ ਹੋਣ ਨੂੰ ਆ ਗਈ ਹੋਵੇ ਤੇ ਪਹਿਲੇ ਸੀਜ਼ਨ ਦੀ ਵੀ ਹਲੇ ਪਈ ਹੋਵੇ। 600 ਕਰੋੜ ਰੁਪਈਆ ਸਰਕਾਰੀ ਤੇ ਪ੍ਰਾਈਵੇਟ। ਪਿਛਲੀ ਵਾਰੀ ਜਦੋਂ ਕੈਪਟਨ ਸਾਹਿਬ ਨੇ ਕਹਿਤਾ ਸੀ 25 ਰੁਪਈਆ ਅਸੀਂ ਗੰਨੇ ਦੇ ਪੈਸੇ ਦੇਵਾਂਗੇ ਜਿਹੜੇ ਕੋਲੋਂ, ਉਹ ਸਾਨੂੰ ਕਿਉਂ ਨਹੀਂ ਦੇ ਰਹੇ ਜੀ? ਤੁਸੀਂ ਜਵਾਬ ਤਾਂ ਦਿਓ ਸਾਨੂੰ। ਤੁਸੀਂ ਘਰ ਘਰ ਨੌਕਰੀ ਦੀ ਗੱਲ ਕਰਦੇ ਆ, ਨਸ਼ਾ ਖਤਮ ਕਰ ਦੇਵਾਂਗੇ, ਇਹ ਕੰਮ ਉਲਟ ਹੋ ਗਿਆ। ਘਰ ਘਰ ਨੌਕਰੀ ਦੀ ਬਜਾਏ ਘਰ ਘਰ ਨਸ਼ਾ ਚੱਲ ਗਿਆ। ਖੁਦਕੁਸ਼ੀਆਂ ਕਹਿੰਦੇ ਸੀ, ਖੁਦਕੁਸ਼ੀਆਂ 1000 ਦੇ ਕਰੀਬ ਚੱਲ ਗਈਆਂ। ਅੱਜ ਮੈਂ ਦੇਖੋ ਜੀ, ਅੱਜ ਗੱਲ ਕਰਦਾ, ਅੱਜ ਮੈਂ ਇੱਕ ਬੱਚਾ 9 ਸਾਲ ਦਾ ਆਪਣੇ ਪਿਤਾ ਦੀ ਫੋਟੋ ਲੈ ਕੇ ਬੈਠਾ, ਮੇਰੀ ਅੱਖਾਂ 'ਚ ਹੰਝੂ ਆ ਗਏ। ਤੁਹਾਨੂੰ ਤਰਸ ਹੀ ਨਹੀਂ ਆਉਂਦਾ ਯਾਰ ਕਿਸੇ ਤੇ? ਇੱਕ ਮਾਂ 80 ਸਾਲ ਦੀ ਬੈਠੀ ਆਪਣੇ ਪੁੱਤ ਦੀ ਫੋਟੋ ਲੈ ਕੇ, ਜਿਹੜੇ ਪੁੱਤ ਨੇ ਮਾਂ ਦਾ ਬੁਢੇਪੇ ਦਾ ਸਹਾਰਾ ਬਣਨਾ ਸੀ, ਉਹਨੂੰ ਤੁਸੀਂ ਡਾਂਗਾ ਮਾਰ ਮਾਰ ਕੇ ਉੱਥੋਂ ਕੱਢਿਆ। ਇੱਕ ਬੱਚਾ 9 ਸਾਲ ਦਾ, ਉਹਦੇ ਪੇ ਦੀਆਂ ਆਸਾਂ, ਉਹਨੂੰ ਪਤਾ ਹੀ ਨਹੀਂ ਮੇਰੇ ਪੇ ਨੇ ਮੋੜਨਾ 10 ਲੱਖ ਕਿਉਂ ਕਹਿੰਦੇ ਆ? ਉਦੋਂ ਤੁਹਾਨੂੰ ਪਤਾ ਨਹੀਂ ਸਰਕਾਰ ਆਉਣ ਤੋਂ ਪਹਿਲਾਂ ਕਿ ਸਾਡੇ ਪੱਲੇ ਕੁਝ ਹੈਗਾ ਜਾਂ ਸਾਡੇ ਪੱਲੇ ਕੁਝ ਹੈ ਨਹੀਂਗਾ? ਜੇ ਬੰਦੇ ਦੇ ਪੱਲੇ ਕੁਝ ਨਹੀਂ ਹੁੰਦਾ ਉਹਨੂੰ ਵਾਅਦੇ ਕਿਉਂ ਕਰਨਾ ਚਾਹੁੰਦਾ? ਜਾਂ ਇਹ ਕਹਿ ਦਿੰਦੇ ਜੀ ਕੈਪਟਨ ਸਾਹਿਬ ਜਿਹੜੇ ਉਹ ਝੂਠੇ ਆ, ਉਹਨਾਂ ਨੂੰ ਪਤਾ ਹੀ ਕੁਝ ਨਹੀਂ ਸੀਗਾ, ਫੇ ਅਸੀਂ ਮੰਨ ਲਵਾਂਗੇ ਜੀ। ਸੰਗੜਾ ਸਾਹਿਬ, ਇਸੇ ਗੱਲ ਤੇ ਰਿਐਕਸ਼ਨ, ਕਿਉਂਕਿ ਅੱਜ ਬੜੀ ਇਸ ਗੱਲ ਤੇ ਵੀ ਬਹਿਸ ਹੋਈ ਹੈ ਕਿ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਜਿਹੜੇ ਕਿਸਾਨ ਖੁਦਕੁਸ਼ੀ ਕਰ ਲੈਂਦੇ ਨੇ ਉਹਨਾਂ ਦਾ ਸਾਰਾ ਕਰਜ਼ਾ ਮਾਫ ਕਰ ਦਿੱਤਾ ਜਾਏਗਾ, ਸਰਕਾਰੀ ਨੌਕਰੀ ਦਿੱਤੀ ਜਾਏਗੀ। ਉਹਦੀ ਵੀ ਗੱਲ ਅੱਜ ਕੀਤੀ ਗਈ ਸੀ। ਮਨਪ੍ਰੀਤ ਬਾਦਲ ਹੋਰਾਂ ਤੋਂ ਸਵਾਲ ਵੀ ਪੁੱਛਿਆ ਗਿਆ ਸੀ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਸ ਤੇ ਗੌਰ ਕਰਾਂਗੇ। ਹੁਣ ਉਰਦੂ ਦੇ ਵਿੱਚ ਉਹਨਾਂ ਨੇ ਅਲਫਾਜ਼ਾਂ ਦੇ ਵਿੱਚ ਕਿਹਾ ਕਿ ਇਹਨੂੰ ਤਰਜੀਹ ਦਿੱਤੀ ਜਾਏਗੀ ਇਸ ਮਸਲੇ ਨੂੰ। ਮਤਲਬ ਨਵੇਂ ਸਿਰੋਂ ਮੈਂ ਤਾਂ ਇਹ ਕਹਿੰਦਾ ਵੀ ਬਜਟ ਦੇ ਵਿੱਚ ਵੀ ਐਲਾਨ ਹੀ ਕੀਤੇ ਆ ਨਾ, ਇਹਦੇ 'ਚ ਕੋਈ ਰਾਸ਼ੀ ਉਹਨਾਂ ਨੇ ਐਲੋਕੇਟ ਕਰਨ ਦੀ ਪ੍ਰੋਵੀਜ਼ਨ ਰੱਖੀ ਹੈ, ਐਲੋਕੇਟ ਨਹੀਂ ਕਰ ਦਿੱਤੀ। ਬਾਕੀ ਨਾ ਹੀ ਇਨਕਮ ਦੇ ਬਾਰੇ ਦੱਸਿਆ ਹੈ ਕਿ ਕਿੱਥੋਂ ਕਿੰਨੀ ਆਉਣੀ ਆ, ਇਹ ਵੀ ਨਹੀਂ ਦੱਸਿਆ ਵੀ ਸਰਕਾਰ ਦੀ ਕਿਹੜੀ ਚੀਜ਼ ਕਿੰਨੇ ਹਜ਼ਾਰ ਵਿੱਚ ਗਹਿਣੇ ਕਰਕੇ ਫੇਰ ਇਹ ਇਨਕਮ ਆਉਣੀ ਆ। ਇਨਕਮ ਬਾਰੇ ਤਾਂ ਕੋਈ ਗੱਲ ਹੀ ਨਹੀਂ ਨਾ ਕੀਤੀ। ਚਲੋ ਬਹਿਸ ਚੋਂ ਕੁਝ ਗੱਲਾਂ ਸਾਹਮਣੇ ਆਉਣਗੀਆਂ ਜਿਹੜੀ ਹੁਣ ਸਦਨ ਦੇ ਵਿੱਚ ਬਹਿਸ ਹੋਏਗੀ, ਜੇ ਪ੍ਰੋਪਰ ਬਹਿਸ ਕਰਵਾਉਂਦੇ ਆ। ਬਾਕੀ ਕਿਸਾਨੀ ਦੀਆਂ ਗੱਲਾਂ ਕਿਉਂਕਿ ਕਿਸਾਨਾਂ ਦੇ ਨੁਮਾਇੰਦੇ ਨੇ ਪਹਿਲਾਂ ਕਾਫੀ ਕਰਤੀਆਂ ਆ, ਮੈਂ ਉਹਦੇ ਵਿੱਚੋਂ ਸਿਰਫ ਉਸੇ ਨੁਕਤੇ ਤੇ ਆਉਣਾ ਚਾਹੁੰਦਾ ਜਿਹੜਾ ਤੁਸੀਂ ਗੱਲ ਕੀਤੀ ਆ। ਪਿਛਲੇ ਬਜਟ ਦੇ ਵਿੱਚ ਇਹਨਾਂ ਨੇ 1000 ਕਰੋੜ ਦੀ ਪ੍ਰੋਵੀਜ਼ਨ ਰੱਖੀ ਸੀ, ਕੁਝ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਰੱਖੀ ਸੀ ਕਿ ਜਿਹੜੇ ਪੀੜਤ ਕਿਸਾਨ ਪਰਿਵਾਰ ਨੇ, ਜਿਹੜੇ ਕਿਸਾਨ ਨੇ ਆਤਮ ਹੱਤਿਆ ਕਰ ਲਈ, ਉਹਦਾ ਜਿਹੜਾ ਪੀੜਤ ਪਰਿਵਾਰ ਆ ਉਹਨਾਂ ਦੇ ਅਸੀਂ ਕਰਜ਼ੇ ਮੁਆਫ ਕਰ ਦਾਂਗੇ। ਮੈਂ ਚਲੋ ਇਸ ਹਿਸਾਬ ਨਾਲ ਨਹੀਂ ਪੁੱਛੂੰਗਾ ਸਵੈਜ ਸਾਹਿਬ ਨੂੰ, ਸਤਿਕਾਰਯੋਗ ਨੇ ਸਾਡੇ, ਪਰ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਹੋਇਆ ਮੁਕੰਮਲ। ਉਹਦੇ ਵਿੱਚੋਂ ਦੱਸ ਦੇਣ ਇਹ ਉਹਦੇ ਵਿੱਚੋਂ ਕਿੰਨੇ ਪੈਸੇ ਖਰਚੇ ਆ। ਨੰਬਰ 2 ਤੇ ਭੱਤੇ ਦੀ ਗੱਲ, ਉਹਦਾ ਜਵਾਬ ਨਹੀਂ ਦੇ ਸਕੇ। ਮੈਂ ਉਹ ਸਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ, ਉਹਨੂੰ ਛੱਡ ਹੀ ਦਿੱਤਾ ਇੱਕ ਤਰ੍ਹਾਂ ਨਾਲ। ਹਾਂਜੀ, ਬੇਰੁਜ਼ਗਾਰੀ ਭੱਤੇ ਦਾ ਮਤਲਬ ਤਾਂ ਇਹ ਹੁੰਦਾ ਸਰਕਾਰ ਬਣੀ ਨਾਲੇ ਭੱਤਾ ਸ਼ੁਰੂ। ਜਦੋਂ ਨੌਕਰੀ ਖਤਮ ਹੋ ਗਈ, ਤੁਸੀਂ ਬਹੁਤ ਸਲੀਕੇ ਨਾਲ ਇਹ ਗੱਲ ਸਮਝਾਈ ਹੈ ਕਿ ਜਦੋਂ ਨੌਕਰੀ ਮਿਲ ਗਈ ਆਪੇ ਭੱਤਾ ਖਤਮ। ਤੇ ਉਹ 2500 ਦੀ ਨਿਗੁਣੀ ਜਿਹੀ ਰਕਮ ਜਿਹਦੇ ਨਾਲ ਮਹੀਨੇ ਦਾ ਗੁਜ਼ਾਰਾ ਨਹੀਂ ਹੁੰਦਾ, ਉਹ ਵੀ ਇੱਕ ਭੱਤਾ ਹੀ ਹੁੰਦਾ ਹੈ, ਉਹ ਵੀ ਨਹੀਂ ਨੌਜਵਾਨਾਂ ਨੂੰ ਦਿੱਤਾ। ਫਸਲੀ ਵਿਭਿੰਨਤਾ ਲਈ 200 ਕਰੋੜ ਰੁਪਈਆ ਪਿਛਲੀ ਵਾਰੀ ਜਦੋਂ ਇਹ ਮੁੱਖ ਮੰਤਰੀ ਬਣੇ ਸੀਗੇ, ਅੱਜ ਤੋਂ 13 ਸਾਲ ਪਹਿਲਾਂ, ਉਦੋਂ ਫਸਲੀ ਵਿਭਿੰਨਤਾ ਲਈ ਜਿੰਨਾ ਪੈਸਾ ਰੱਖਿਆ ਸੀ ਉਹ ਇਹਨਾਂ ਦੇ ਸੀਨੀਅਰ ਆਈਐਸ ਆਫੀਸਰ ਜਿਹੜੇ ਸੀਗੇ ਨਾ, ਉਹ ਸਾਰਾ ਹੀ ਖਾ ਗਏ ਸੀਗੇ। ਹਾਂਜੀ, ਕੋਈ ਦਿੱਲੀ ਜਾਣ ਤੇ, ਕੋਈ ਕਿਤੇ ਉਹਨਾਂ ਦੇ ਮੁਕੱਦਮੇ ਵੀ ਅੱਧੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਨੇ ਬਣਾਈ, ਕਿਉਂਕਿ ਆਈਪੀਐਸ ਨੂੰ ਪ੍ਰੋਟੈਕਟ ਕਰਦੇ ਆ ਨਾ। ਇਹ ਉਹੀ ਕੁਝ ਹੋਣਾ।
ਪਿਛਲੇ 15 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੀ ਤੇ ਕਾਂਗਰਸ ਵੀ ਫਸਲੀ ਵਿਭਿੰਨਤਾ ਦਾ ਉਹੀ ਹਾਲ ਆ, ਉਹਦਾ ਕੋਈ ਮਸਲਾ ਨਹੀਂ, ਇਹਨਾਂ ਨੇ ਖਾ ਜਾਣੇ ਆ। ਹਾਂ, ਫਸਲ ਵਿਭਿੰਨਤਾ ਜਾਂ proper ਦੱਸਣ। ਉਦਾਹਰਨ ਹੈ ਗੰਨਾ ਕਿਸਾਨ ਬੈਠੇ ਹਾਂਜੀ। ਨੇ ਜਿਨ੍ਹਾਂ ਨੇ ਗੰਨਾ ਲਾਇਆ ਔਰ ਫਸਲ ਦਾ ਪੈਸਾ ਹੀ ਨਹੀਂ ਮਿਲਿਆ। ਉਸ ਗੱਲ ਤੇ ਵੀ ਆ ਰਿਹਾ ਹਰਪ੍ਰੀਤ ਜੀ, ਮੇਰੇ ਕਿਸੇ ਨੇ ਪੈਸੇ ਦੇਣੇ ਆ, ਨਾਲ ਮੈਨੂੰ ਰਾਹਤ ਦੇ ਰਿਹਾ ਆ ਵਿਅਕਤੀ ਜਿਹੜਾ ਮੇਰੇ ਪੈਸੇ ਦੱਬੀ ਬੈਠਾ, ਇੱਕ ਵਿਅਕਤੀ ਮੇਰਾ 15 ਲੱਖ ਦੱਬੀ ਬੈਠਾ, ਹਾਂਜੀ, ਤੇ ਉਹ ਮੈਨੂੰ ਕਹਿ ਰਿਹਾ ਮੈਂ 25 ਲੱਖ ਇਸ ਵਿਅਕਤੀ ਦਾ ਦੇਣਾ ਹੈ, ਹਾਂਜੀ, ਤੇ ਮੈਨੂੰ ਤਾਂ ਫਿਰ ਉਹ ਮਤਲਬ 15 ਮੇਰਾ ਜਿਹੜਾ ਬਿਨਾਂ ਵਿਆਜ ਤੋਂ ਦੱਬੀ ਬੈਠਾ, ਨਾ ਜਿਹੜੇ ਮੇਰੇ ਦੱਬੀ ਬੈਠਾ ਉਹਦੇ ਪੈਸੇ ਦੇ ਰਿਹਾ, ਨਾ ਮੇਰੇ ਪੈਸੇ ਦੇ ਰਿਹਾ, ਨਾ ਉਹਦਾ ਵਿਆਜ ਦੇ ਰਿਹਾ। ਸੋ ਇਹ ਤਾਂ ਇਹਦੇ ਨਾਲ ਦਾ ਕੋਈ ਧੋਖਾ ਨਹੀਂ ਹੋਣਾ। ਤੁਸੀਂ ਘੱਟੋ ਘੱਟ ਕਿਸਾਨ ਦੇ ਪੈਸੇ ਤਾਂ ਦੇ ਦਿਓ ਨਾ, ਉਹਦੀ ਜੈਂਟਸ ਦੇ, ਕਿਉਂਕਿ ਖੇਤੀ ਪਹਿਲਾਂ ਹੀ ਘਾਟੇ 'ਚ ਹੈ। ਠੀਕ ਹੈ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਆ, ਚਰਚਾ ਜਾਰੀ ਰੱਖਾਂਗੇ। एक अंडरवेयर और बनियान देना। कौन सा दो बहन जी? वही जिसके साथ मिलता है डबल बॉक्स सेट बिल्कुल फ्री। लक्स कोजी। लक्स कोजी के कोई भी 2 पीस खरीदने में मिलेगा एक डबल बॉक्स सेट बिल्कुल फ्री। लक्स कोजी, सुनो तो अपने दिल की। चीनू के जाने के बाद घर कितना सोना सोना हो जाएगा, नहीं? कहो तो मैं रिटायर हो जाऊं? अभी एजुकेशन लोन और रिटायरमेंट के खर्चे ना बाबा ना। और अगर रिटायरमेंट ऑलरेडी सिक्योर्ड हो तो फिर हो जाओ रिटायर। और वैसे भी शाम की चाय साथ पीना काफी रोमांटिक है, नहीं? चले। स्मार्ट लोगों की क्लियर है प्रायोरिटी, बाकी सब बाद में। सेकेंड इनिंग से पहले LIC। चेंज करने का इसी। फिर तो ओ हेलो, तो रेगुलरली पैड ना चेंज कर, अपने रेगुलर पैड नु चेंज कर, समझी? Pro Ease Go Excel रेगुलर पैड ਤੋਂ 50 ਮਿਲੀਮੀਟਰ ਲੰਮਾ ਅਤੇ ਸੋਕੇ 90% ਵੱਧ ਅਤੇ ਹਾਂ ਮਿਲੀ ਰੈਗੂਲਰ ਦੀ ਪ੍ਰਾਈਸ ਵਿੱਚ। जा चेंज कर अपना ब्रांड। ਰੈਗੂਲਰ ਦੀ ਪ੍ਰਾਈਸ ਵਿੱਚ Pro Ease Go Excel ਸਿਰਫ 28 ਰੁਪਏ ਵਿੱਚ। सुपर केक भाभी, ਤੁਹਾਡੀ ਤਾਂ ਬੇਕਰੀ ਹੋਣੀ ਚਾਹੀਦੀ ਸੀ, ਕਿਉਂ ਬਾਜੀ? पता है ਤੁਹਾਨੂੰ ਖੁਦ ਦੀ ਬੇਕਰੀ ਸ਼ੁਰੂ ਕਰਨੀ ਸੀ, ਪਰ ਘਰ ਦੇ ਕੰਮਾਂ ਕਾਰਾਂ ਤੋਂ ਸਮੇਂ ਹੀ ਨਹੀਂ ਮਿਲਿਆ ਖੁਦ ਦੀ ਪਛਾਣ ਬਣਾਉਣ ਦਾ। ਭਾਂਡੇ ਤਾਂ ਹੋ ਗਏ, ਇੰਨੀ ਜਲਦੀ? ਮਤਲਬ ਹੁਣ ਵਕਤ ਹੈ ਖੁਦ ਦੀ ਪਛਾਣ ਬਣਾਉਣ ਦਾ। ਮੰਮੀ ਦੀ ਖੁਦ ਦੀ ਬੇਕਰੀ। ਵਿਮ ਚਿਕਨਾਈ ਹਟਾਏ ਤੇਜ਼ੀ ਨਾਲ ਤਾਂ ਕਿ ਤੁਸੀਂ ਵਕਤ ਬਚਾਓ, ਪਛਾਣ ਬਣਾਓ। There are some who make it look easy. A tricky subject. Piece of cake. they do it without fail every time. Excellence becomes their second nature. Success just follows. When you give it all, you get it all. To make it perfect. Catch the biggest stars talk about perfection in films only on Royal Stag Barrel Select Large Short Films. Make it perfect. ਕੋਈ ਵੀ ਹੈਅਰ ਸਟਾਈਲ ਬਣੇ ਜਦੋਂ ਵਾਲ ਦਿਸਣ ਸੰਘਣੇ, ਹੁਣ ਸਿਰਫ 1 ਰੁਪਏ ਵਿੱਚ ਸਨਸਿਲਕ ਥਿਕ ਐਂਡ ਲੌਂਗ। ਜਦੋਂ ਵਾਲ ਹੋਣ ਥਿਕ, ਕੋਈ ਵੀ ਸਟਾਈਲ ਕਰੋ ਪਿਕ ਸਨਸਿਲਕ। ਨਿਰਪੱਖ ਪੰਜਾਬੀਅਤ ਜੋ ਨਿਡਰ ਹੋ ਕੇ ਹੱਕ ਸੱਚ ਦੇ ਰਾਹ ਤੇ ਚੱਲੇ। ਚੜ੍ਹਦੀ ਕਲਾ, ਪਛਾਣ, ਜੋਸ਼ ਤੇ ਹੋਸ਼ ਦੀ ਵਿਰਾਸਤ ਜਿਹੜੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਵੇ। ਪੰਜਾਬੀ ਜਾਗਰਣ, ਪਛਾਣ ਪੰਜਾਬੀਅਤ ਦੀ। ਇਹ ਲਓ ਤੁਹਾਡੀ ਦਾਰਜੀਲਿੰਗ ਟੀ ਬਿਨਾਂ ਸ਼ੱਕਰ ਵਾਲੀ। ਲਿਪਟਨ ਦਾਰਜੀਲਿੰਗ ਟੀ, ਇਸ ਦੀਆਂ ਲੰਬੀਆਂ ਪੱਤੀਆਂ ਵਿੱਚ ਹੈ ਬਿਹਤਰੀਨ ਸਵਾਦ, ਤਾਂ ਇਸ ਵਿੱਚ ਸ਼ੂਗਰ ਪਾਉਣ ਦੀ ਨਾ ਜ਼ਰੂਰਤ। पहचान बनानी होवे तां तैयारी जरूरी है। हर पिन, हर स्टाइल, हर लुक रहे सुपर स्मूथ, रहे फ्रिज तो दूर। ऐसे लई ट्रेसमे सैशे, इसदा केराटिन ते आर्गन ऑयल फार्मूला वाल बनाए स्मूथ, फ्रिज संभाले 3 दिन तक। तैयार हो नवा ट्रेसमे सैशे हुण 2 रुपए विच। इन राक्षस मच्छरों को हराना हो तो ट्राई 80% ज्यादा स्ट्रॉन्गर मैक्सो जीनियस लिक्विड, अब अनोखी खुशबू में, यानी चैन की नींद। जद रहना है फिट पौड़ियां चढ़ो, जद रहना है फिट कर दिया बोलो। जिथे
ਵੇਖੋ ਉੱਥੇ ਨੇ ਫਿਟ ਰਹਿਣ ਦੇ ਮੌਕੇ, ਜਿਵੇਂ 0 ਕੈਲੋਰੀਜ਼ ਵਾਲੀ ਲਿਪਟਨ ਗ੍ਰੀਨ ਟੀ ਜੋ ਮੈਟਾਬੋਲਿਜ਼ਮ ਵਧਾਏ। ਤਾਂ ਚਲੋ ਫਿਟ ਰਹੀਏ ਲਿਪਟਨ ਗ੍ਰੀਨ ਟੀ ਦੇ ਨਾਲ। ਪੇਸ਼ ਐਕਸਪਰਟ ਦਾ ਸੁਪਰ ਵੈਲਿਊ ਪੈਕ। ਇਸ ਵਿੱਚ ਨੇ 3 ਐਕਸਪਰਟ ਬਾਰਸ, 2 ਗ੍ਰੀਨ ਸਕ੍ਰਬਰ ਅਤੇ 1 ਸਟੀਲ ਸਕ੍ਰਬ। ਜਾਨੀ 60 ਰੁਪਈਆ ਦਾ ਪੈਕ ਸਿਰਫ 40 ਵਿੱਚ, ਚਲੇ ਪੂਰੇ महीने। अब 8 फ्रूट्स का यमी टेस्ट सिर्फ 2 रुपए में। किसान मिक्स फ्रूट जैम। ओके, फ्रेश एक्टिव। प्ले मी सम म्यूजिक। I can't do that. ब्रेकफास्ट बनाएगा? No. बॉस तू करता क्या है? I can give you freshness. Done. Get fresh. Then go get what you want. Nivea Man Fresh Active. हे, मैं नहा कर आती हूँ। मेरा शैम्पू खत्म हो गया। अच्छा ही हुआ ना? हाँ, उस साधारण शैम्पू ने देखो तुम्हारे बालों का क्या हाल कर दिया। उसे छोड़ और ये यूज कर, रोजा हर्बल शैम्पू। नया रोजा हर्बल शैम्पू, इसके प्योर हर्ब्स दे भरपूर पोषण और बालों को बनाए लंबा, घना और काला। नया रोजा हर्बल शैम्पू। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਇਜਲਾਸ ਦੌਰਾਨ ਅੱਜ ਬਜਟ ਪੇਸ਼ ਕੀਤਾ ਗਿਆ। ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਪੰਜਾਬ ਨੇ ਦਾਅਵਾ ਕੀਤਾ ਕਿ ਆਮਦਨ ਤੇ ਖਰਚਿਆਂ ਦਾ ਖੱਪਾ ਖਤਮ ਹੋ ਗਿਆ ਔਰ ਆਉਣ ਵਾਲੇ 2 ਸਾਲ ਹੁਣ ਪੰਜਾਬ ਦੀ ਖੁਸ਼ਹਾਲੀ ਵੱਲ ਹੋਣਗੇ। ਔਰ ਖਾਸ ਤੌਰ ਤੇ ਉਹਨਾਂ ਨੇ ਇਸ਼ਾਰਾ ਵਿਧਾਇਕਾਂ ਵੱਲ ਕੀਤਾ ਕਿ ਜਿਹੜੇ ਵਿਧਾਇਕ ਨਾਰਾਜ਼ ਸੀਗੇ, ਜਿਹੜੇ ਕਹਿੰਦੇ ਕਿ ਸਾਡੇ ਇਲਾਕੇ ਦੇ ਵਿੱਚ ਵਿਕਾਸ ਨਹੀਂ ਹੋਇਆ, ਨਾ ਸਾਨੂੰ ਕੋਈ ਪੈਸਾ ਦਿੱਤਾ ਗਿਆ, ਹੁਣ ਖੁੱਲ੍ਹਦਿਲੀ ਨਾਲ ਪੈਸਾ ਦਿੱਤਾ ਜਾਏਗਾ। ਇੱਕ ਹੋਰ ਮਹਿਮਾਨ ਪਵਨੀਤ ਟਾਈਗਰ ਚੰਡੋਕ ਸਾਹਿਬ ਸਾਡੇ ਨਾਲ ਜੁੜ ਗਏ ਨੇ, MD ਤੇ CEO ਨੇ ਟਾਈਗਰ ਵੈਲਥ ਮੈਨੇਜਮੈਂਟ ਦੇ। ਚੰਡੋਕ ਸਾਹਿਬ ਸਵਾਗਤ ਵੀ। ਔਰ ਪਹਿਲਾ ਸਵਾਲ ਤੁਹਾਡੇ ਤੋਂ ਵੀ ਰਿਐਕਸ਼ਨ ਲੈ ਲਾ, ਮੈਂ ਬਾਕੀ ਸਾਰਿਆਂ ਦਾ ਲੈ ਲਿਆ। ਤੁਸੀਂ ਐਕਸਪਰਟ ਹੋ ਬਜਟ ਦੇ, ਇਸ ਬਜਟ ਨੂੰ ਪੂਰੀ ਤਰ੍ਹਾਂ ਕਿਵੇਂ ਦੇਖਦੇ ਹੋ? ਔਰ ਇੱਕ ਜਿਹੜਾ ਵਾਰ-ਵਾਰ ਮਨ ਦੇ ਵਿੱਚ ਤੋਖਲਾ ਜਿਹੜਾ ਆ ਰਿਹਾ ਕਿ ਮਨਪ੍ਰੀਤ ਬਾਦਲ ਜਿਹੜਾ ਕਹਿ ਰਹੇ ਨੇ ਕਿ ਆਮਦਨ ਤੇ ਖਰਚਿਆਂ ਦੇ ਵਿੱਚ ਜਿਹੜਾ ਘਾਟਾ ਸੀ ਜਾਂ ਖੱਪਾ ਸੀਗਾ ਉਹ ਪੂਰਾ ਹੋ ਗਿਆ, ਉਸ ਨੂੰ ਕਿਸ ਤਰੀਕੇ ਨਾਲ ਸੀ ਦੇਖਦੇ? ਸਰ ਮੇਰੇ ਹਿਸਾਬ ਨਾਲ ਹਰਪ੍ਰੀਤ ਜੀ ਜਿਹੜਾ ਇਹ ਬਜਟ ਆਇਆ ਹੈ ਇਹਦੇ ਵਿੱਚ ਰੈਵਨਿਊ ਸੋਰਸਸ ਦੇ ਉੱਤੇ ਤਾਂ ਕੋਈ ਜ਼ਿਆਦਾ ਧਿਆਨ ਦਿੱਤਾ ਨਹੀਂ ਗਿਆ ਔਰ ਜੇ 10,000 ਕਰੋੜ ਦੇ ਨੇੜੇ ਤੇੜੇ ਨੇ ਡੈਟ ਨੂੰ ਸਰਵਿਸ ਕੀਤਾ ਹੈ, ਇਹ ਤਾਂ ਗੈਪ ਹੀ ਵਾਈਡਨ ਹੁੰਦਾ ਜਾਏਗਾ ਜੀ। ਅੱਜ ਮਤਲਬ ਜਿਹੜਾ ਸਰਕਾਰ ਨੂੰ ਜਿਹੜਾ ਡੈਟ ਵਾਪਸ ਦੇਣਾ ਹੈ ਉਹ ਵੱਧਦਾ ਹੀ ਜਾਏਗਾ ਜੋ ਹਿਸਾਬ ਲੱਗ ਰਿਹਾ ਹੈ। ਰੈਵਨਿਊ ਦੇ ਸੋਰਸਸ ਤੁਸੀਂ ਦੇਖ ਲਓ, ਸਰਕਾਰ ਦੇ ਮੈਨੂੰ ਤਾਂ ਇਨਕਰੀਜ਼ ਹੁੰਦੇ ਦਿਖ ਨਹੀਂ ਰਹੇ, ਕਾਗਜ਼ੀ ਦੇ ਇਲਾਵਾ ਮੈਨੂੰ ਰਿਐਲਿਟੀ ਤਾਂ ਨਹੀਂ ਦਿਖ ਰਹੇ। ਔਰ ਅੱਜ ਦੀ ਡੇਟ 'ਚ ਜਿਹੜਾ ਹਰ ਜਗ੍ਹਾ 'ਚ ਡਿਜੀਟਲਾਈਜੇਸ਼ਨ ਔਰ ਇਹ ਸਭ ਕੁਝ ਹੋ ਰਹੀ ਹੈ, ਡੇਟਾ ਬੜਾ ਔਨ ਟਾਈਮ ਤੇ ਆਨਲਾਈਨ ਅਵੇਲੇਬਲ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਸਿੰਪਲ ਮੇਜਰ ਹੈ ਜੀ GST ਦਾ ਜੇ ਅੱਧਾ ਵੀ ਬਣੀਏ ਕਿ ਸਟੇਟ ਦਾ GST ਆਂਦਾ ਤੇ ਸੈਂਟਰਲ ਦਾ ਆਂਦਾ ਹੈ, ਉਹ ਤੁਹਾਨੂੰ ਹਿਸਾਬ ਲਗਾਉਣ ਦੀ ਲੋੜ ਹੀ ਨਹੀਂ ਹੈ ਜੀ। ਪੰਜਾਬ ਸਰਕਾਰ ਇੰਨਾ ਪਿੱਛੇ ਜਾ ਚੁੱਕੀ ਹੈ ਕਿ ਜਿਹੜੀਆਂ ਸਰਕਾਰਾਂ ਕੰਪਨਸੇਸ਼ਨ ਤੇ ਚੱਲਣੀਆਂ ਸ਼ੁਰੂ ਹੋ ਜਾਣ ਕਿ ਜਦ 2-2 3-3 ਮਹੀਨੇ ਲੇਟ ਹੋ ਜਾਂਦੀ ਕੰਪਨਸੇਸ਼ਨ ਤੇ ਤੁਸੀਂ ਸੋਚ ਸਕਦੇ ਹੋ ਕਿ ਰੈਵਨਿਊ ਸੋਰਸਸ ਦਾ ਕੀ ਹਾਲ ਹੋਏਗਾ। ਮੈਨੂੰ ਇਸ ਬਜਟ ਦੇ ਵਿੱਚ ਰੈਵਨਿਊ ਇਨਕਰੀਜ਼ਿੰਗ ਦਾ ਕੋਈ ਖਾਸ ਨਹੀਂ ਦਿਖਿਆ। ਸੋਰਸ ਇੱਕੋ CLU ਕਹਿ ਦੇਣ ਨਾਲ ਕਿ ਅਸੀਂ ਫ੍ਰੀ ਕਰ ਦਾਂਗੇ, ਉਹਦੇ ਨਾਲ ਕਿੰਨੀ ਮਤਲਬ ਬਿਜ਼ਨਸ ਆ ਜਾਏਗਾ ਜਾਂ ਬਿਜ਼ਨਸਮੈਨ ਕਹਿਣਗੇ ਕਿ ਅਸੀਂ ਇਹਨੂੰ ਯੂਜ਼ ਕਰ ਲਾਂਗੇ, ਮੈਨੂੰ ਤਾਂ ਕੋਈ ਖਾਸ ਨਹੀਂ ਦਿਖ ਰਿਹਾ। ਚੰਡੋਕ ਸਾਹਿਬ ਰੈਵਨਿਊ ਵਧਾਉਣ ਦੇ ਦੋ ਹੀ ਆਪਾਂ ਨੂੰ ਮੋٹے-ਮੋٹے ਜਿਹੜੇ ਸਾਧਨ ਨਜ਼ਰ ਆਉਂਦੇ ਨੇ। ਪਹਿਲਾ ਹੈ ਟੈਕਸ, ਭਾਵੇਂ ਉਹ ਡਾਇਰੈਕਟ ਹੋਵੇ ਜਾਂ ਇਨਡਾਇਰੈਕਟ ਤਰੀਕੇ ਨਾਲ ਹੋਵੇ। ਟੈਕਸ ਲਗਾਉਣ ਦੀ ਸਥਿਤੀ ਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਹੈਗੀ ਹੈ, ਨਾ ਪੰਜਾਬ ਵਾਸੀ ਝੇਲਣ ਦੀ ਸਥਿਤੀ ਦੇ ਵਿੱਚ ਹੈਗੇ ਨੇ। ਅਜਿਹੇ ਦੇ ਵਿੱਚ ਟੈਕਸ ਰਹਿਤ ਬਜਟ ਪੇਸ਼ ਕੀਤਾ, ਸਰਕਾਰ ਨੇ ਟੈਕਸ ਨਹੀਂ ਲਗਾਇਆ। ਦੂਜੇ ਪਾਸੇ ਰੈਵਨਿਊ ਜਨਰੇਟ, ਤੁਸੀਂ ਪੈਟਰੋਲ ਦੀ ਗੱਲ ਕਰਦੇ ਹੋ, ਤੁਸੀਂ ਸ਼ਰਾਬ ਦੀ ਗੱਲ ਕਰਦੇ ਹੋ, ਤੁਸੀਂ ਰੇਤਾ ਦੀ ਗੱਲ ਕਰਦੇ ਹੋ, ਇਹਨਾਂ ਤੇ ਕੋਈ ਕੰਕਰੀਟ ਚੀਜ਼ ਜਿਹੜੀ ਉਹ ਬਜਟ ਦੇ ਵਿੱਚ ਨਹੀਂ ਦਿਖਾਈ ਗਈ ਕਿ ਆਹ ਥਾਵਾਂ ਤੋਂ ਅਸੀਂ ਰੈਵਨਿਊ ਵੱਧ ਜਨਰੇਟ ਕਰਾਂਗੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਘੱਟੋ ਘੱਟ ਸਾਧਨ ਵਸੀਲੇ ਦਿਖਾਏ ਜਾਣ ਕਿ ਇੱਥੋਂ ਪੈਸਾ ਆਊਗਾ ਤੇ ਇਸ ਤਰ੍ਹਾਂ ਖੱਪਾ ਪੂਰਾ ਹੋ ਜਾਏਗਾ। ਦੇਖੋ ਜੀ, ਬਜਟ ਇੱਕ ਗਾਈਡਲਾਈਨ ਹੁੰਦਾ ਹੈ ਕਿ ਨੈਕਸਟ ਆਉਣ ਵਾਲੇ ਫਾਈਨੈਂਸ਼ੀਅਲ ਈਅਰ 'ਚ ਅਸੀਂ ਕੀ ਕਰਾਂਗੇ। ਸਾਡੇ ਸੋਰਸਸ ਆਫ ਰੈਵਨਿਊ ਇਹ ਨੇ, ਸਾਡੇ ਸੋਰਸ ਆਫ ਐਕਸਪੈਂਡੀਚਰ ਇਹ ਹੈ, ਇਹ ਡੈਫਿਸਿਟ ਅਸੀਂ ਐਕਸਪੈਕਟ ਕਰ ਰਹੇ ਹਾਂ। ਜੇ ਮੈਂ ਬਿਲਕੁਲ ਮੂਲ ਔਰ ਸਿੰਪਲ ਭਾਸ਼ਾ 'ਚ ਗੱਲ ਕਰਾਂ, ਸੇ ਜੇ ਤੁਸੀਂ 100 ਰੁਪਏ ਕਮਾ ਰਹੇ ਹੋ, ਤੁਹਾਡਾ ਐਕਸਪੈਂਸ 103 ਰੁਪਏ ਹੋ ਰਿਹਾ ਤਾਂ ਤੁਹਾਡਾ ਡੈਫਿਸਿਟ 3 ਰੁਪਏ, ਬਿਲਕੁਲ ਸਿੰਪਲ ਭਾਸ਼ਾ 'ਚ। ਇਹ ਜਿਹੜੇ 3 ਹੈ ਜੀ, ਇਹ ਤਾਂ ਕਾਗਜ਼ ਹੈ ਔਰ ਹਰ ਸਾਲ ਐਡ ਹੋਈ ਜਾਂਦਾ, ਸਾਡਾ ਬਰਡਨ ਵਧੀ ਜਾਂਦਾ ਹੈ ਡੈਟ ਦਾ। ਔਰ ਡੈਟ ਦਾ ਬਰਡਨ ਇਸ ਕਰਕੇ ਵਧ ਰਿਹਾ ਕਿ ਸਾਡੇ ਸੋਰਸ ਆਫ ਰੈਵਨਿਊ ਨਹੀਂ ਵਧ ਰਹੇ। ਜਿਵੇਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਸਟੇਟ ਗਵਰਨਮੈਂਟ ਕੋਲ ਸਾਧਨ ਜਿਹੜੇ ਹੈਗੇ ਆ, ਇੱਕ ਮਤਲਬ ਟੈਕਸਸ ਦੇ ਆ ਗਏ ਔਰ ਦੂਜੇ ਐਂਸਲਰੀ ਆ ਗਏ, ਜਿਵੇਂ CLU ਹੋ ਗਿਆ ਜਾਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਜਾਂ ਰਜਿਸਟ੍ਰੇਸ਼ਨ ਤੋਂ ਆ ਗਈ ਜਿਹੜੀ ਜ਼ਮੀਨ ਦੀ ਹੁੰਦੀ ਹੈ। ਇਹਦੇ ਇਲਾਵਾ ਸਟੇਟ ਕੋਲ ਰਿਸੋਰਸਸ ਤਾਂ ਨਹੀਂ ਹੈ, ਪਰ ਜੇ ਉਹਦੀ ਇੰਪਲੀਮੈਂਟੇਸ਼ਨ ਹੀ ਨਹੀਂ ਹੋਏਗੀ ਤਾਂ ਫਿਰ ਹੋਏਗਾ ਕਿ ਹੁਣ ਸਰਕਾਰ ਨੇ ਬੜੇ ਜਦ 2017 ਚ ਆਈ ਸੀਗੀ, ਉਹਨਾਂ ਦਾ ਮੇਨ ਇਲੈਕਸ਼ਨ ਪਲਾਨ ਕਾਂਗਰਸ ਗਵਰਨਮੈਂਟ ਹੈਡ that when they said, ਜਦ ਉਹਨਾਂ ਨੇ ਇਹ ਆਖਿਆ
ਕਿ ਅਸੀਂ ਇਹ ਕਰਜ਼ਾ ਮੁਕਤ ਕਰ ਦਾਂਗੇ। ਉਹਨਾਂ ਨੇ 2000 ਕਰੋੜ ਮੇਰੇ ਖਿਆਲ ਰੱਖਿਆ ਹੈ ਇਹਦੇ ਲਈ, ਲੋਨ ਵੇਵਰ ਲਈ। ਉਹਦੇ ਨਾਲ ਤਾਂ ਮੈਨੂੰ ਲੱਗਦਾ ਨਹੀਂ ਇੱਕ ਡਿਸਟ੍ਰਿਕਟ ਦਾ ਵੀ ਲੋਨ ਵੇਵਰ ਹੋਏਗਾ ਜੀ, ਲੈਟ ਅਲੋਨ ਕਿ ਪੂਰਾ ਸਟੇਟ ਦਾ ਹੋ ਸਕਦਾ ਹੈ। ਤੇ ਉਹ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਸਿਚੁਏਸ਼ਨ ਬਹੁਤ ਮਾੜੀ ਹੁੰਦੀ ਜਾ ਰਹੀ ਹੈ। ਤੇ ਜੇ ਸਟੇਟ ਗਵਰਨਮੈਂਟ ਇਹ ਸੋਚਦੀ ਕਿ ਸੈਂਟਰ ਹੀ ਸਾਰਾ ਕੁਝ ਕਰ ਦੇਗਾ, ਸੈਂਟਰ ਨੇ ਹੀ ਹੈਲਪ ਕਰਨੀ ਹੈ, ਸੈਂਟਰ ਨੇ ਹੀ ਸਟੇਟ ਵੇਵਰ ਕਰਨਾ ਹੈ, ਫਿਰ ਸਰਕਾਰ ਨੂੰ ਪਹਿਲਾਂ ਹੀ ਕਹਿ ਦੇਣਾ ਚਾਹੀਦਾ ਸੀ ਕਿ ਜੀ ਅਸੀਂ ਇੱਥੋਂ ਸ਼ੁਰੂ ਕਰ ਰਹੇ ਹਾਂ। ਬਿਲਕੁਲ ਠੀਕ ਹੈ। ਔਰ ਇੱਕ ਚੀਜ਼ ਤੁਸੀਂ ਦੇਖੋ ਹਰਪ੍ਰੀਤ ਜੀ, ਜਿਵੇਂ ਕਹਿੰਦੇ ਆਰਗੇਨਾਈਜੇਸ਼ਨਸ ਟਾਪ ਹੈਵੀ ਹੋ ਜਾਂਦੀਆਂ। ਟਾਪ ਹੈਵੀ ਦਾ ਮਤਲਬ ਇਹ ਹੈ ਕਿ ਜਿਹੜਾ ਵੱਡਾ ਮਹਿੰਗਾ EMPLOYE ਹੋ ਜਾਂਦਾ ਹੈ, ਉਹ ਤੁਸੀਂ ਉਹਨੂੰ ਪ੍ਰਾਈਵੇਟ ਸੈਕਟਰ ਨੂੰ ਗਵਰਨਮੈਂਟ ਸੈਕਟਰ ਲਿਆਓ, ਇਹਦਾ ਮਤਲਬ ਤਾਂ ਉਹੀ ਹੋ ਗਿਆ ਨਾ ਜੀ। 60 ਸਾਲ ਦੀ ਜਗ੍ਹਾ 58 ਕਰਦੇ, ਇਹਦਾ ਮਤਲਬ ਟਾਪ ਹੈਵੀ ਹੋ ਗਿਆ, ਉਹ ਉਹਨਾਂ ਨੂੰ ਅਫੋਰਡ ਨਹੀਂ ਕਰ ਪਾ ਰਹੇ। ਮਤਲਬ ਮਜ਼ਾਕ ਹੀ ਹੋ ਗਿਆ, ਕਦੀ 58 ਤੋਂ 60 ਲੈ ਜਾਓ, 60 ਤੋਂ 58 ਲੈ ਜਾਓ। ਇਹ ਗੱਲ ਕੋਈ ਬੰਦਾ, ਹਰ ਬੰਦਾ ਆਪਣੀ ਜ਼ਿੰਦਗੀ ਦੀ ਪਲੈਨਿੰਗ ਕਰਦਾ ਹੈ, ਉਹਨਾਂ ਨੇ ਬੱਚੇ ਵਿਆਹਣੇ, 1000 ਚੀਜ਼ਾਂ ਕਰਨੀਆਂ। ਉਹ ਮਤਲਬ ਇਨਸਾਨ ਨੂੰ ਵੀ ਤਾਂ ਤੁਸੀਂ ਦੇਖੋ ਨਾ ਕਿ ਅਸੀਂ ਮਖੌਲ ਹੀ ਬਣਾਤਾ, ਕਦੀ ਚੇਂਜ ਕਰ ਲਈ, ਕਦੀ ਥੱਲੇ। ਕੱਲ ਸਰਕਾਰ ਨੂੰ ਲੱਗੇਗਾ ਇਲੈਕਸ਼ਨ ਟਾਈਮ ਆ ਗਿਆ, ਫਿਰ 60 ਤੇ ਲੈ ਜਾਣਗੇ, ਕੀ ਪਤਾ 62 ਤੇ ਲੈ ਜਾਣ। ਤੇ ਉਹ ਫਿਰ ਉਹਨੂੰ ਆਪਣਾ ਇਹ ਫਿਊਚਰ ਹੀ ਨਹੀਂ ਪਤਾ ਕਿ ਉਹ ਸਾਲ 'ਚ ਰਿਟਾਇਰ ਹੋਣ ਵਾਲਾ ਹੈ ਜਾਂ 2 ਸਾਲਾਂ 'ਚ ਰਿਟਾਇਰ ਹੋਣਾ। ਮੈਂ ਇੱਕ ਗੱਲ ਕਹਿ ਕੇ ਛੱਡਦਾ, ਤੁਸੀਂ ਇਹ ਦੇਖੋ ਫॉर एग्जांपल 10 EMPLOYE ਮਹਿੰਗੇ ਨੇ, ਇੱਕ ਐਗਜ਼ਾਮਪਲ ਹੈ, ਉਹ 2 ਲੱਖ ਰੁਪਏ ਲੈਂਦੇ ਆ, ਉਹ 24 ਲੱਖ ਰੁਪਏ ਤੁਹਾਡਾ ਜਾ ਰਿਹਾ। ਤੁਸੀਂ ਉਹ ਕਹਿੰਦੇ ਹੋ ਜੀ ਮੈਂ 1.25 ਲੱਖ ਜਾਂ 1.5 ਲੱਖ ਤੇ ਲਿਆਵਾਂਗਾ। ਤੁਸੀਂ ਕਹਿੰਦੇ ਹੋ ਕਿ ਉਹਦੇ ਨਾਲ ਅਸੀਂ ਰੈਵਨਿਊ ਜਿਹੜਾ ਬਚੇਗਾ, ਜੌਬਸ ਕ੍ਰੀਏਟ ਕਰਾਂਗੇ। ਜੌਬਸ ਕ੍ਰੀਏਟ ਹੋ ਤਾਂ ਜਾਣਗੀ, ਭਰੇਗਾ ਕੌਣ? ਕੋਈ ਇੰਪਲੋਏਬਲ ਬੱਚਾ ਤੇ ਹੋਣਾ ਚਾਹੀਦਾ ਹੈ। ਸਟੇਟ ਦਾ ਹਾਲ ਤੁਸੀਂ ਦੇਖੋ ਕੀ ਹੈਗਾ। ਠੀਕ ਹੈ ਕੰਬੋਜ ਸਾਹਿਬ, ਕੁਝ ਚੀਜ਼ਾਂ ਨੂੰ ਆਪਾਂ ਅੱਖੋਂ ਪਰੋਖੇ ਕਰ ਨਹੀਂ ਸਕਦੇ ਜਿਹੜੀਆਂ ਬਜਟ ਦੇ ਵਿੱਚ ਇਹਨਾਂ ਨੇ ਰੱਖੀਆਂ ਨੇ। ਹੁਣ ਮੰਡੀ ਫੀਸ ਦੀ ਗੱਲ ਹੈ, 4% ਤੋਂ ਘਟਾ ਕੇ ਸਿੱਧਾ 1% ਕਰ ਦਿੱਤੀ ਇਹਨਾਂ ਨੇ। ਕਰਮਚਾਰੀਆਂ ਲਈ 6% ਦਾ DA ਦੀ ਕਿਸ਼ਤ ਇਹਨਾਂ ਨੇ ਜਾਰੀ ਕਰਨ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸਿੱਖਿਆ ਲਈ 13,092 ਕਰੋੜ ਰੁਪਈਆ ਰੱਖਿਆ, ਸਿਹਤ ਲਈ 4,625 ਕਰੋੜ ਰੁਪਈਆ ਰੱਖਿਆ। ਇਹ ਜਿਹੜੀਆਂ ਤਜਵੀਜ਼ਾਂ ਨੇ, ਕਿਉਂਕਿ ਕਿਸੇ ਵੀ ਸੂਬੇ ਦੀ ਸਭ ਤੋਂ ਵੱਡੀ ਡਿਮਾਂਡ ਕੀ ਹੁੰਦੀ ਹੈ? ਐਜੂਕੇਸ਼ਨ, ਸਿਹਤ। 2 ਚੀਜ਼ਾਂ ਮੋਟੀਆਂ ਨੇ। ਸਾਡਾ ਕਿਸਾਨੀ ਨਾਲ ਸੰਬੰਧਿਤ ਸਿੱਧਾ ਹੈਗਾ, ਕਿਸਾਨਾਂ ਲਈ ਵੀ ਇਹਨਾਂ ਨੇ ਪੈਸਾ ਰੱਖਿਆ। ਇਹਦੇ ਬਾਵਜੂਦ ਵੀ ਅਸੀਂ ਕਹੀ ਜਾਂਦੇ ਕਿ ਬਜਟ ਦੇ ਵਿੱਚ ਹੈ ਹੀ ਨਹੀਂ। ਤੁਸੀਂ ਪਹਿਲਾਂ ਮੰਡੀ ਫੀਸ ਦੀ ਗੱਲ ਬੜਾ ਰੌਲਾ ਪਿਆ ਸੀ ਨਾ ਕਿ ਬੜੀ ਵੱਡੀ ਮੰਡੀ ਫੀਸ ਹੈ, 4 ਤੋਂ ਘਟਾ ਕੇ ਸਿੱਧਾ 1% ਕਰ ਦਿੱਤੀ। ਦੇਖੋ ਪਹਿਲੀ ਗੱਲ ਆਪਾਂ ਤੁਸੀਂ ਐਗਰੀਕਲਚਰ ਦੀ ਕੀਤੀ ਹੈ। ਜਿਹੜੀ ਪੰਜਾਬ ਦੀ ਪੋਪੂਲੇਸ਼ਨ ਹੈ ਉਹ 50% ਤੋਂ ਜ਼ਿਆਦਾ ਐਗਰੀਕਲਚਰ ਤੇ ਡਿਪੈਂਡੈਂਟ ਹੈਗੀ। ਤੁਸੀਂ ਰੱਖਿਆ ਹੈਗਾ ਉਹਦੇ ਵਾਸਤੇ 12,526 ਕਰੋੜ, ਜਿਹੜਾ ਕਿ 8% ਬਣਦਾ ਹੈ। ਔਰ ਲੇਕਿਨ ਹਕੀਕਤ 'ਚ ਕੀ ਹੈ ਕਿ 9500 ਕਰੋੜ ਰੁਪਏ ਤੁਸੀਂ ਸਬਸਿਡੀ 'ਚ ਦੇ ਰਹੇ ਹੋ। ਇਹਦਾ ਮਤਲਬ ਤੁਸੀਂ 3000 ਕਰੋੜ ਰੁਪਇਆ ਜਿਹੜਾ ਹੈਗਾ ਉਹ ਐਗਰੀਕਲਚਰ ਦੀ ਡਿਵੈਲਪਮੈਂਟ ਵਾਸਤੇ ਰੱਖਿਆ ਹੈ। ਦੈਟ ਮੀਨਸ ਖਾਲੀ 2% ਤੁਹਾਡਾ ਬਣਦਾ ਹੈ 1,54,000 ਕਰੋੜ ਦਾ। ਤੇ 50% ਦੀ ਪੋਪੂਲੇਸ਼ਨ ਲਈ ਜੇ ਤੁਸੀਂ ਖਾਲੀ 2% ਰੱਖਦੇ ਹੋ ਆਪਣੇ ਬਜਟ ਦਾ, ਤਾਂ ਉਸ ਐਗਰੀਕਲਚਰ ਦਾ ਕੀ ਹਾਲ ਹੋਣਾ? ਤੁਸੀਂ ਇਹਨਾਂ ਲੋਕਾਂ ਨੇ ਤਾਂ ਜਿਹੜੇ ਹੜ੍ਹ ਦੇ ਪੈਸੇ ਸੈਂਟਰ ਤੋਂ ਆਏ ਹੋਏ ਸੀ ਉਹ ਇਹਨਾਂ ਨੇ ਮੁਆਵਜ਼ਾ ਨਹੀਂ ਦਿੱਤਾ। ਇਹਨਾਂ ਨੇ ਲੋਕਾਂ ਨੂੰ ਕਿਹਾ ਤੁਸੀਂ ਹੈਪੀ ਸੀਡਰ ਖਰੀਦ ਲਓ, ਸਬਸਿਡੀ ਦੇ ਦਾਂਗੇ। ਉਹ ਘਰ ਘਰ ਉਹ ਦਫ਼ਤਰ ਭਟਕਦੇ ਫਿਰਦੇ ਨੇ, ਉਹਨਾਂ ਨੂੰ ਹਾਲੇ ਹੈਪੀ ਸੀਡਰ ਸਬਸਿਡੀ ਨਹੀਂ ਦਿੱਤੀ ਮਿਲੀ। ਝੂਠ ਨਾ ਬੋਲੋ ਕੰਬੋਜ ਸਾਹਿਬ, ਝੂਠ ਨਾ ਬੋਲੋ। ਸਹਿ ਸਾਹਿਬ ਤੁਹਾਡਾ ਬੜਾ ਮਾੜੀ ਆਦਤ ਹੈ, ਗਲਤ ਬੋਲ ਰਹੇ ਹੋ। ਤੁਸੀਂ ਮਾੜੀ ਆਦਤ ਹੈ ਤੁਹਾਡੀ। ਸੌਰੀ ਫॉर ਇੰਟਰਪਸ਼ਨ। ਡੋਂਟ ਇੰਟਰਪਟ। ਡੋਂਟ ਵੱਧ ਮਸ਼ੀਨਾਂ ਅਸੀਂ ਦੇ ਚੁੱਕੇ ਹਾਂ ਸਬਸਿਡੀ ਤੇ, ਤੁਸੀਂ ਫੇਰ ਇੱਕ ਮਿੰਟ ਮੇਰੀ ਗੱਲ, ਮੈਂ ਨਹੀਂ ਕਿਹਾ ਹਰ ਗੱਲ ਤੇ ਤੁਸੀਂ ਕਰ ਰਹੇ ਹੋ। ਸਹਿ ਸਾਹਿਬ ਮੇਰੀ ਗੱਲ ਸੁਣੋ, ਇੱਕ ਸੈਕਿੰਡ। 10 ਸਾਲ ਦੇ ਬਜਟ ਦਾ ਇੱਕ ਬਜਟ ਦਿਖਾ ਦਿਓ ਜਿਹਦੇ ਵਿੱਚ ਤੁਸੀਂ ਇਹਨਾਂ ਨੂੰ ਹਮੇਸ਼ਾ ਇਹੀ ਕਰਦੇ ਨੇ। ਮੇਰੇ ਕੋਲ ਬਣਾ ਦਿੰਦੇ। ਮੈਂ ਤੁਹਾਨੂੰ ਕਿਹਾ ਹੈਪੀ ਸੀਡਰ ਦਿੱਤੇ, ਲੇਕਿਨ ਉਹਦੀ ਸਬਸਿਡੀ ਨਹੀਂ ਦਿੱਤੀ। ਸਬਸਿਡੀ ਨਹੀਂ ਦਿੱਤੀ। ਮੈਂ ਇੱਕ ਐਨੀਵੇ ਸਭ ਜਵਾਬ ਤੁਸੀਂ ਦੇ ਦਿਓ, ਆਪਾਂ ਕਿਸਾਨ ਭਾਈਚਾਰੇ ਤੋਂ ਵੀ ਜਵਾਬ ਲੈ ਲਾਂਗੇ। ਇੱਕ ਮਿੰਟ ਠਹਿਰੋ। ਹਾਂਜੀ, ਤੁਸੀਂ ਗੱਲ ਕੀਤੀ ਜੀ ਐਜੂਕੇਸ਼ਨ ਦੀ, ਹੈਲਥ ਦੀ। ਹੈਲਥ ਲਈ ਤੁਸੀਂ ਐਜੂਕੇਸ਼ਨ ਲਈ 8% ਰੱਖਿਆ ਹੈਗਾ। ਜੇ ਤੁਹਾਡਾ ਹੋਵੇ ਕੁਝ ਏਮ ਕਿ ਐਜੂਕੇਸ਼ਨ ਨੂੰ ਠੀਕ ਕਰਨਾ ਹੈ, ਤੁਸੀਂ ਕਹਿੰਦੇ ਹੋ ਜੀ ਅਸੀਂ ਯੂਨੀਵਰਸਿਟੀਆਂ ਖੋਲ ਰਹੇ ਹਾਂ ਜੀ, ਲਾ ਕਾਲਜ ਖੋਲ ਰਹੇ ਹਾਂ ਜੀ, ਫਲਾਨਾ। ਇਹ ਤਾਂ ਉਹ ਲੋਕ ਸਰਕਾਰ ਹੈ ਜਿਨ੍ਹਾਂ ਨੇ ਆਉਂਦੇ ਸਾਰ 800 ਸਕੂਲ ਬੰਦ ਕਰ ਦਿੱਤੇ। ਤੁਸੀਂ ਹੋਰ ਕਹਿੰਦੇ ਹੋ ਖੋਲਣੇ, ਉਹ ਤਾਂ ਕਿਤਾਬਾਂ 'ਚ ਹੀ ਰਹਿ ਸਕੂਲ ਬੰਦ ਜਿਹੜੇ ਸ਼ੁਰੂ ਤੁਸੀਂ ਕੀਤੇ ਸੀਗੇ, ਰੈਸ਼ਨਲ ਤੁਸੀਂ ਸ਼ੁਰੂ ਕੀਤੀ ਸੀਗੀ, ਤੇ ਉਹਦੇ ਕਾਰਨ ਤੁਹਾਨੂੰ ਪਤਾ ਕਿਉਂ ਤੁਸੀਂ ਫਿਰ ਹਰਪ੍ਰੀਤ ਜੀ ਇਹਨਾਂ ਨੂੰ ਕਹੋ, ਚਲੋ ਹਰਪ੍ਰੀਤ ਜੀ ਇਹਨਾਂ ਨੂੰ ਮੈਂ ਬੇਨਤੀ ਕਰਦਾ ਵਿੱਚ ਨਾ ਬੋਲੋ। ਤੁਸੀਂ ਜਿਹੜੀ ਇਹਨਾਂ ਨੇ ਇੱਕ ਗੱਲ ਕੀਤੀ ਜੀ ਕਿ ਕੈਪੀਟਲ ਇਨਕਮ, ਇਹਨਾਂ ਨੂੰ ਸ਼ਰਮ ਵੀ ਨਹੀਂ ਆਈ ਕਿ ਇਸ ਵੇਲੇ ਪੰਜਾਬ ਦਾ ਜਿਹੜੀ ਕੈਪੀਟਲ ਪਰ ਕੈਪੀਟਾ ਇਨਕਮ ਹੈ ਉਹ 17ਵੇਂ ਨੰਬਰ ਤੇ ਹੈ। ਇਹ ਕਹਿੰਦੇ ਜੀ ਕਿ ਤੁਸੀਂ ਦੁਆਵਾਂ ਕਰੋ ਮੈਂ 1 ਨੰਬਰ ਤੇ ਲੈ ਆਵਾਂ। ਉਹ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਕਰਨ ਨੂੰ ਤਿਆਰ ਹਾਂ, ਪਰ ਤੁਸੀਂ ਤਾਂ ਦੱਸੋ ਕਿ 17ਵੇਂ ਤੇ ਪੋਜੀਸ਼ਨ ਤੇ ਆ ਗਏ ਹੋ। ਹਰਿਆਣਾ 5ਵੇਂ ਨੰਬਰ ਤੇ ਹੈ, ਹਿਮਾਚਲ ਪ੍ਰਦੇਸ਼ 13ਵੇਂ ਨੰਬਰ ਤੇ ਹੈ, ਤੁਸੀਂ 17ਵੇਂ ਨੰਬਰ ਤੇ ਹੋ। ਤੁਸੀਂ ਆਪਣੇ ਬਜਟ 'ਚ ਕੀ ਰੱਖਿਆ ਹੈ ਕਿ ਤੁਸੀਂ ਪਰ ਕੈਪੀਟਾ ਇਨਕਮ ਨੂੰ 17ਵੇਂ ਨੰਬਰ ਤੋਂ ਲੈ ਕੇ 1 ਨੰਬਰ ਤੇ ਲੈ ਜਾਓਗੇ? ਠੀਕ ਹੈ, ਹੁਣ ਇਹ ਜਿਹੜੀ ਗੱਲ ਜੀ ਨੇ ਇਹਨਾਂ ਨੇ ਤੁਸੀਂ ਖਰਚੇ ਦਾ
ਜਿਹੜਾ ਆਮਦਨੀ ਖਰਚਾ ਬਰਾਬਰ ਹੋ ਗਿਆ ਜਿਹੜੇ ਕਹਿ ਰਹੇ ਨੇ ਉਹਦੇ ਚ ਇਹਨਾਂ ਨੇ ਜਿਹੜਾ ਲੋਨ ਦੀ ਕਿਸ਼ਤ ਹੈਗਾ ਉਹ ਸ਼ਾਮਲ ਨਹੀਂ ਕੀਤੀ। ਠੀਕ ਹੈ ਸੈਦ ਸਾਹਿਬ, ਇੱਕ ਮੋਟੀ ਜੀ ਜਿਹੜੀ ਗੱਲ ਹੈਗੀ, ਸਾਰੇ ਜਿਹੜੇ ਸਵਾਲ ਪੁੱਛਦੇ ਨੇ ਕਿ ਆਮਦਨ ਵਧਾਉਣ ਦੇ ਵਸੀਲੇ ਕਿਹੜੇ ਨੇ, ਨਵੀਂ ਜਨਰੇਸ਼ਨ ਪੈਸਾ ਆਏਗਾ ਕਿੱਥੋਂ, ਉਹ ਤਾਂ ਘੱਟੋ ਘੱਟ ਸਾਫ਼ ਕਰੀਏ। ਅਸੀਂ ਉਦੋਂ ਬੜਾ ਦਾਅਵਾ ਕੀਤਾ ਸੀ ਕਿ ਮਾਈਨਿੰਗ ਦੇ ਵਿੱਚ ਅਸੀਂ ਮਾਲਾ ਮਾਲ ਕਰ ਦਾਂਗੇ, ਅਸੀਂ ਬੜਾ ਦਾਅਵਾ ਕੀਤਾ ਸੀਗਾ ਕਿ ਅਸੀਂ ਸ਼ਰਾਬ ਤੋਂ ਪੈਸਾ ਕਮਾਵਾਂਗੇ, ਉਹ ਸਾਰੀਆਂ ਚੀਜ਼ਾਂ ਉੱਥੇ ਦੀਆਂ ਉੱਥੇ ਹੀ ਨੇ, ਕੋਈ ਮਾਲੀਆ ਵਧਿਆ ਨਹੀਂ। ਫਿਰ ਉਹ ਮਾਲੀਆ ਵਧੇਗਾ ਕਿਵੇਂ? ਅਸੀਂ ਸੂਬੇ ਨੂੰ ਤਰੱਕੀ ਤਾਂ ਲੈ ਕੇ ਜਾਵਾਂਗੇ, ਉਹ ਤਾਂ ਹੀ ਲੈ ਕੇ ਜਾਵਾਂਗੇ ਕਿ ਸਾਡੇ ਕੋਲ ਮਾਲੀਆ ਹੋਏਗਾ। ਅਸੀਂ ਪ੍ਰੋਵੀਜ਼ਨ 'ਚ ਬੜੀਆਂ ਚੀਜ਼ਾਂ ਦੀ ਰੱਖ ਦਿੱਤੀ, ਪਰ ਉਹ ਆਏਗਾ ਕਿੱਥੋਂ? ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈਗੀ ਕਿ ਪੰਜਾਬ ਦੇ ਲੋਕਾਂ ਤੇ ਅਸੀਂ ਨਵਾਂ ਟੈਕਸ ਲਾ ਕੇ ਕੋਈ ਬੋਝ ਨਹੀਂ ਪਾ ਸਕਦੇ। ਇਸੇ ਕਰਕੇ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ, ਕਿਉਂਕਿ ਪੰਜਾਬ ਦੀ ਜਿਹੜੀ ਮਾਲੀ ਹਾਲਤ ਹੈਗੀ, ਲੋਕਾਂ ਦੀ ਮਾਲੀ ਹਾਲਤ ਵੀ ਤੇ ਸਰਕਾਰ ਦੀ ਪਹਿਲਾਂ ਹੀ ਮਾੜੀ ਹੈਗੀ ਹੈ। ਜੋ ਸਾਡੇ ਕੋਲ ਅਵੇਲੇਬਲ ਰੈਵਨਿਊਜ਼ ਨੇ, ਜਿਵੇਂ ਨੇ ਗੱਲ ਕੀਤੀ ਹੈ ਕਿ ਕੇਂਦਰ ਕਰੀ ਜਾਂਦੇ ਆ, ਅਸੀਂ ਤਾਂ ਕਰ ਰਹੇ ਹਾਂ। ਅਸੀਂ 10,500 ਕਰੋੜ ਹੁਣ ਤੱਕ ਜਿਹੜਾ ਅਕਾਲੀ ਦਲ ਨੇ ਸਾਡੇ ਤੇ 31,000 ਕਰੋੜ ਰੁਪਇਆ ਪਾ ਕੇ ਗਏ ਸੀ ਚੋਣਾਂ ਦੇ ਵੋਟਾਂ ਦੀ ਗਿਣਤੀ ਦੇ ਇੱਕ ਦਿਨ ਪਹਿਲਾਂ, ਉਹਦਾ ਅਸੀਂ ਦੇ ਚੁੱਕੇ ਹਾਂ। 10,500 ਕਰੋੜ ਦੇ ਵਿੱਚ ਕਿੰਨੀ ਡਿਵੈਲਪਮੈਂਟ ਹੁੰਦੀ ਹੈ, ਇਹ ਮਨਪ੍ਰੀਤ ਬਾਦਲ ਉੱਥੇ ਗਣਵਾਇਆ ਕਿ ਹੋ ਸਕਦਾ ਹੈ। ਅਕਾਲੀ ਦਲ ਬੈਠਾ ਗੱਲਾਂ ਮਾਰੀ ਜਾਂਦਾ। ਤਿੰਨਾਂ ਸਾਲਾਂ ਵਿੱਚ ਨਾ ਬੋਲੋ, ਹੁਣ ਤੁਸੀਂ ਕਿਉਂ ਬੋਲਦੇ ਹੋ? ਉਸ ਤੋਂ ਬਾਅਦ ਜਿਹੜੀ ਗੱਲ ਕਰ ਰਹੇ ਮਨਪ੍ਰੀਤ ਜੀ ਸਰਪਲਸ ਦੀ, ਉਹਨਾਂ ਨੇ ਪ੍ਰਾਇਮਰੀ ਸਰਪਲਸ ਦੀ ਗੱਲ ਕੀਤੀ ਹੈ ਕਿ ਅਸੀਂ ਆਪਣਾ ਐਕਸਪੈਂਡੀਚਰ ਜਿਹੜਾ ਹੈਗਾ, ਜਿਹੜਾ ਫਾਲਤੂ ਐਕਸਪੈਂਡਰ ਰੋਕ ਕੇ ਅਸੀਂ ਜਿਹੜੀ ਸਾਡੀ ਇਨਕਮ ਹੈਗੀ ਹੈ, ਰੈਵਨਿਊ ਜਿਹੜਾ ਹੈਗਾ, ਰੈਵਨਿਊ ਤੇ ਐਕਸਪੈਂਡੀਚਰ ਦਾ ਜੋ ਡੈਟ ਤੋਂ ਇੰਟਰਸਟ ਘਟਾ ਕੇ, ਸ਼ਾਇਦ ਚਲੋ ਸਾਨੂੰ ਪਤਾ ਹੋਏਗਾ ਕਿ ਪ੍ਰਾਇਮਰੀ ਸਰਪਲਸ ਕੀ ਹੁੰਦਾ ਹੈ। ਉਹ ਕਿਹਾ ਕਿ ਅਸੀਂ ਪ੍ਰਾਇਮਰੀ ਸਰਪਲਸ ਜਿਹੜਾ ਹੈਗਾ ਉਹ ਸਰਪਲਸ ਉਸ ਪੋਜੀਸ਼ਨ 'ਚ ਆ ਗਏ ਹਾਂ। ਅਸੀਂ ਜਿੰਨਾ ਸਾਡਾ ਰੈਵਨਿਊ ਸੀਟਸ ਹੈਗੀ ਹੈ ਤੇ ਐਕਸਪੈਂਡੀਚਰ ਹੈ, ਉਦੋਂ ਸਾਰੀਆਂ ਗੱਲਾਂ ਅਸੀਂ ਸਾਰੇ ਪ੍ਰੋਵੀਜ਼ਨ ਦੇ ਕੇ, ਤਨਖਾਹਾਂ ਦੇ ਕੇ, ਪੈਨਸ਼ਨਾਂ ਦੇ ਕੇ, ਜਿਹੜੇ ਸਾਡੇ ਕਮਿਟਡ ਜਿਹੜੇ ਖਰਚੇ ਨੇ ਡੈਟ ਦੇ ਖਰਚਾ ਮੋੜ ਕੇ ਸਬਸਿਡੀ ਕਰਕੇ ਅਸੀਂ ਇਸ ਵਾਰ ਡਿਵੈਲਪਮੈਂਟ ਵਾਸਤੇ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਉਹ 10,000 ਕਰੋੜ ਤੋਂ ਵੱਧ ਬਚਾਇਆ, ਤਾਂ ਕਿ ਲੋਕ, ਤਾਂ ਹੀ ਅਸੀਂ ਐਮਐਲਏ ਨੂੰ ਕਹਿ ਰਹੇ ਹਾਂ ਕਿ ਆਪਦੇ ਹਲਕਿਆਂ ਦੇ ਵਿੱਚ ਲਿਸਟਾਂ ਬਣਾਓ, ਪ੍ਰੋਜੈਕਟ ਦੱਸੋ ਕਿਹੜੇ ਨੇ ਕਿ ਤੁਸੀਂ, ਮੈਂ ਖਰਚਾ ਦਵਾਂਗਾ, ਮਨਪ੍ਰੀਤ ਬਾਦਲ ਕਿਹਾ ਦਵਾਂਗਾ ਮੈਂ ਪ੍ਰੋਜੈਕਟ ਦੱਸੋ ਹਰ ਇੱਕ ਹਲਕੇ ਦੇ ਵਿੱਚ, ਚਾਹੇ ਉਹ ਅਕਾਲੀ ਦਲ ਪਾਰਟੀ ਨਾਲ ਬਿਲੋਂਗ ਕਰਦੇ ਨੇ, ਚਾਹੇ ਆਮ ਆਦਮੀ ਪਾਰਟੀ ਨਾਲ ਬਿਲੋਂਗ ਕਰਦੇ ਨੇ, ਚਾਹੇ ਕਾਂਗਰਸ ਨਾਲ ਬਿਲੋਂਗ ਕਰਦੇ ਨੇ, ਡਿਵੈਲਪਮੈਂਟ ਵਾਸਤੇ ਪਹਿਲੀ ਵਾਰ ਇਹ ਹੋਇਆ ਕਿ 3 ਸਾਲਾਂ ਦੇ ਵਿੱਚ ਬੈਲੈਂਸ ਕਰਕੇ ਅਸੀਂ ਕਰ ਰਹੇ ਹਾਂ। ਛੋਟਾ ਜਿਹਾ ਸਵਾਲ ਹੈ, ਇੱਕ ਮਿੰਟ ਚੀਜ਼ਾਂ ਇੱਕ ਮਿੰਟ ਜੀ, ਸਿਰਫ ਸਾਹਿਬ ਨੇ ਗੱਲ ਕਿਹਾ ਸਿਰਫ ਸਰਕਾਰ ਚਲਾਣਾ, ਸਿਰਫ ਸਰਕਾਰ ਚਲਾਣਾ ਹੀ ਸਭ ਕੁਝ ਨਹੀਂ ਹੁੰਦਾ। ਡਿਵੈਲਪਮੈਂਟ ਦੀ ਗੱਲ, ਜਿਹੜੇ ਲੋਕ ਪੱਖੀ ਫੈਸਲਿਆਂ ਦੀ ਗੱਲ ਹੈ, ਅਸੀਂ ਉਹਨਾਂ ਨੂੰ ਅੱਖੋਂ ਪਰੋਖੇ ਕਿਵੇਂ ਕਰ ਸਕਦੇ ਹਾਂ? ਉਹ ਜਿਹੜੇ ਵਾਅਦੇ ਜਿਹੜੀ ਤੁਹਾਡੀ ਸਰਕਾਰ ਨੇ ਕੀਤੇ ਸੀਗੇ, ਤੁਸੀਂ ਹੁਣ ਉਹ ਕਹਿ ਰਹੇ ਹੋ ਕਿ ਅਸੀਂ ਵਾਅਦੇ ਪੂਰੇ ਨਹੀਂ ਕਰ ਸਕਦੇ, ਉਹਨੂੰ ਹਟਾ ਕੇ ਤੁਸੀਂ ਕਹਿ ਰਹੇ ਹੋ ਕਿ ਬਾਕੀ ਇਹ ਲੋਕ ਪੱਖੀ ਫੈਸਲਾ ਨਹੀਂ ਹੈਗਾ ਕਿ ਸਾਰੇ ਵਿਦਿਆਰਥੀਆਂ ਨੂੰ 12ਵੀਂ ਤੱਕ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ। ਕੀ ਇਹ ਲੋਕ ਪੱਖੀ ਫੈਸਲਾ ਹੈ 13,092 ਕਰੋੜ PhD ਲਾਇਆ ਜਾਵੇ, PhD ਤੱਕ ਹੈਲਥ ਤੇ ਤੁਸੀਂ ਗੱਲ ਕੀਤੀ। ਇਹ ਮੈਨੂੰ ਗੱਲ ਪੂਰੀ ਗੱਲ ਮੈਨੂੰ ਹੁਣ ਮੈਨੂੰ ਸਵਾਲ, ਜੇ ਤੁਸੀਂ ਹੁਣ ਸ਼ੁਰੂ ਕੀਤਾ ਫਿਰ ਹੁਣ ਬਾਅਦ ਚ ਮੈਨੂੰ ਪੁੱਛ ਲਓ, ਤੁਸੀਂ ਫੈਕਟ ਤੇ ਆ ਜਾਓ। ਤੁਸੀਂ 100 ਕਰੋੜ ਰੁਪਈਆ ਮੋਬਾਈਲ ਫੋਨਾਂ ਦਾ ਰੱਖਿਆ, ਇਹ 100 ਕਰੋੜ ਰੁਪਈਆ ਇਹ ਪਿਛਲੇ ਬਜਟ ਦਾ, ਇਹ ਪਿਛਲੇ ਬਜਟ ਕੀ ਤੁਸੀਂ ਮੈਨੂੰ ਦੱਸੋ? ਪਿਛਲੀ ਵਾਰ ਕਿਹਾ ਸੀ PhD ਤੱਕ ਫ੍ਰੀ ਐਜੂਕੇਸ਼ਨ, ਤੁਸੀਂ ਕੱਢ ਕੇ 12ਵੀਂ ਤੱਕ ਫ੍ਰੀ ਐਜੂਕੇਸ਼ਨ। ਸਰਕਾਰ ਕੋਲ ਜਿੰਨਾ ਪੈਸਾ ਹੈ, ਦੇਖੋ ਮੇਰੀ ਹੁਣ ਗੱਲ ਜੀ, ਸਰਕਾਰ ਕੋਲ ਜਿੰਨਾ ਪੈਸਾ ਹੈ ਇਹ ਲੋਕਾਂ ਦਾ ਪੈਸਾ ਹੈ। ਸਰਕਾਰ ਨੇ ਉਹ ਪੈਸਾ ਕਿਵੇਂ ਖਰਚਣਾ, ਇਸ ਹਿਸਾਬ ਨਾਲ ਮਨਪ੍ਰੀਤ ਨੇ ਬਾਦਲ ਨੇ ਕੀਤਾ ਕਿ ਹਰ ਵਰਗ ਨੂੰ ਮਿਲੇ, ਪੈਸਾ ਮਿਲੇ, ਹਰ ਵਰਗ ਦੀ ਜਿਹੜੀ ਹੈਗੀ ਹੈ ਉਹ ਧਿਆਨ ਵਿੱਚ ਰੱਖ ਕੇ ਉਹਨਾਂ ਤੱਕ ਜਿਹੜੀ ਸਹੂਲਤਾਂ ਜਾਣ। ਐਜੂਕੇਸ਼ਨ ਜਿਹੜੀ ਹੈਗੀ ਫ੍ਰੀ ਕਰਨੀ, ਉਹਦੇ ਵਾਸਤੇ ਪ੍ਰਾਇਮਰੀ ਸਕੂਲਾਂ ਵਾਸਤੇ ਟਰਾਂਸਪੋਰਟ ਫ੍ਰੀ ਕਰਨੀ, ਉਹ ਲੋਕਾਂ ਦਾ ਫਾਇਦਾ ਨਹੀਂਗਾ। ਹੈਲਥ ਵਾਸਤੇ ਨਵੇਂ ਕਾਲਜ ਬਣਾਉਣੇ, ਮੈਡੀਕਲ ਕਾਲਜ ਬਣਾਉਣੇ, ਉਹ ਲੋਕਾਂ ਦਾ ਫਾਇਦਾ ਨਹੀਂਗਾ ਜੀ। ਚਲੋ ਲੋਕਾਂ ਦਾ ਅਕਾਲੀ ਦਲ ਐਜੂਕੇਸ਼ਨ ਕਰਦੇ ਨਾ, ਇੱਕ ਮਿੰਟ ਜਵਾਬ ਹੋ ਜਾਣ ਦਿਓ। ਪੰਜਾਬ ਦੇ ਦਲਿਤ ਭਾਈਚਾਰੇ ਦਾ ਕੀ ਹਾਲ ਹੋ ਰਿਹਾ ਹੈ, ਕਿਉਂਕਿ ਇਸੇ ਕਰਕੇ ਦਾ ਕੀ ਹਾਲ ਹੋ ਰਿਹਾ ਹੈ, ਅਕਾਲੀ ਦਲ ਨਹੀਂ ਚਾਹੁੰਦਾ ਨਹੀਂ ਪਿਆ ਕਿ ਅਕਾਲੀ ਦਲ ਨਹੀਂ ਚਾਹੁੰਦਾ ਕਿ ਮਜ਼ਦੂਰ ਨੂੰ ਮੇਰੇ ਸਾਰਿਆਂ ਟਾਈਮ ਅਕਾਲੀ ਦਲ ਦੀ ਗੱਲ ਮੈਂ ਟਾਈਮ ਹੈਗਾ ਮੇਰੇ ਕੋਲ, ਮੈਂ ਟਾਈਮ ਬਤਾ ਦਾਂਗਾ। ਇੱਕ ਮੈਂ ਜਵਾਬ ਦੇਣਾ ਜੀ। ਇਹਨਾਂ ਨੇ ਚੰਡੋਕ ਸਾਹਿਬ ਨੇ ਕਿਹਾ ਕਿ ਕੰਪਨਸੇਸ਼ਨ ਤੇ ਸਰਕਾਰ ਨਹੀਂ ਜਿੱਤ ਸਕਦੀ, GST ਕੰਪਨਸੇਸ਼ਨ ਤੇ। ਸਾਡਾ ਇਹ ਸੰਵਿਧਾਨ ਦੀ ਪ੍ਰੋਵੀਜ਼ਨ ਹੈ ਜੋ GST ਲਾਇਆ ਗਿਆ ਕਿ ਪੂਰੇ ਸਟੇਟਸ ਦਾ ਹੱਕ ਵਾ, ਇਹ ਹੱਕ ਕਿ 14% ਨਾਲ ਇਨਕਰੀਜ਼ ਕਰਕੇ ਮਿਲੇਗਾ। ਜੇ 3 ਵਾਰ ਇਸੇ ਲੇਟ ਕੀਤਾ GST ਨੇ, ਇਹ ਸਾਡਾ ਆਪਣਾ ਪੈਸਾ ਹੈ। ਬਿਲਕੁਲ ਠੀਕ ਹੈ। ਸੈਂਟਰ ਸਰਕਾਰ ਸਾਡੇ ਤੇ ਕੋਈ ਆਸਾਨ ਨਹੀਂ ਕਰ ਰਹੀ। GST ਡਿਲੇ ਕਰਕੇ ਇੱਕ ਮੌਕਾ ਐਸਾ ਜਦੋਂ ਕੰਪਨਸੇਸ਼ਨ ਮਿਲਣਾ ਨਹੀਂ, ਉਦੋਂ ਅਸੀਂ ਕਰਾਂਗੇ ਕੀ? ਉਦੋਂ ਕੀ ਕਰਾਂਗੇ? ਪੂਰੇ ਭਾਰਤ ਅਸੀਂ ਸਿਰਫ ਕੰਪਨਸੇਸ਼ਨ ਤੇ ਰਹੀਏ, ਪੂਰੇ ਕੰਪਨਸੇਸ਼ਨ ਮਿਲੇਗਾ ਤਾਂ ਸਾਡੀ ਸਰਕਾਰ ਚਲੇਗੀ। ਜਦੋਂ ਕੰਪਨਸੇਸ਼ਨ ਮਿਲਣਾ ਬੰਦ ਹੋ ਗਿਆ ਉਦੋਂ ਕੀ ਕਰਾਂਗੇ? ਪੂਰੇ ਭਾਰਤ ਚੋਂ ਡਿਮਾਂਡ ਆ ਰਹੀ ਹੈ, ਪੂਰੇ ਭਾਰਤ ਚੋਂ, ਸਾਰੇ ਸਟੇਟਸ ਚੋਂ, ਕੇਂਦਰ ਤੋਂ। ਤੁਸੀਂ ਜਿਹੜਾ ਤੁਹਾਡਾ GST ਲਾਗੂ ਤੁਸੀਂ ਕੀਤਾ, ਫਾਲਟੀ ਕੀਤਾ,
ਇਹ ਠੀਕ ਨਹੀਂ ਕੀਤਾ, ਇਸ ਕਰਕੇ ਜਿਹੜਾ ਕੰਪਨਸੇਸ਼ਨ ਹਾਂ, ਜਾਵੇ ਇੱਕ ਸਵਾਲ ਉਹਨੇ ਕੀ ਕਰਕੇ ਇੱਕ ਸੈਕਿੰਡ ਨਹੀਂ ਦੇ ਸਕਦਾ ਟਾਈਮ, ਸੌਰੀ ਮਾਫ ਕਰੋ, ਮੈਂ ਟਾਈਮ ਨਹੀਂ ਦੇ ਸਕਦਾ। ਹਾਂਜੀ ਸੰਗੜਾ ਸਾਹਿਬ। ਹਾਂਜੀ ਕਰਨਲ ਸਾਹਿਬ, ਤੁਸੀਂ ਤੁਹਾਡੀ ਸਰਕਾਰ ਨੇ ਕਿਹੜਾ ਬਹੁਤ ਵਧੀਆ ਕੀਤਾ 10 ਸਾਲ ਦੇ ਵਿੱਚ, ਤੁਸੀਂ ਵੀ ਤਾਂ ਇੰਨਾ ਕੁਝ ਨੁਕਸਾਨ ਕੀਤਾ, ਤੁਸੀਂ ਸਾਨੂੰ ਵੀ ਬੋਲਣ ਦਿਓ ਨਾ ਵਿੱਚ। ਹਾਂਜੀ ਅਸੀਂ ਵੀ ਆਪਣੇ ਆਪਣੇ ਪੱਖ ਪੇਸ਼ ਕਰਨੇ ਆ। ਪਹਿਲੀ ਗੱਲ ਤਾਂ ਜੀ ਇਹ ਮੰਡੀ ਫੀਸ ਜਿਹੜੀ ਕਹਿੰਦੇ ਆ 4% ਤੋਂ 1% ਕਰਤੀ ਆ, ਉਹਦੇ ਨਾਲ ਸਟੇਟ ਨੂੰ ਕੀ ਫਾਇਦਾ ਹੋਊਗਾ? ਨਾਲੇ ਇਹ ਇਹਨਾਂ ਨੇ ਕਲੀਅਰ ਨਹੀਂ ਕੀਤਾ, ਦੋ ਤਰ੍ਹਾਂ ਦੀ ਫੀਸ ਹੈ, ਇੱਕ ਦਾ ਨਾਮ ਹੈਗਾ ਮਾਰਕੀਟ ਫੀਸ, ਇੱਕ ਦਾ ਨਾਮ ਹੈਗਾ ਰੂਰਲ ਡਿਵੈਲਪਮੈਂਟ ਫੀਸ। ਇਹਨਾਂ ਨੇ ਕਿਹੜੀ ਘਟਾਈ ਹੈ? ਕੀ ਉਹ ਪ੍ਰਾਈਵੇਟ ਪਰਚੇਜ ਜਿੱਥੇ ਹੁੰਦੀ ਹੈ ਸਬਜ਼ੀ ਮੰਡੀਆਂ 'ਚ ਉੱਥੇ ਹੀ ਘਟਾਈ ਆ ਕਿ ਸਮੁੱਚੇ ਕਣਕ ਝੋਨੇ ਤੇ ਘਟਾਈ ਆ? ਕਿਉਂਕਿ ਉਹਦਾ 80-90% ਕੇਂਦਰ ਤੋਂ ਆਉਂਦਾ ਪੈਸਾ, ਜੇ ਉਹ ਕੇਂਦਰ ਤੋਂ ਆਉਣ ਵਾਲਾ ਪੈਸਾ ਵੀ ਵਿੱਚੇ ਇਹਨਾਂ ਨੇ ਛੱਡ ਦਿੱਤਾ ਜਿਹੜਾ FCI ਨੇ ਦੇਣਾ ਹੁੰਦਾ ਆ, ਹਾਂਜੀ, ਤੇ ਫਿਰ ਇਹਦਾ ਮਤਲਬ ਇਹਨਾਂ ਨੇ ਕੇਂਦਰ ਦੀ ਕਿਸੇ ਹੋਰ ਪ੍ਰੈਸ਼ਰ ਥੱਲੇ ਆ ਕੇ ਜਾਂ ਉਹਨਾਂ ਨੂੰ ਖੁਸ਼ ਕਰਨ ਲਈ ਇਹ ਘਟਾਈ ਆ। ਇਹਦਾ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੈ। ਹਾਂ, ਜੇ ਸਬਜ਼ੀ ਮੰਡੀਆਂ 'ਚ ਘਟਾਈ ਆ, ਇਹਦਾ ਥੋੜਾ ਬਹੁਤ ਵਪਾਰੀ ਨੂੰ ਤੇ ਬਾਕੀ ਕੰਜ਼ਿਊਮਰ ਨੂੰ ਪੈਦਾ ਹੋ ਸਕਦਾ, ਜੇ ਉਹ ਕੰਜ਼ਿਊਮਰ ਨੂੰ ਪਾਸ ਆਨ ਕਰਨ। ਇਹਦਾ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੈ, ਉਹ ਵੀ ਇੱਕ ਅੰਸ਼ਕ ਹੈ। ਫਲ ਤੇ ਸਬਜ਼ੀਆਂ, ਹਾਂ, ਜੇ ਇਕੱਲੇ ਫਲ ਸਬਜ਼ੀ ਘਟਾਈਆਂ, ਬਹੁਤ ਨਿਗੂਣੀ ਜਿਹੀ ਚੀਜ਼ ਹੈ ਇਹ ਜਿਹੜੀ ਇਹਨਾਂ ਨੇ ਜੇ ਸਹੂਲਤ ਮਿਲ ਗਈ ਆ ਕਿ ਮਿਡਲਮੈਨ ਨੂੰ, ਵਿਚੋਲੇ ਨੂੰ ਮਿਲ ਗਏ 4 ਪੈਸੇ, ਜੇ ਉਹ ਪਾਸ ਕਰਦੇ ਤੇ ਕੰਜ਼ਿਊਮਰ ਨੂੰ ਮਿਲ ਜਾਣਗੇ, ਤੇ ਇਹਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੈ ਇਹਨਾਂ ਦੀ। ਦੂਸਰੀ ਗੱਲ ਰਹੀ ਐਜੂਕੇਸ਼ਨ ਦੀ ਗੱਲ, ਐਜੂਕੇਸ਼ਨ ਦੀ, ਦੇਖੋ ਐਜੂਕੇਸ਼ਨ ਤਾਂ ਬਹੁਤ ਪਿੱਛੇ ਰਹਿ ਗਏ, 8% ਉਦਾਂ ਵੀ ਬਣਦੀ ਹੈ ਐਲੋਕੇਸ਼ਨ। ਇਹ ਕਹਿੰਦੇ ਪਹਿਲਾਂ ਤਾਂ ਕਹਿੰਦੇ 5500 ਸਕੂਲ ਸਮਾਰਟ ਬਣਾਤੇ, ਉਹ ਉਹਨਾਂ 'ਚ ਲੱਭਾ ਕੋਈ ਨਹੀਂ। ਅਸੀਂ ਬੜੀ ਕੋਸ਼ਿਸ਼ ਕੀਤੀ, ਟੋਰਚ ਮਾਰ ਕੇ ਵੀ ਸ਼ਾਇਦ ਕਿਤੇ ਲੱਭ ਜਾਏ, ਕੋਈ ਦਿਖਾ ਸਕੇ ਇਹ। ਤੇ ਹੁਣ ਇਹ 8% ਬਜਟ ਨਾਲ ਕਿਹੜਾ ਸਮਾਰਟ ਸਕੂਲ ਬਣਾ ਦੇਣਗੇ? ਮਨਪ੍ਰੀਤ ਜੀ ਨੇ ਕਿਹਾ ਸਾਰੇ ਸੂਬੇ ਸਾਰੇ ਸਕੂਲ ਸਮਾਰਟ ਬਣਾ ਦੇਣੇ ਆ। 8% ਬਜਟ ਹੈ, ਦਿੱਲੀ 'ਚ ਅਸੀਂ 26% ਬਜਟ ਰੱਖ ਰਹੇ ਆ ਐਜੂਕੇਸ਼ਨ ਦਾ, ਤਾਂ ਜਾ ਕੇ ਇੰਨੇ ਕੰਮ ਹੋਏ ਆ। ਜਿਹਨੂੰ ਕਿ ਅਮਰੀਕਨ ਪ੍ਰੈਜ਼ੀਡੈਂਟ ਵੀ ਦੇਖ ਕੇ ਗਿਆ, ਕੇਂਦਰ ਸਰਕਾਰ ਨੇ ਸਕੂਲ ਚੁਣਿਆ, ਕੀਤਾ ਉੱਥੇ ਕੁਝ। ਸੋ ਇਹਨਾਂ ਦੀ ਜਿਹੜੀ ਬਜਟ ਐਲੋਕੇਸ਼ਨ ਆ। ਦੂਸਰੀ ਗੱਲ ਫਸਲੀ ਵਿਭਿੰਨਤਾ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ, ਹਾਂਜੀ, ਪੂਰਨ ਕਰਜ਼ਾ ਮਾਫੀ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ। ਬਹੁਤੀਆਂ ਗੱਲਾਂ ਮਨਪ੍ਰੀਤ ਜੀ ਨੇ ਕੀਤੀਆਂ, ਜੇ ਨਾਲ ਜਿਹੜੀਆਂ ਕੀਤੀਆਂ ਇਹਨੇ ਰੱਖਤਾ ਉਹਦਾ ਵੀ ਪੱਕਾ ਨਹੀਂ ਪਤਾ। ਜੇ ਨਾਲ ਉਹਨਾਂ ਨੇ ਵਿੱਚ ਕੀਤੀ ਹੈ ਕਿ CCL ਕੈਸ਼ ਕ੍ਰੈਡਿਟ ਲਿਮਿਟ ਦੀ ਗੱਲ 31000 ਕਰੋੜ ਛੱਡ ਗਏ ਸੀਗੇ। ਹਾਂਜੀ, ਆਪਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਵੀ ਤੇ ਸਾਰੀ ਕਾਂਗਰਸ ਪਾਰਟੀ ਨੇ ਇਹਨੂੰ ਘਟਾਲਾ ਕਿਹਾ ਸੀਗਾ, ਆਮ ਆਦਮੀ ਪਾਰਟੀ ਨੇ ਵੀ ਘਟਾਲਾ ਕਿਹਾ ਸੀ। ਦੋਵਾਂ ਹੀ ਪਾਰਟੀਆਂ ਨੇ ਵੱਖ-ਵੱਖ ਸਮਿਆਂ ਤੇ ਚੰਡੀਗੜ੍ਹ 'ਚ ਮੁਜ਼ਾਹਰੇ ਵੀ ਕੀਤੇ ਸੀਗੇ, ਬੜੇ ਤਕੜੇ ਸ਼ੋਅ ਕੀਤੇ ਸੀਗੇ, ਔਰ ਨਾਲ ਕਿਹਾ ਸੀ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ। ਹੁਣ ਇਹ ਛੱਡ ਗਿਆ, ਉਹਨੂੰ ਗੈਪ ਦੱਸਣ ਲੱਗ ਗਿਆ। ਇਹਦਾ ਮਤਲਬ ਲੋਕਾਂ ਨਾਲ ਤੁਸੀਂ ਪਹਿਲਾਂ ਵੀ ਝੂਠ ਬੋਲਦੇ ਸੀ, ਹੁਣ ਵੀ ਬੋਲੀ ਜਾਂਦੇ ਆ। ਜਿੱਥੇ ਕਰਜ਼ਾ ਮਾਫੀ ਦੀ ਗੱਲ ਕੀਤੀ ਆ, ਸੋ ਮੁੜ ਕੇ ਉਸ ਗੱਲ ਤੇ ਲੀਹ ਤੇ ਗੱਲ ਲਿਆਉਣ ਵਾਲੀ ਮਨਪ੍ਰੀਤ ਬਾਦਲ ਸਾਹਿਬ ਨੇ ਕੋਈ ਵੀ ਨਹੀਂ ਗੱਲ ਕੀਤੀ। ਬਾਰ-ਬਾਰ ਇਹ ਜ਼ਰੂਰ ਕਹਿੰਦੇ ਬਸ ਆ ਗਏ ਲੀਹ ਤੇ, ਆ ਗਏ ਲੀਹ ਤੇ, ਹੁਣ ਤੁਸੀਂ ਖੁਸ਼ ਹੋ ਜਾਓਗੇ। ਮੈਨੂੰ ਦੱਸਿਓ ਸਵੈਜ ਸਾਹਿਬ, ਮੰਡੀ ਬੋਰਡ ਨੂੰ ਤੁਸੀਂ ਕੁਝ ਦਿਨ ਪਹਿਲਾਂ ਚਿੱਠੀ ਕੱਢੀ ਆ ਕਿ ਸਾਡੇ ਅਕਾਊਂਟ ਦੇ ਵਿੱਚੋਂ ਸਰਕਾਰ ਨੂੰ ਪੈਸੇ ਇੰਨੇ ਟ੍ਰਾਂਸਫਰ ਕਰ ਦਿਓ, ਤੇ ਉਹ ਜਦ ਕਿ ਲੀਗਲੀ ਸੁਪਰੀਮ ਕੋਰਟ ਤੱਕ ਫੈਸਲੇ ਹੋਏ ਆ। ਮੰਡੀ ਬੋਰਡ ਇੱਕ ਕਾਰਪੋਰੇਟ ਬੋਡੀ ਹੈ, ਲੋਕਲ ਬੋਡੀ ਹੈ। ਪੰਜਾਬ ਸਰਕਾਰ ਦੇ ਖਜ਼ਾਨੇ 'ਚ ਉਹਦਾ ਪੈਸਾ ਨਹੀਂ ਜਾ ਸਕਦਾ। ਪੰਜਾਬ ਮੰਡੀ ਬੋਰਡ ਦਾ ਕੋਈ ਵੀ EMPLOYE ਪੰਜਾਬ ਦੇ ਸਰਕਾਰ ਨੇ ਆਪਣੇ ਖਜ਼ਾਨੇ 'ਚੋਂ ਨਾ ਤਨਖਾਹ ਲੈਂਦਾ, ਨਾ ਪੈਨਸ਼ਨ ਲੈਂਦਾ ਆ। ਤੁਸੀਂ ਕਿਉਂ ਉਹਨਾਂ ਨੂੰ ਇਹ ਹੋਰ ਬੈਂਕ ਕਰਪਟ ਕਰੀ ਜਾ ਰਹੇ ਹੋ? ਉਹਨਾਂ ਦੇ ਮੰਡੀ ਬੋਰਡ ਦੀ ਆਉਣ ਵਾਲੀ ਇਨਕਮ ਨੂੰ ਗਹਿਣੇ ਰੱਖ ਕੇ ਤੁਸੀਂ ਉਹਨੂੰ ਆਪਣੀ ਇਨਕਮ ਹਰਪ੍ਰੀਤ ਜੀ ਇੱਕ ਲਾਈਨ 'ਚ ਮੈਂ ਕਹਿਣਾ ਚਾਹੁੰਦਾ, ਕਰਜ਼ਾ ਲੈ ਕੇ ਕਰਜ਼ੇ ਦਾ ਵਿਆਜ ਦੇਣਾ ਸੁਸਾਈਡਲ ਹੈ। ਦੈਟ ਇਜ਼ ਵਾਟ ਦੇ ਆਰ ਡੂਇੰਗ। ਕਦੇ ਵੀ ਕਰਜ਼ਾ ਮੁਕਤ ਪੰਜਾਬ ਹੋ ਹੀ ਨਹੀਂ ਸਕਦਾ ਇਸ ਤਰੀਕੇ ਨਾਲ ਹੁੰਦਾ, ਉਹ ਵੀ ਵਿਆਜ ਦੇਣ ਲਈ ਕਰਜ਼ਾ। ਹਾਂ, ਗੁਰਮੇਲ ਸਿੰਘ ਜੀ ਇੱਕ ਸਵਾਲ, ਕਿਉਂਕਿ ਅਸੀਂ ਮੁਲਾਜ਼ਮਾਂ ਨਾਲ ਜਦੋਂ ਗੱਲਬਾਤ ਕਰ ਰਹੇ ਸੀ, ਮੁਲਾਜ਼ਮ ਕਹਿੰਦੇ ਸੀ ਕਿ ਸਾਨੂੰ ਉਮੀਦ ਹੈਗੀ ਹੈ ਕਿ ਇਸ ਬਜਟ ਤੋਂ ਘੱਟੋ ਘੱਟ 12-18% ਸਾਡਾ ਜਿਹੜਾ ਡੀ ਹੈ ਉਹ ਦਿੱਤਾ ਜਾਏਗਾ ਤੇ ਸਾਨੂੰ ਕੁਝ ਰਾਹਤ ਮਿਲੇਗੀ, ਪਰ ਹੁਣ ਸਿਰਫ 6% ਦਿੱਤਾ ਗਿਆ। ਔਰ ਜਦੋਂ ਸਵਾਲ ਇਹ ਕੀਤਾ ਗਿਆ ਸੀਗਾ ਕਿ ਬਾਕੀ ਦਾ, ਤਾਂ ਬਾਕੀ ਦਾ ਉਹਨਾਂ ਨੇ ਕਿ ਘੱਟੋ ਘੱਟ 1.5-2 ਸਾਲ ਹਲੇ ਕੋਈ ਉਮੀਦ ਨਹੀਂ ਹੈ ਕਿ ਬਾਕੀ ਦਾ ਦਿੱਤਾ ਜਾਵੇ। ਦੇਖੋ ਜੀ, ਜਦੋਂ ਕੈਪਟਨ ਸਰਕਾਰ ਨੇ ਕਾਂਗਰਸ ਪਾਰਟੀ ਨੇ ਇਲੈਕਸ਼ਨ ਲੜੀ ਆ 2017 ਚ, ਚੋਣ ਮਨੋਰਥ ਪੱਤਰ ਦੇ ਵਿੱਚ ਬੜੇ ਵਾਅਦੇ ਕੀਤੇ ਸੀ ਹਰੇਕ ਵਰਗ ਨਾਲ। ਸਾਡੇ ਨਾਲ ਵਾਅਦਾ ਹੋਇਆ ਕਿ ਕੱਚੇ ਕਰਮਚਾਰੀ ਪੱਕੇ ਕੀਤੇ ਜਾਣਗੇ, ਪੇ ਕਮਿਸ਼ਨ ਦੀ ਰਿਪੋਰਟ ਆਉਂਦੇ ਦੇਵਾਂਗੇ, ਮੁਲਾਜ਼ਮ ਮਸਲੇ 15 ਦਿਨਾਂ 'ਚ ਹੱਲ ਕਰਾਂਗੇ। ਪਰੰਤੂ ਜਿੰਨਾ ਪਹਿਲਾਂ ਬਕਾਏ ਪਏ ਸਾਡੇ, ਉਹਨਾਂ ਤੋਂ ਜ਼ਿਆਦਾ ਸਾਡੀਆਂ ਮੰਗਾਂ 'ਚ ਵਾਧਾ ਹੋਇਆ, ਮੰਗਾਂ ਘਟੀਆਂ ਨਹੀਂ। ਜਿੱਥੋਂ ਤੱਕ ਡੀਏ ਦੀ ਕਿਸ਼ਤ ਦੀ ਗੱਲ ਆ, ਅਨਾਉਂਸਮੈਂਟ ਕੀਤੀ ਆ 22% ਚੋਂ 6%। ਉਸ ਤੋਂ ਅੱਗੇ ਜੇ ਆਪਾਂ ਬਾਕੀ ਗੱਲਾਂ ਕਰੀਏ ਕਿ ਬੇਸਿਕ ਪੇ ਦੇ ਕਰਮਚਾਰੀ ਉਵੇਂ ਕੰਮ ਕਰ ਰਹੇ ਨੇ, ਤੇ ਜਿਹੜੇ ਸਾਡੇ ਕੱਚੇ ਕਰਮਚਾਰੀ ਉਵੇਂ ਕੰਮ ਕਰ ਰਹੇ ਨੇ, ਬਿਨਾਂ ਕਮਿਸ਼ਨ ਤੋਂ ਕਰਮਚਾਰੀ ਕੰਮ ਕਰ ਰਹੇ ਨੇ, ਬਿਨਾਂ ਡੀਏ ਦੇ ਕਿਸੇ ਬਕਾਏ ਤੋਂ ਕੰਮ ਕਰ ਰਹੇ ਨੇ। 200 ਰੁਪਏ ਸਾਡਾ ਟੈਕਸ ਕੱਟਿਆ ਜਾ ਰਿਹਾ। ਜੇ ਬਜਟ ਦੇ ਨਾਲ ਆਪਾਂ ਫਿਕਰਾਂ ਮਿਲਾਈਏ ਤਾਂ ਅਸੀਂ ਬਿਨਾਂ ਮਤਲਬ ਤਨਖਾਹ ਕਮਿਸ਼ਨ ਤੋਂ, ਬਿਨਾਂ ਡੀਏ ਤੋਂ, ਬਿਨਾਂ ਮਤਲਬ ਅਸੀਂ ਜਿਹੜੀ ਕਟੌਤੀ ਬੰਦ ਕਰਾਏ ਤੋਂ
ਕਰਮਚਾਰੀ ਪੱਕੇ ਹੋਏ ਤੋਂ ਬਿਨਾ ਸਾਡੇ ਪੈਸਾ ਨਹੀਂ ਪੂਰਾ ਹੋ ਰਿਹਾ। ਅੱਜ 6000 ਕਰੋੜ ਲਗਭਗ ਕਰਮਚਾਰੀ ਦੇ ਬਕਾਏ ਬਣੇ ਪਏ ਨੇ ਤੇ ਪੇਕ ਵੀ ਵੱਖਰਾ। ਅੱਜ ਗੁਆਂਢੀ ਰਾਜ ਸਾਡੇ ਜਿਹੜਾ ਹਰਿਆਣਾ ਜਾਂ ਸੈਂਟਰ ਗਵਰਨਮੈਂਟ ਦੇ ਕਰਮਚਾਰੀ ਨੇ ਉਹ ਆਪਣੇ ਡੀਲ ਲੈ ਰਹੇ ਨੇ ਤੇ ਪੰਜਾਬ ਸਰਕਾਰ ਕਰਕੇ ਹਰਿਆਣਾ ਆਪਣੇ ਯੂਟੀ ਦੇ ਕਰਮਚਾਰੀ, ਹਿਮਾਚਲ ਦੇ ਕਰਮਚਾਰੀ ਸੰਤਾਪ ਭੋਗ ਰਹੇ ਨੇ। ਡੀਏ ਦੀਆਂ ਕਿਸ਼ਤਾਂ ਦਾ ਇੱਕ ਕਰਮਚਾਰੀ ਦਾ 1,73,000 ਬਕਾਇਆ ਬਣਦਾ ਅੱਜ ਤੱਕ ਸਰਕਾਰ ਵੱਲ ਤੇ 10,000 ਰੁਪਇਆ ਦਰਜਾ ਤੀਜਾ ਕਰਮਚਾਰੀ ਤਨਖਾਹ ਘੱਟ ਲੈ ਰਿਹਾ, 5-7,000 ਰੁਪਇਆ ਕਲਾਸ 4 ਘੱਟ ਲੈ ਰਿਹਾ ਤੇ ਅਫਸਰ ਇਸ ਤੋਂ ਵੱਧ ਲੈਣਗੇ ਤੇ ਬੇਸਿਕ ਵਾਲੇ ਕਰਮਚਾਰੀ ਤੇ ਪੁਰਾਣੀ ਪੈਨਸ਼ਨ ਦੀ ਉਮੀਦ ਹੋਰ ਗੱਲਾਂ ਸਾਡੀਆਂ ਬਹੁਤ ਪੈਂਡਿੰਗ ਪਈਆਂ ਨੇ ਜਿਹਦੇ ਬਾਰੇ ਕਰਮਚਾਰੀ ਵਰਗ ਅੱਜ ਨਿਰਾਸ਼ਤਾ ਵੱਲ ਗਿਆ ਕਿ ਡੀਏ ਦੀ ਕਿਸ਼ਤ ਕੋਈ ਖਾਸ ਗੱਲ ਨਹੀਂ ਹੈਗੀ ਪਰ ਪੇ ਕਮਿਸ਼ਨ ਨੂੰ ਜਾਂ ਬਕਾਏ ਦੇਣ ਨੂੰ ਕੋਈ ਡੇਟ ਬਾਉਂਡ ਨਹੀਂ ਕੀਤਾ, ਕੋਈ ਤਾਂ ਤਰੀਕ ਨਹੀਂ ਸੀ ਕਦੋਂ ਦੇਣੇ ਆ। ਮੈਂ ਪਹਿਲਾਂ ਦੱਸਿਆ ਤੁਹਾਨੂੰ ਵੀ ਆਏ ਵੇ ਡੇਟ ਵਧ ਜਾਂਦੀ ਆ। ਸੋ ਮਤਲਬ ਇਹ ਲੱਗਦਾ ਕਿ ਸਰਕਾਰਾਂ ਇਲੈਕਸ਼ਨ ਦੇ ਕੋਲੇ ਆ ਕੇ ਫੈਸਲੇ ਜਾਂ ਐਲਾਨ ਕਰ ਲਾਂਗੀਆਂ ਜਾਂਦੀਆਂ ਨੇ, ਅੱਗੇ ਨਵੀਂ ਚੋਣ ਆਊਗੀ। ਮੈਂ ਇੱਕ ਮਿੰਟ ਤਰਲੋਚਨ ਜੀ ਤੋਂ ਇੱਕ ਰਿਪਲਾਈ ਲੈ ਲਾਂ। ਤਰਲੋਚਨ ਜੀ, ਕਿਸੇ ਵੀ ਸਰਕਾਰ ਦਾ ਪੂਰਾ ਫੋਕਸ ਰਹਿੰਦਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਦੇ ਜਿਹੜੇ 1-2 ਬਜਟ ਹੁੰਦੇ ਨੇ ਉਹ ਲੋਕ ਲੁਭਾਵਣੇ ਹੋਣੇ ਚਾਹੀਦੇ ਨੇ। ਇਸ ਸਰਕਾਰ ਦਾ ਸੈਕੰਡ ਲਾਸਟ ਬਜਟ ਹੈਗਾ, ਬੜੀਆਂ ਆਸਾਂ ਤੇ ਉਮੀਦਾਂ ਲੋਕਾਂ ਨੂੰ ਸੀਗੀਆਂ ਔਰ ਜਿੱਦਾਂ ਦੀ ਅਸੀਂ ਬਿਆਨਬਾਜ਼ੀ ਸੁਣੀ ਹੈ, ਘੱਟੋ ਘੱਟ ਮਨਪ੍ਰੀਤ ਬਾਦਲ ਨੂੰ ਸੁਣਿਆ, ਉਹਨਾਂ ਦੀ ਗੱਲਾਂ ਤੋਂ ਸਭ ਪੋਜ਼ਿਟਿਵ ਨਜ਼ਰ ਆਉਂਦਾ ਹੈ। ਜੇ ਵਿਰੋਧੀ ਧਿਰਾਂ ਨੂੰ ਸੁਣਦੇ ਆ ਤਾਂ ਸਭ ਨੈਗੇਟਿਵ ਨਜ਼ਰ ਆਉਂਦਾ ਹੈ। ਮੈਂ ਸਿਰਫ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਰਾਜਨੀਤਿਕ ਪਾਰਟੀਆਂ ਦਾ ਇਸ ਤੇ ਕੀ ਪ੍ਰਤੀਕਰਮ ਸੀ? ਦੇਖੋ, ਇਹਦੇ ਚ ਹਰਪ੍ਰੀਤ ਜੀ ਮੁੱਖ 3 ਵਰਗ ਨੇ, ਇੱਕ ਬੇਰੁਜ਼ਗਾਰ, ਇੱਕ ਕਿਰਸਾਨੀ ਤੇ ਇੱਕ ਮੁਲਾਜ਼ਮ, ਜਿਨ੍ਹਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀ ਕਾਂਗਰਸ ਸਰਕਾਰ ਨੇ। ਮੈਂ ਬੇਰੁਜ਼ਗਾਰੀ ਦੀ ਗੱਲ ਕਰਾਂ, ਅੱਜ ਮਨਪ੍ਰੀਤ ਹੋਣਾ ਨੇ ਬਹੁਤ ਵੱਡੇ ਪੱਧਰ ਤੇ ਗੱਲ ਕਹੀ ਵੀ 60 ਸਾਲ ਤੋਂ 58 ਸਾਲ ਤੱਕ ਏਜ ਇਸ ਲਈ ਕੀਤੀ ਮੁਲਾਜ਼ਮਾਂ ਦੀ ਕਿਉਂਕਿ ਅਸੀਂ ਹੁਣ ਨੌਕਰੀਆਂ ਖੋਲ ਦੇਣੀਆਂ। ਉਹਦੇ 'ਚ ਬੜਾ ਵੱਡਾ ਫਲਾਅ ਹੈ। ਉਹ ਕਿੰਨੀਆਂ ਕੁ ਉਹਦੇ ਨਾਲ ਨੌਕਰੀਆਂ ਬਣਨਗੀਆਂ? ਗੱਲ ਤੇ ਇਹ ਵੀ ਜਿਹੜੀਆਂ 70-80 ਹਜ਼ਾਰ ਨੌਕਰੀਆਂ ਖਾਲੀ ਨੇ 3 ਸਾਲਾਂ ਤੋਂ ਉਹੀ ਭਰ ਦੇਣੀਆਂ ਚਾਹੀਦੀਆਂ ਸੀ। ਪਹਿਲੀ ਗੱਲ ਤੇ ਇੱਥੇ ਇਹ ਪ੍ਰੋਬਲਮ ਦਿਸ ਰਹੀ ਹੈ ਵੀ ਉਹਦੇ ਨਾਲ ਜੋੜ ਕੇ ਗੱਲ ਕੀਤੀ। ਦੂਸਰੀ ਗੱਲ ਮੈਂ ਸਪਸ਼ਟ ਕਰਦਾ, ਜਿਨ੍ਹਾਂ ਨੂੰ ਐਕਸਟੈਂਸ਼ਨ ਮਿਲੀ ਹੈ 58 ਸਾਲ ਦੀ ਉਮਰ ਵਾਲੇ ਜਿਹੜੇ 1 ਸਾਲ ਦੀ ਐਕਸਟੈਂਸ਼ਨ ਲੈ ਰਹੇ ਆ, ਸਰਕਾਰ ਨੇ 30 ਸਤੰਬਰ ਤੋਂ ਬਾਅਦ ਉਹਨਾਂ ਦਾ ਵੇਟਰਾ ਕਰਨਾ ਹੈ ਤੇ ਜਿਹੜੇ 59 ਸਾਲ ਵਾਲੇ ਨੇ ਉਹਨਾਂ ਦਾ 31 ਮਾਰਚ ਤੱਕ ਕਰਨਾ ਹੈ। ਸੋ ਇੱਕ ਪਹਿਲੀ ਗੱਲ ਤੇ ਇਹ ਹੈ ਕਿ ਬੇਰੁਜ਼ਗਾਰੀ ਦਾ ਜਿਹੜਾ ਮਾਮਲਾ ਹੈ ਉਹਦੇ ਸਬੰਧ 'ਚ ਮਨਪ੍ਰੀਤ ਹੋਣੀ ਕੋਈ ਸਪਸ਼ਟ ਨਹੀਂ ਦੱਸ ਸਕੇ। ਦੂਸਰੀ ਗੱਲ ਮੈਂ ਇੱਕ ਜ਼ਰੂਰ ਕਰਨੀ ਚਾਹੁੰਦਾ ਕਿਰਸਾਨੀ ਦੀ। ਦੇਖੋ, ਦੂਜਾ ਕਿਰਸਾਨੀ ਦਾ ਮੁੱਦਾ ਸੀ, ਉਹਦੇ ਤੇ ਜਦੋਂ ਮਨਪ੍ਰੀਤ ਹੋਣਾ ਨੂੰ ਮੈਂ ਹੀ ਸਵਾਲ ਕੀਤਾ ਵੀ ਮਨਪ੍ਰੀਤ ਸਾਹਿਬ ਤੁਸੀਂ ਸੁਪਨਾ ਲਿਆ ਸੀ ਆਪਣੇ ਮੈਨੀਫੈਸਟੋ 'ਚ, ਤੁਸੀਂ ਮੈਨੀਫੈਸਟੋ ਬਣਾਇਆ ਸੀ ਵੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਦੇਣਾ। ਉਹਨਾਂ ਬੜੇ ਸਹਿਜ ਸੁਭਾਅ ਕਿਹਾ ਵੀ ਇਹ ਕਿਵੇਂ ਪੋਸੀਬਲ, ਇਹ ਤਾਂ ਸੰਭਵ ਨਹੀਂ। ਫਿਰ ਮੇਰਾ ਸਵਾਲ ਇਹ ਸੀ ਵੀ ਮਨਪ੍ਰੀਤ ਜੀ ਇਹ ਤਾਂ ਤੁਸੀਂ ਵਾਅਦਾ ਕੀਤਾ ਸੀ ਪਰ ਉਹਦਾ ਜਵਾਬ ਨਹੀਂ ਦਿੱਤਾ। ਇਸੇ ਤਰ੍ਹਾਂ ਇਹ ਜਿਹੜੀ ਬੇਰੁਜ਼ਗਾਰੀ ਭੱਤੇ ਦੀ ਗੱਲ ਹੈ ਪੰਜਾਬ ਦੇ, ਦੇਖੋ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਇਹ ਚੋਣ ਨਾਲ ਜੋੜ ਕੇ ਮੈਨੀਫੈਸਟੋ ਬਣਾਇਆ, ਮੈਨੂੰ ਲੱਗਦਾ ਸਰਕਾਰ ਉੱਥੋਂ ਤੱਕ ਵੀ ਨਹੀਂ ਪਹੁੰਚ ਸਕੀ। ਇਹਦੇ ਬਾਰੇ ਵੀ ਮਨਪ੍ਰੀਤ ਹੋਣਾ ਨੇ ਅੱਜ ਲੀਕ ਫੇਰ ਦਿੱਤੀ ਆ ਵੀ ਇਹ ਜਿਹੜਾ ਭੱਤਾ ਆ ਬੇਰੁਜ਼ਗਾਰੀ ਭੱਤਾ 2500 ਇਹ ਦਿੱਤਾ ਨਹੀਂ ਜਾ ਸਕਦਾ, ਕੋਈ ਤਜਵੀਜ਼ ਨਹੀਂ ਗੀ। ਉਹ ਜਿਹੜੀ ਤੀਸਰੀ ਗੱਲ ਹੈ, ਜਿਵੇਂ ਗਰਮੇਲ ਹੋਣਾ ਨੇ ਦੱਸਿਆ 6% ਡੀਏ ਦਿੱਤਾ, ਕਦੋਂ ਦਿੱਤਾ? 1 ਮਾਰਚ 2020 ਤੋਂ। ਇਹ ਜਿਹੜੀ ਡੀਏ ਦੀ ਕਿਸ਼ਤ ਹੈ ਇਹ ਜੁਲਾਈ 2018 ਦੀ ਡਿਊ ਹੈ। ਉਹ ਦੂਸਰੀ ਗੱਲ ਜਿਹੜੀ ਨਾਲ ਮਨਪ੍ਰੀਤ ਹੋਣਾ ਨੇ ਕਹੀ ਹੈ ਵੀ 16% ਡੀਏ ਜਿਹੜਾ ਹੈ ਜਾਂ ਪਿਛਲਾ ਏਰੀਅਰ ਹੈ, ਉਹਨਾਂ ਨੇ ਸਾਫ਼ ਕਹਿ ਦਿੱਤਾ ਵੀ 1.5 ਸਾਲ ਵਿੱਚ ਮੈਂ ਇਹ ਨਹੀਂ ਦੇ ਸਕਦਾ ਕਿਉਂਕਿ ਹਾਲੇ ਸਾਡੀ ਸਥਿਤੀ ਠੀਕ ਨਹੀਂ ਗਈ। ਸੋ ਇਹ ਸਾਰੀ ਗੱਲ ਤੋਂ ਲੱਗਦਾ ਹੈ ਵੀ ਭਾਵੇਂ ਅੰਕੜਿਆਂ ਦੇ ਹਿਸਾਬ ਨਾਲ ਮਨਪ੍ਰੀਤ ਹੋਣਾ ਨੇ ਗੱਲ ਕੀਤੀ ਪਰ ਜਿਹੜੀਆਂ ਵਿਰੋਧੀ ਧਿਰਾਂ ਸੀ, ਆਪਣੇ ਹਰਪਾਲ ਚੀਮਾ ਉਹਨਾਂ ਨੂੰ ਜਦੋਂ ਪੁੱਛਿਆ, ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ, ਉਹਨਾਂ ਨੇ ਕਿਹਾ ਵੀ ਮੈਂ 0 ਨੰਬਰ ਦਿੰਦਾ ਕਿਉਂਕਿ ਅੰਕੜਿਆਂ ਦਾ ਖੇਡ ਹੈ, ਇਹਦੇ ਵਿੱਚ ਹੋਰ ਕੁਝ ਨਹੀਂਗਾ। ਉਹ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਬਜਟ ਸੈਸ਼ਨ 'ਚ ਸ਼ਾਮਲ ਹੀ ਨਹੀਂ ਹੋ ਸਕੀ ਜਦੋਂ ਉਹ ਪ੍ਰੋਟੈਸਟ ਕਰਨ ਗਏ ਸੀ, ਜਿਹੜੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹੁੰਦੇ ਨੇ ਪਰਿਵਾਰਾਂ ਨੂੰ ਲੈ ਕੇ, ਤੇ ਅੱਜ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸੋ ਕੁੱਲ ਮਿਲਾ ਕੇ ਮਨਪ੍ਰੀਤ ਹੋਣਾ ਨੇ ਜਿਹੜੇ 3 ਮੁੱਖ ਮੁੱਦੇ ਸੀ ਮੁਲਾਜ਼ਮਾਂ ਦੇ, ਕਿਰਸਾਨੀ ਦੇ ਔਰ ਬੇਰੁਜ਼ਗਾਰੀ ਦੇ, ਉਹਨਾਂ 'ਚ 2 ਵਾਰੀ ਤਾਂ ਸਾਫ਼ ਹੀ ਕਹਿ ਦਿੱਤਾ ਵੀ ਸਾਰਿਆਂ ਦਾ ਕਿਸਾਨਾਂ ਦਾ ਕਰਜ਼ਾ ਮੁਕਤ ਨਹੀਂ ਹੋ ਸਕਦਾ ਔਰ ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤਾ ਨਹੀਂ ਦਿੱਤਾ ਜਾ ਸਕਦਾ। ਸੋ ਇਸ ਕਰਕੇ ਵਿਰੋਧੀ ਧਿਰਾਂ ਤੇ ਇਹੀ ਕਹਿ ਰਹੀਆਂ ਨੇ ਵੀ ਇਹ ਅੰਕੜੇ ਪੇਸ਼ ਕਰਕੇ ਤੇ ਮੁਲਾਜ਼ਮਾਂ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਿਆ। ਠੀਕ ਹੈ ਚੰਡੋਕ ਸਾਹਿਬ, ਜਿਹੜੀ ਗੱਲ ਸਵੈਤ ਸਾਹਿਬ ਨੇ ਕਹੀ ਹੈ ਕਿ ਕੰਪਨਸੇਸ਼ਨ ਸਾਡਾ ਹੱਕ ਹੈਗਾ, ਪੰਜਾਬ ਤੋਂ ਤੁਸੀਂ ਟੈਕਸ ਲੈ ਕੇ ਜਾਂਦੇ ਹੋ ਔਰ ਉਹਦਾ ਕੰਪਨਸੇਸ਼ਨ ਤਾਂ ਦੇਣਾ ਹੀ ਪਊ। ਉਹ ਜਦੋਂ ਤੁਸੀਂ 2 ਮਹੀਨੇ ਪਛੜਦੇ ਹੋ ਤਾਂ ਉਹਦਾ ਅਸਰ ਸਿੱਧਾ ਸੂਬੇ ਤੇ ਪੈਂਦਾ ਹੀ ਪੈਂਦਾ। 2-3 ਮਹੀਨੇ ਤੁਸੀਂ ਨਾ ਦਿਓਗੇ ਤਾਂ ਸਥਿਤੀ ਦੀ ਜਿਹੜੀ ਸੂਬੇ ਦੀ ਸਥਿਤੀ ਉਹ ਤਾਂ ਪਤਲੀ ਹੋਏਗੀ।
ਦੇਖੋ ਜੀ ਉਹ ਗੱਲ ਉਹ ਫੰਡਾਮੈਂਟਲੀ ਠੀਕ ਕਹਿ ਰਹੇ ਹੈ ਕਿ ਉਹਨਾਂ ਦਾ ਹੱਕ ਹੈ, ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰਦਾ। ਇਹ GST ਜਦ ਐਕਟ ਪਾਸ ਹੋਇਆ ਸੀ, ਇਹ ਇੱਕ ਫੈਡਰਲ ਸਟਰਕਚਰ 'ਚ ਪਾਸ ਹੋਇਆ ਹੈ, ਜਿਹਦੇ ਸਾਰੇ ਸਟੇਟ ਦੇ ਫਾਈਨੈਂਸ ਮਿਨਿਸਟਰ ਔਰ ਮਨਪ੍ਰੀਤ ਬਾਦਲ ਜੀ ਇਹਦੇ ਵਿੱਚ ਕਾਫੀ ਵੋਕਲ ਹੈਗੇ ਹੈ, ਕਾਫੀ ਉਹਨਾਂ ਦੀ ਕੰਟਰੀਬਿਊਸ਼ਨ ਹੈਗੀ ਹੈ। ਉਹ ਸਾਰਿਆਂ ਨੇ ਇਹ ਮੰਨਿਆ ਸੀਗਾ, ਜਿਵੇਂ ਤੁਹਾਡੇ ਪਹਿਲਾਂ ਵੀ ਪ੍ਰੋਗਰਾਮ 'ਚ ਕਹਿ ਚੁੱਕਿਆ, ਉਹਨਾਂ ਨੇ ਇੱਕ ਸਟੇਟਸ ਦੀ ਐਵਰੇਜ ਕੱਢੀ ਸੀ, ਉਹ ਕਿੰਨੇ ਪਰਸੈਂਟੇਜ ਨਾਲ ਗਰੋ ਕਰ ਰਹੇ ਹੈ, ਉਹਨੂੰ ਕਵਰ ਅਪ ਕਰਨ ਲਈ ਉਹਨਾਂ ਨੇ ਕਿਹਾ ਸੀ ਕਿ ਟਿਲ 2022 30 ਜੂਨ 2022 ਯਾਨੀ ਕਿ 5 ਸਾਲ ਜਦੋਂ ਪਾਸ ਹੋਇਆ ਅਸੀਂ ਉਹਨਾਂ ਨੂੰ ਦਵਾਂਗੇ। ਹੁਣ ਕਈ ਸਟੇਟਸ ਜਿਹੜੀਆਂ ਵੀਕ ਹੈਗੀਆਂ, ਜਿਵੇਂ ਪੰਜਾਬ ਵੀ ਹੈ, ਉਹ ਪੁਸ਼ ਕਰ ਰਹੀ ਕਿ ਇਹਨੂੰ ਐਕਸਟੈਂਡ ਕੀਤਾ ਜਾਏ, ਪਰ ਮੈਨੂੰ ਲੱਗਦਾ ਨਹੀਂ ਕਿ ਸੈਂਟਰਲ ਇਹਨੂੰ ਐਕਸਟੈਂਡ ਕਰੇਗੀ। ਉਹ ਇਹਨਾਂ ਦਾ ਹੱਕ ਜ਼ਰੂਰ ਹੈ, ਇਹਦੇ 'ਚ ਕੋਈ ਡਿਨਾਇਲ ਨਹੀਂ ਹੈ, ਲੇਕਿਨ ਉਹਦੇ ਉੱਤੇ ਹੀ ਜੀਣਾ ਔਰ ਉਹਦੇ ਉੱਤੇ ਹੀ ਹਿਸਾਬ ਰੱਖਣਾ ਇਹ ਤਾਂ ਕੋਈ ਸਹੀ ਗੱਲ ਨਹੀਂ ਹੈ ਜੀ। ਜੇ ਕੱਲ ਰੱਬ ਨਾ ਕਰੇ ਸਰਕਾਰ ਦੀ ਕੋਈ ਵੀ ਰੀਜ਼ਨ ਕਰਕੇ ਸੈਂਟਰਲ ਗਵਰਨਮੈਂਟ ਅੱਜ ਕਰੋਨਾ ਵਾਇਰਸ ਆ ਗਿਆ, ਕੁਝ ਆ ਗਿਆ, ਸੈਂਟਰਲ ਦੀ ਕੋਈ ਮਜਬੂਰੀ, ਉਹਨਾਂ ਨੇ 2 ਮਹੀਨੇ ਪੁਸ਼ ਕਰ ਦਿੱਤਾ, ਇਹਦਾ ਮਤਲਬ ਤਾਂ ਉਹ ਤਨਖਾਹ ਹੀ ਨਹੀਂ ਦੇ ਪਾਣਗੇ। ਸੋ ਪ੍ਰੋਬਲਮ ਇਹ ਕਿ ਉਹਨਾਂ ਦੀ ਆਪਣੀ ਰੈਵਨਿਊ ਸੋਰਸਸ ਕੀ। ਹੁਣ ਇੱਕ ਹੋਰ ਚੀਜ਼ ਕਾਂਗਰਸ ਦੇ ਸਪੋਕਸਪਰਸਨ ਨੇ ਗੱਲ ਕਹੀ ਹੈ ਕਿ ਅਸੀਂ ਕੋਈ ਵੀ ਟੈਕਸ ਨਹੀਂ ਪਾਇਆ। ਪੰਜਾਬ ਦੇ ਵਿੱਚ ਵਨ ਆਫ ਦੀ ਮੋਸਟ ਐਕਸਪੈਂਸਿਵ ਲਿਕਰ, ਮੋਸਟ ਐਕਸਪੈਂਸਿਵ ਪੈਟਰੋਲੀਅਮ ਪ੍ਰੋਡਕਟਸ ਹੈਗੇ ਆ, ਤੇ ਤੁਸੀਂ ਡਿਸਗਾਈਜ਼ ਤਰੀਕੇ ਨਾਲ ਤਾਂ ਇਹਨਾਂ ਲਈ ਜਾ ਰਹੇ ਹੋ। ਇਹ ਕਹਿਣ ਦੀ ਗੱਲ ਕਿਸੇ ਟੈਕਸ ਨਹੀਂ ਪਾਇਆ, ਪਰ ਤੁਸੀਂ ਡਿਸਗਾਈਜ਼ ਤਰੀਕੇ ਕਿੰਨੇ ਕਰ। ਮੈਂ ਪਹਿਲੀ ਵਾਰ ਸਰਕਾਰ ਸੁਣੀ ਕਿ ਜਿਹੜੀ ਇਹ ਨਹੀਂ ਕਹਿੰਦੀ ਕਿ ਅਸੀਂ ਦਵਾਈਆਂ ਘਰ 'ਚ ਪਹੁੰਚਾ ਦਾਂਗੇ, ਪਰ ਸ਼ਰਾਬ ਘਰ ਦੇ ਵਿੱਚ ਪਹੁੰਚਾ ਦਾਂਗੇ, ਇਹਦੀ ਗੱਲ ਦੀ ਡਿਸਕਸ਼ਨ ਸ਼ੁਰੂ ਹੋ ਗਈ ਹੈ। ਤੇ ਫਿਰ ਸਾਡੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਸਾਡਾ ਪਿਲਫਰੇਜ ਹੁੰਦੀ ਹੈ ਜਾਂ ਟੈਕਸ ਚੋਰੀ ਹੁੰਦੀ ਹੈ। ਜੇ ਤੁਹਾਡੇ ਰੇਟ ਚੰਡੀਗੜ੍ਹ ਤੇ ਮੋਹਾਲੀ 'ਚ ਪੈਟਰੋਲ ਤੇ ਲਿਕਰ ਦਾ ਇੰਨਾ ਡਿਫਰੈਂਸ ਹੋਏਗਾ, ਫਿਰ ਲੋਕੀ ਕਰਨਗੇ ਜੀ, ਚੋਰੀ ਹੋਏਗੀ। ਔਰ ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮੈਨੂੰ ਲੱਗਦਾ ਸਰਕਾਰ ਜਿਹੜੀ ਪੰਜਾਬ ਗਵਰਨਮੈਂਟ ਹੈ ਬੜੀ ਪ੍ਰੀਕੇਰੀਅਸ ਸਿਚੁਏਸ਼ਨ, ਕੈਸ਼ 22 ਸਿਚੁਏਸ਼ਨ ਦੇ ਵਿੱਚ ਹੈ। ਉਹ ਟੈਕਸ ਵਧਾ ਨਹੀਂ ਸਕਦੀ ਕਿਉਂਕਿ ਲੋਕਾਂ ਦਾ ਆਕਰੋਸ਼ ਵੱਧ ਜਾਏਗਾ, ਪੱਲੇ ਆ ਨਹੀਂ ਰਿਹਾ ਜੀ ਕੁਝ। ਹੁਣ ਪ੍ਰੋਬਲਮ ਇਹ ਕਿ ਸਰਕਾਰ ਨੂੰ ਇਹ ਲੱਗਦਾ ਹੈ ਕਿ ਉਹੀ ਆਪਣਾ ਜਿਵੇਂ ਉਹਨਾਂ ਨੇ ਕਿਹਾ, ਤਰਲੋਚਨ ਜੀ ਨੇ ਬੜੀ ਅੱਛੀ ਕਿ 70-80 ਹਜ਼ਾਰ ਤਾਂ ਪਹਿਲਾਂ ਹੀ ਤੁਹਾਡੇ ਕੋਲ ਜੌਬਸ ਖਾਲੀ ਪਈਆਂ, ਪਹਿਲਾਂ ਉਹ ਤਾਂ ਭਰ ਲਓ ਤੁਸੀਂ। ਇਹਦਾ ਮਤਲਬ ਜਿਹੜੀਆਂ ਹੈਗੀਆਂ ਉਹ ਨਹੀਂ ਭਰ ਪਾ ਰਹੇ, ਇਹਦਾ ਮਤਲਬ ਪੈਸਾ ਹੀ ਨਹੀਂ ਹੈਗਾ। ਜਿਹੜੀਆਂ ਪੈਨਸ਼ਨਸ ਹੈ ਜਾਂ ਕੁਝ, ਉਹ ਕਿੰਨਾ ਟਾਈਮ ਸੇ ਦੇ ਪਾ ਰਹੀ ਹੈ। ਡੀਏ ਦੇ ਅਰੀਅਰਸ ਤੁਸੀਂ ਦੇਖ ਲਓ, ਡੇਟ ਦਾ ਹਿਸਾਬ ਕਿਤਾਬ ਹੈ, ਜਿਵੇਂ ਸਾਡੀ ਸੈਂਟਰਲ ਗਵਰਨਮੈਂਟ GDP ਦੀ ਡੇਟਾ ਚੇਂਜ ਕਰਕੇ ਫੱਜ ਕਰੀ ਜਾਂਦੀ ਹੈ, ਉਹਦਾ ਹੀ ਮਤਲਬ ਤੁਸੀਂ ਡੇਟਾ ਹੀ ਚੇਂਜ ਕਰੀ ਜਾਓਗੇ ਤਾਂ ਫਿਰ ਕੀ ਹੋਏਗਾ। ਔਰ ਸਭ ਤੋਂ ਵੱਡੀ ਗੱਲ ਹੈ ਜੀ, ਕੋਈ ਵੀ ਇੰਡੀਆ ਦੀ ਸਰਕਾਰ ਹੋਏ, ਪ੍ਰਾਈਵੇਟ ਸੈਕਟਰ ਨੂੰ ਗਰੋ ਕੀਤੇ ਬਿਨਾ ਬਣ ਹੀ ਨਹੀਂ ਸਕਦੀ ਜੀ। ਸਰਕਾਰ ਕੋਲ ਨਾ ਰਿਸੋਰਸਸ ਹੈ ਨਾ। ਹੁਣ ਸਰਕਾਰ ਨੂੰ ਇਨਫਰਾਸਟ੍ਰਕਚਰ ਬਾਰੇ ਸੋਚਣਾ ਚਾਹੀਦਾ ਹੈ, ਉਹਦੇ ਲਈ ਪੈਸੇ ਕਿੱਥੇ ਹੈ। ਉਹ ਪੈਸੇ ਤਦ ਆਣਗੇ ਜਦ ਸਾਡਾ ਰੈਵਨਿਊ ਕਲੈਕਸ਼ਨ ਵਧੇਗਾ। ਉਹ ਰੈਵਨਿਊ ਕਦ ਵਧੇਗਾ ਜਾਂ ਜੌਬਸ ਤਦ ਆਣਗੇ ਜਦ ਪ੍ਰਾਈਵੇਟ ਸੈਕਟਰ ਨੂੰ ਦਿੱਤਾ ਜਾਏਗਾ। ਮਤਲਬ ਸਕਿੱਲ ਡਿਵੈਲਪਮੈਂਟ ਲਈ ਤੁਸੀਂ ਕਹਿਤਾ ਪੈਸਾ ਦੇਤਾ, ਪਰ ਸਕਿੱਲ ਪਹਿਲਾਂ ਵੀ ਤਾਂ ਦਿੱਤਾ ਸੀ। ਉਸ ਬਜਟ, ਉਸ ਪੈਸੇ ਦਾ ਹੋਇਆ ਕੀ? ਤੁਸੀਂ 100 ਕਰੋੜ ਪਹਿਲਾਂ ਵੀ ਮੋਬਾਈਲ ਲਈ ਯੂਜ਼ ਦੇ ਰਹੇ ਸੀ, ਗਿਆ ਸੀਗਾ, ਪਰ ਹਾਂਜੀ ਉਹ ਫਿਰ ਕੈਰੀ ਫਾਰਵਰਡ ਹੋ ਗਿਆ, ਕੈਰੀ ਫਾਰਵਰਡ ਹੋ ਗਿਆ। ਤੇ ਕਿਸਾਨੀ ਦਾ ਹਾਲ ਤੇ ਪੰਜਾਬ ਦਾ ਬਹੁਤ ਮਾੜਾ। ਇੱਥੇ ਐਕਸਪਰਟਸ ਬੈਠੇ ਨੇ ਕਿਸਾਨੀ, ਤੇ ਉਹਨਾਂ ਦੇ ਕੋਲ ਤਾਂ ਜੀ ਪੈਸਾ ਹੀ ਨਹੀਂ ਹੈਗਾ ਸੀਡਸ ਲਈ, ਤਾਂ ਬਾਕੀਆਂ ਲਈ ਤੇ ਸਬਸਿਡੀ ਨਹੀਂ ਆ ਰਹੀ ਟਾਈਮ ਸਿਰ। ਹੁਣ ਸਾਰੀ ਚੀਜ਼ ਤੁਸੀਂ ਸੈਂਟਰਲ ਗਵਰਨਮੈਂਟ ਨੂੰ ਬਲੇਮ ਕਰ ਲਓ, ਉਹ ਤਾਂ ਗੱਲ ਕਿਸਾਨ ਦਾ ਰਿਐਕਸ਼ਨ ਲਾ, ਫਿਰ ਤੁਸੀਂ ਇਕੱਠਾ ਜਵਾਬ ਦਿਓ। ਜੋ ਦੱਸੋ। ਦੇਖੋ ਜੀ, ਜਿਹੜੀ ਗੱਲ ਕਰਦੇ ਸੀ ਹੈਪੀ ਸੀਡਡ ਦੀ ਹੈ ਨਾ, ਹੈਪੀ ਸੀਡਡ ਜ਼ਰੂਰ ਦਿੱਤੇ ਗਏ ਆ, ਇਹਦੇ ਵਿੱਚ ਕੋਈ ਦੋ ਰਾਹ ਨਹੀਂ, ਪਰ ਉੱਤੇ ਸਬਸਿਡੀ ਨਹੀਂ ਆਈ। ਇਹ ਵੀ ਗੱਲ ਹੈਗੀ ਸਵੈਗ ਸਾਹਿਬ। ਉਸ ਤੋਂ ਬਾਅਦ ਜਿਹੜੇ ਹੈਪੀ ਸੀਡਡ ਤੁਸੀਂ ਦਿੱਤੇ ਆ, ਇਹਨੂੰ 35 ਤੋਂ ਜਿਹੜਾ 40 ਹਾਰਸ ਪਾਵਰ ਦਾ ਟਰੈਕਟਰ ਉਹ ਚਲਾ ਨਹੀਂ ਸਕਦਾ। ਜੇ ਤੁਸੀਂ ਸੁਸਾਇਟੀਆਂ ਨੂੰ ਪ੍ਰੋਵਾਈਡ ਕਰਦੇ ਤਾਂ ਜ਼ਿਆਦਾ ਬੈਟਰ ਗੱਲ ਆ। ਦੂਜੇ ਨੰਬਰ ਦੀ ਗੱਲ ਆ, ਦੇਖੋ ਜੀ ਜਦੋਂ ਜਾਖੜ ਸਾਹਿਬ ਨੇ ਬਾਈ ਇਲੈਕਸ਼ਨ ਲੜੀ ਸੀ ਵਿਨੋਦ ਖੰਨਾ ਜੀ ਡੈਥ ਹੋਣ ਤੋਂ ਬਾਅਦ, ਉੱਥੇ ਦਾ ਤੁਸੀਂ ਜਿਹੜਾ ਬਕਾਇਆ ਰਾਸ਼ੀ ਸੀ ਉਹ ਕਿਸਾਨਾਂ ਦੀ ਦੇ ਦਿੱਤੀ ਆ, ਤੇ ਬਾਕੀ ਜਿਹੜਾ ਹੈਗਾ ਕਿਸਾਨਾਂ ਦਾ ਤੁਸੀਂ ਕਿਉਂ ਇਦਾਂ ਧੱਕਾ ਕਰ ਰਹੇ ਹੋ? ਫਿਰ ਕਿਸਾਨੀ ਨੇ ਇਸ ਵਾਰੀ ਤੁਸੀਂ ਬਕਾਇਆ ਰਾਸ਼ੀ ਲਈ ਕੋਈ ਬਜਟ ਦੇ ਵਿੱਚ ਨਹੀਂ ਰੱਖਿਆ। ਖੰਡ ਬਣੀ, ਖੰਡ ਬਣਨ ਤੋਂ ਬਾਅਦ ਸੀਰਾ ਬਣਿਆ, ਸੀਰਾ ਬਣਨ ਤੋਂ ਬਾਅਦ ਸ਼ਰਾਬ ਬਣੀ, ਸ਼ਰਾਬ ਵੀ ਲੋਕਾਂ ਨੇ ਪੀ ਕੇ ਬੋਤਲਾਂ ਖਾਲੀ ਕਰਕੇ ਖਾਲੀ ਬੋਤਲਾਂ ਤੱਕ ਵੀ ਵੇਚ ਦਿੱਤੀਆਂ ਜੀ। ਸਾਡਾ ਪੈਸਾ ਸਾਨੂੰ ਫੇਰ ਨਹੀਂ ਆ ਰਿਹਾ। ਉਸ ਤੋਂ ਬਾਅਦ ਜਿਹੜੀ ਗੱਲ ਕਰ ਰਹੇ ਆ ਆਪਾਂ ਦੂਏ ਨੰਬਰ ਤੇ ਕਿਸਾਨੀ ਲਈ ਕੀਤਾ, ਕਿਸਾਨੀ ਲਈ ਕੀਤਾ। ਅੱਜ ਜਿਹੜਾ ਕਿਸਾਨ ਤੇ ਕੈਪਟਨ ਸਾਹਿਬ ਦੀ ਗੱਲ ਸੁਣ ਕੇ ਸੁਸਾਇਟੀਆਂ ਦੇ ਵਿੱਚੋਂ ਡਿਫਾਲਟਰ ਹੋ ਗਿਆ ਆ, ਜਿਹਦੀ ਜ਼ਮੀਨ ਕੁਰਕੀ ਹੋ ਗਈ, ਉਹਦਾ ਜ਼ਿੰਮੇਵਾਰ ਕੌਣ ਆ ਜੀ? ਕਿਉਂਕਿ ਕਿਸਾਨ ਨੇ ਆਪਣੀ ਜਿਹੜੀ ਕਿਸ਼ਤ ਸੀ ਉਹ ਉਤਾਰਨੀ ਬੰਦ ਕਰਤੀ ਕਿ ਸਾਡਾ ਕਰਜ਼ਾ ਮਾਫ ਹੋ ਜਾਣਾ। ਕਿਸਾਨ ਡਿਫਾਲਟਰ ਹੋ ਗਿਆ, ਉਹਦਾ ਸਿਬਲ ਸਕੋਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਡਾਊਨ ਹੋ ਗਿਆ। ਅਸੀਂ ਧਰਨੇ ਲਾ ਰਹੇ ਹਾਂ, 19 ਤਰੀਕ ਨੂੰ ਸਾਡਾ ਭੋਗਪੁਰ ਦੇ ਵਿੱਚ ਧਰਨਾ ਸੀਗਾ। ਜਿਹੜੀ ਇੰਡਸਟਰੀ ਆ ਤੁਸੀਂ ਗੱਲ ਕਰ ਰਹੇ ਆ, ਜਾਂ ਆਪਣੇ ਗਊਆਂ ਆ, ਪਸ਼ੂ ਜਿਹੜੇ ਅਵਾਰਾ ਆ, ਮੈਂ ਥੋੜੇ ਦਿਨ ਪਹਿਲਾਂ ਇੱਕ ਜਥੇਬੰਦੀ ਜਲੰਧਰ ਤੇ ਪਸ਼ੂ ਲੈ ਕੇ ਗਈ। ਅਵਾਰਾ ਪਸ਼ੂ ਸਾਡਾ ਇੰਨਾ ਨੁਕਸਾਨ ਕਰ ਰਿਹਾ, ਉਹਦੇ ਬਾਰੇ ਤੁਸੀਂ ਕੋਈ ਵੀ ਸੁਚੇਤ ਨਹੀਂ। ਅਵਾਰਾ ਪਸ਼ੂ ਚਲੋ ਕਿਸਾਨ ਦਾ ਨੁਕਸਾਨ ਤਾਂ ਕਰ ਹੀ ਰਹੇ, ਪਰ ਉਹਨਾਂ ਜਾਨੀ ਨੁਕਸਾਨ ਵੀ ਬਹੁਤ ਹੋ ਰਿਹਾ। ਕੋਈ ਗੱਡੀ ਦੇ ਵਿੱਚ ਵੱਜਦਾ, ਉਹਦੇ ਤੇ ਕੁਝ ਵੀ ਧਿਆਨ ਨਹੀਂ ਤੁਹਾਡਾ ਦਿੱਤਾ ਗਿਆ। ਜਿਹੜੀ ਪਾਣੀ ਬਚਾਉਣ ਦੀ ਯੋਜਨਾ ਆ, ਪਾਣੀ ਬਚਾਉਣ ਦੀ ਯੋਜਨਾ ਨੂੰ ਹਰਪੀ ਜੀ ਕੁਝ ਨਹੀਂ ਰੱਖਿਆ ਗਿਆ ਕਿ ਆਪਾਂ ਜਿਹੜਾ ਪਾਣੀ ਆਉਣ ਵਾਲਾ ਭਵਿੱਖ ਸਾਡਾ ਆ ਉਹਨੂੰ ਕਿੱਦਾਂ ਬਚਾਇਆ ਜਾ ਸਕੇ।
ਤੁਸੀਂ ਨਾਸਾ ਨੇ ਕਿਹਾ ਸੀਗਾ ਕਿ ਜਿਹੜਾ ਪਾਣੀ ਹੈ 15 ਸਾਲ 'ਚ ਥੱਲੇ ਜਾਊਗਾ, ਪਰ ਹੁਣ ਉਹਨਾਂ ਨੇ ਕਹਿਤਾ ਕਿ 5 ਸਾਲ 'ਚ ਜਾਊਗਾ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ। ਹਾਂਜੀ ਦੇਖੋ, ਪਾਣੀਆਂ ਵਾਸਤੇ ਅਸੀਂ ਬਹੁਤ ਸਿੰਸੀਅਰ ਹਾਂ ਜੀ। ਅਸੀਂ ਵਾਟਰ ਅਥਾਰਟੀ ਵੀ ਬਣਾ ਚੁੱਕੇ ਹਾਂ, ਐਕਟ ਬਣਾ ਚੁੱਕੇ ਹਾਂ, ਤੇ ਜਿਹੜਾ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਐਕਟ ਅਥਾਰਟੀ ਬਿਨਾਂ ਪੈਸੇ ਤੋਂ ਕਿਵੇਂ ਕੰਮ ਚੱਲੇਗਾ? ਪੈਸਾ ਐਲੋਕੇਟ ਕੀਤਾ ਜੀ, ਤੇ ਜਿਹੜਾ ਅਸੀਂ ਹੈ ਨਾ ਜੀ ਪਾਣੀ ਬਚਾਓ, ਬਿਜਲੀ ਬਚਾਓ ਤੇ ਪੈਸਾ ਕਮਾਓ, ਉਹ ਜਿਹੜਾ ਪ੍ਰੋਜੈਕਟ ਸਾਡਾ ਬੜਾ ਕਾਮਯਾਬ ਚੱਲਿਆ ਹੈ। ਉਹ ਅਸੀਂ ਜਿਹੜਾ 6 ਫੀਟਾਂ ਤੋਂ ਵਧਾ, ਕਿਸਾਨਾਂ ਦਾ ਫਾਇਦਾ ਵੀ ਹੋਏਗਾ, ਪਾਣੀ ਵੀ ਬਚੇਗਾ ਤੇ ਬਿਜਲੀ ਵੀ ਬਚੇਗੀ, ਤੇ ਬਾਕੀ ਸਾਰਾ ਇਸ ਪਾਣੀ ਤੇ ਬਹੁਤ ਸਿੰਸੀਅਰ ਆ ਜੀ ਪਾਣੀ ਵਾਸਤੇ। ਇੱਕ ਰਿਕੁਐਸਟ ਹੈ ਮੇਰੀ, ਇੱਕ ਮੇਰੀ ਬੇਨਤੀ ਸੁਣ ਲਓ। ਮੈਂ ਦੇਖੋ ਇੱਕ ਮੈਂ ਬੇਨਤੀ ਆ ਜੀ ਮੇਰੀ, ਮੈਂ ਇਹਨਾਂ ਨੂੰ ਬੇਨਤੀ ਕਰਦਾ। ਦੇਖੋ ਆਪਾਂ ਕਹਿੰਦੇ ਬਹੁਤ ਵਧੀਆ ਗੱਲ ਹੈ, ਅਸੀਂ ਵੀ ਚਾਹੁੰਦੇ ਆ ਕਿਉਂਕਿ ਸਾਡਾ ਭਵਿੱਖ ਵੀ ਜਿਹੜਾ ਉਹ ਪਾਣੀ ਤੇ ਰੁਕਿਆ, ਪਰ ਇਹ 'ਚ ਫਸਲ ਜਿਹੜੀ ਵਿਭਿੰਨਤਾ ਆ, ਸਾਡਾ ਪੈਸੇ ਦੇ ਦਿਓ, ਅਸੀਂ ਗੰਨਾ ਬੀਜੀਏ, ਅਸੀਂ ਹੋਰ ਫਸਲ ਬੀਜੀਏ, ਤੁਸੀਂ ਫਸਲਾਂ ਦਾ ਰੇਟ ਪੱਕਾ ਕਰ ਦਿਓ। 600 ਕਰੋੜ ਰੁਪਈਆ ਉਹਦੇ ਨਾਲ ਪਾਣੀ ਦੀ ਵਿਭਿੰਨਤਾ ਰੁਕਣੀ, ਜੇ ਝੋਨਾ ਲਵਾਈ ਗਏ ਪਾਣੀ ਨਹੀਂ ਰੁਕਣਾ। ਤੁਸੀਂ ਜਿੰਨਾ ਮਰਜ਼ੀ ਦੇਖੋ, ਕ੍ਰੌਪ ਡਾਇਵਰਸਿਫਿਕੇਸ਼ਨ ਵਾਸਤੇ ਵੀ, ਵੰਡਣਾ ਵਾਸਤੇ ਵੀ ਸਰਕਾਰ ਬੜੀ ਸਿੰਸੀਅਰ ਹੈ। ਇਸ ਵਾਸਤੇ ਵੀ ਕਾਫੀ ਪੈਸਾ ਰੱਖਿਆ ਗਿਆ, 200 ਕਰੋੜ ਰੁਪਏ ਵਧਾਇਆ, ਹੋਰ ਵਧਾਵਾਂਗੇ। ਅਸੀਂ ਮੱਕੀ ਨੂੰ ਜ਼ਿਆਦਾ ਜ਼ੋਰ ਦੇ ਰਹੇ ਹਾਂ। ਸਾਡੀ ਫਸਲ ਦਾ ਵੀ ਦੇ ਦਿਓ ਜੀ, ਬੇਨਤੀ ਕਰਦੇ। ਬਿਲਕੁਲ ਜੀ, ਬਿਲਕੁਲ। ਬਾਕੀ ਤੁਸੀਂ ਉਹ ਮਿੱਲਾਂ ਦੀ ਗੱਲ ਕੀਤੀ ਸੀ, ਉਹਨੂੰ ਬਾਅਦ ਦੱਸ ਦਿਓ ਕਿੰਨੀਆਂ ਮਿੱਲਾਂ ਜਿਹੜੀਆਂ ਹੈਗੀਆਂ ਉਹ। ਦੇਖੋ ਜੀ, ਇੱਕ ਗੱਲ ਸਰ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਫੰਡਸ ਦੀ ਸਾਡੀ ਸਰਕਾਰ ਦੀ ਜਿਹੜੀ ਹਿੰਮਤ ਨਾਲ ਅਸੀਂ ਕੇਂਦਰ ਕੋਲ ਅਪਰੋਚ ਕੀਤੀ ਆ ਕਿ ਸਾਡਾ ਪੰਜਾਬ ਦਾ ਜਿਹੜਾ ਸੈਂਟਰ ਟੈਕਸ ਸੀ ਉਹਦੇ ਸ਼ੇਅਰ ਵਧਾਇਆ ਜਾਵੇ, ਤੇ ਸਾਡੀ ਗੱਲ ਮੰਨ ਕੇ 15ਵੇਂ ਜਿਹੜਾ ਫਾਈਨਾਂਸ ਕਮਿਸ਼ਨ ਹੈ ਜੀ, ਉਹਦਾ 1.5 ਤੋਂ ਕਰਕੇ 1.7.8 ਕਰਤਾ ਜੀ। ਉਹਦੇ ਨਾਲ ਸਾਡਾ ਜਿਹੜਾ ਫੰਡ ਜਿਹੜੇ ਹੈਗੇ ਨੇ ਰੈਵਨਿਊ ਦੇ, ਉਹ ਵਧਣਗੇ। ਦੂਜੀ ਗੱਲ, ਕਿੰਨੇ ਵੱਧ ਜਾਣਗੇ? ਅੱਛਾ, ਆંકੜੇ ਵੀ ਚਾਹੀਦੇ ਦੇਣਾ ਤੁਹਾਨੂੰ। ਚਲੋ ਆંકੜੇ ਵੀ ਲੈ ਲੈਂਦੇ। ਹਰਪ੍ਰੀਤ ਜੀ, ਇਹਦੇ ਬਾਰੇ ਮੈਂ ਗੱਲ ਕਹਿਣੀ ਗੱਲ ਛੋਟਾ ਜਿਹਾ ਮੇਰਾ ਸਵਾਲ ਹੈ, ਇੱਕ ਮਿੰਟ ਗੱਲ ਪੂਰੀ ਇਹ ਤੋਂ ਬਾਅਦ ਮੇਰੀ ਇੱਕ ਗੱਲ ਲੈ ਲਿਓ। ਗੱਲ ਪੂਰੀ ਗੱਲ ਹੈ, ਰੋਕਣ ਬਾਰੇ ਕੁਝ ਕਿਉਂ ਨਹੀਂ ਕਰਦੇ? ਹਰਪ੍ਰੀਤ ਜੀ, ਆਪ 15ਵੇਂ ਕਮਿਸ਼ਨ ਬਾਰੇ ਮੈਂ ਗੱਲ ਕਹਿਣੀ ਚਾਹੁੰਦਾ। ਤੁਸੀਂ ਕਿਉਂ ਨਹੀਂ ਕੁਝ ਕਰਦੇ? GST ਰੈਵਨਿਊ ਦਾ ਜਿਹੜਾ ਇਕੱਠਾ ਕਰਨਾ, ਉਹਦੇ 'ਚ ਤੁਹਾਨੂੰ ਪਤਾ 44% ਜਿਹੜਾ ਪੰਜਾਬ ਪਿੱਛੇ ਰਿਹਾ, ਪਛੜੇ ਆ ਅਸੀਂ। ਟੈਕਸ ਕਲੈਕਸ਼ਨ ਦੇ ਵਿੱਚ ਜਿੱਥੇ ਲੀਕੇਜ ਹੈ, ਉੱਥੇ ਅਸੀਂ ਕੰਮ ਕਿਉਂ ਨਹੀਂ ਕਰਦੇ? ਅਸੀਂ ਮਾਈਨਿੰਗ ਤੋਂ ਪੈਸਾ ਕਿਉਂ ਨਹੀਂ ਕਮਾਉਂਦੇ? ਅਸੀਂ ਦਾਰੂ ਤੋਂ ਪੈਸਾ ਕਿਉਂ ਨਹੀਂ ਕਮਾਉਂਦੇ? ਹਾਂਜੀ, ਲੀਕੇਜ ਵਾਸਤੇ ਸਾਡੇ ਕੋਲ 1.25 ਲੱਖ ਕਰੋੜ ਤੋਂ ਜ਼ਿਆਦਾ ਕੇਸ GST ਦੇ ਪੈਂਡਿੰਗ ਸੀਗੇ। ਉਹਦੀ ਸਪੈਸ਼ਲ ਪ੍ਰੋਵੀਜ਼ਨ ਕੀਤੀ ਗਈ ਹੈ ਕਿ ਜਿਹੜੇ ਹੈਗੇ ਯੂਨਿਟਸ ਜਿਹੜੀਆਂ ਹੈਗੀਆਂ ਨੇ, ਕੰਪਨੀ ਜਿਹੜੀਆਂ ਦੀਆਂ 8 ਤੋਂ 10 ਕਰੋੜ ਤੋਂ ਘੱਟ ਜਿਹੜਾ ਹੈਗਾ ਟੈਕਸ ਹੈਗਾ, ਉਹਨਾਂ ਦੇ ਕੇਸ ਸੈਟਲ ਕਰ ਦਿਓ, ਜੋ ਕਿ ਤਕਰੀਬਨ 1.25 ਲੱਖ ਬਣ ਜਾਂਦਾ, ਤੇ ਥੋੜੇ ਜਿਹੇ ਰਹਿ ਜਾਣਗੇ ਕੇਸ। ਉਹਦੇ ਨਾਲ ਜਿਹੜਾ ਹੈਗਾ ਸਾਡਾ ਟੈਕਸ ਜਿਹੜਾ GST ਦਾ ਕਲੈਕਸ਼ਨ ਉਹਦੇ ਨਾਲ ਵਧੇਗੀ, ਬੜਾ ਫਰਕ ਪਏਗਾ। ਅਸੀਂ ਕੀਤਾ ਸਪੈਸ਼ਲ ਪ੍ਰੋਵੀਜ਼ਨ ਇਸ ਵਾਸਤੇ ਕੀਤੀ ਹੈਗੀ ਹੈ। ਦੂਜੀ ਗੱਲ, ਬਿਲਕੁਲ ਵਧੇਗੀ ਜੀ। ਨਹੀਂ ਸਰ, ਉਹਦੇ ਨਾਲ ਜਿਹੜਾ ਹੈਗਾ ਐਕਟੀਵਿਟੀ ਵੱਧਦੀ ਹੈ ਨਾ ਜੀ। ਹਰਪ੍ਰੀਤ ਜੀ, ਮੈਂ ਵਿੱਤ ਕਮਿਸ਼ਨਰ ਬਾਰੇ ਕੁਝ ਜਿਹੜਾ ਲਿਟੀਗੇਸ਼ਨ ਖਤਮ ਹੁੰਦੀ ਹੈ। ਚਲੋ ਮੇਰੇ ਕੋਲ ਸਮਾਂ ਘੱਟ ਹੈ। ਇਹਨਾਂ ਨੇ 15ਵੇਂ ਵਿੱਤ ਕਮਿਸ਼ਨ ਦੀ ਗੱਲ ਕੀਤੀ ਹੈ, 14ਵੇਂ ਵਿੱਤ ਕਮਿਸ਼ਨ ਦੇ 3 ਸਾਲ ਪੈਸੇ ਹੀ ਨਹੀਂ ਲੈ ਸਕੇ ਇਹ। 15ਵੇਂ ਸਵੈਰ ਸਾਹਿਬ, 15ਵੇਂ ਵਿੱਤ ਕਮਿਸ਼ਨ ਦੀ ਤੁਸੀਂ ਗੱਲ ਕਰਦੇ ਹੋ। 14ਵੇਂ ਵਿੱਤ ਕਮਿਸ਼ਨ ਦੇ ਪੈਸੇ ਜਿਹੜੇ ਪਿੰਡਾਂ ਨੂੰ ਜਾਣੇ ਸੀਗੇ, ਉਹ ਭੇਜੇ ਨਹੀਂ ਇਹਨਾਂ ਨੇ, ਉਹ ਲੈ ਹੀ ਨਹੀਂ ਸਕੇ ਪੈਸੇ। ਤੁਸੀਂ ਵਿੱਚ ਬੋਲ ਰਹੇ ਹੋ ਸਰ। ਨਹੀਂ, ਮੈਂ ਹੁਣ ਟਾਈਮ ਖਤਮ ਹੋ ਗਿਆ, ਮੈਂ ਵੀ ਤਾਂ ਗੱਲ ਕਹਿਣੀ। ਚੰਡੋਕ ਸਾਹਿਬ ਨੇ ਗੱਲ ਕੀਤੀ ਸੀ ਕਿ ਸ਼ਰਾਬ ਮਹਿੰਗੀ ਕਰਤੀ। ਇੱਥੇ ਥੋੜੇ ਮੈਂ ਲਾਈਟਰ ਸਾਈਡ ਤੇ ਕਹਿ ਰਿਹਾ ਜੀ ਕਿ ਜਿੰਨੇ ਵੀ ਸ਼ਰਾਬ ਪੀਣ ਵਾਲੇ ਲੋਕ ਨੇ, ਕਿਸੇ ਨੇ ਇਤਰਾਜ਼ ਨਹੀਂ ਕੀਤਾ ਹੈਗਾ ਕਿ ਸ਼ਰਾਬ ਮਹਿੰਗੀ ਕਿਉਂ ਕਰਦੀ ਹੈ। ਤੇ ਆਪਾਂ ਸਰ ਤੁਸੀਂ ਨਹੀਂ ਗੱਲ ਦੇਖੋ ਨਾ, ਦੇਖੋ ਆਹ ਗੱਲ ਦੇਖੋ, ਗੈਰ ਜ਼ਿੰਮੇਵਾਰ ਬਿਆਨ ਹੈ। ਮੈਂ ਇਤਰਾਜ਼ ਕਰਦਾ ਨਾ। ਸਰਕਾਰ ਦੀ ਸੁਣੋ, ਸਰਕਾਰ ਦਾ ਭਾਵੇਂ ਹੈ, ਕਹਿਣ ਦਾ ਭਾਵੇਂ ਹੈ ਸ਼ਰਾਬ ਵੀ ਮਹਿੰਗੀ, ਪੈਟਰੋਲ ਵੀ ਮਹਿੰਗਾ, ਖਜ਼ਾਨਾ ਫੇਰ ਖਾਲੀ ਹੈ, ਜੇਬ ਸਾਡੀ ਫੇਰ ਖਾਲੀ ਹੈ, ਫਿਰ ਅਸੀਂ ਕਹਿੰਦੇ ਕਿ ਸਾਡੇ ਕੋਲ ਪੈਸਾ ਨਹੀਂ ਹੈ। ਕੱਲੀ ਇਹੀ ਗੱਲ ਨਹੀਂ ਨਾ, ਕੋਈ ਮੈਨੂੰ ਇੱਕ ਵਾਰੀ ਵੀ ਨਹੀਂ ਬੋਲਣ ਦਾ ਮੌਕਾ ਦਿੱਤਾ ਨਾ। ਦੇਖੋ, ਨਾ ਸਰਕਾਰ ਦੀ ਕੋਈ ਨੀਤੀ ਹੈ, ਨਾ ਨੀਅਤ ਹੈ, ਨਾ ਸਰਕਾਰ ਦਾ ਕੋਈ ਵਿਜ਼ਨ ਹੈ, ਨਾ ਰੋਡ ਮੈਪ ਹੈ। ਟੈਕਸ ਤਾਂ ਮੇਰੇ ਕੋਲ ਵੀ ਗਊ ਸੈਸ ਦਾ ਲਈ ਜਾਂਦੇ, ਮੈਂ ਗਊ ਨੂੰ ਮਾਤਾ ਨਹੀਂ ਸਮਝਦਾ। ਹਾਂਜੀ, ਮੈਂ ਤਾਂ ਭਾਰਤ ਮਾਂ ਨੂੰ ਆਪਣੀ ਮਾਂ ਸਮਝਦਾ। ਜਾਂ ਮੇਰੀ ਮਾਂ ਪ੍ਰਕਾਸ਼ ਕੌਰ ਸੀਗੀ ਜਿਹਨਾਂ ਦੀ ਡੈਥ ਹੋ ਗਈ ਹੈ 2005 ਹਰ ਮਜ਼ਦੂਰ ਦੀ, ਹਾਂਜੀ, ਹਰ ਮਜ਼ਦੂਰ ਦੀ ਮਾਤਾ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਮੈਂ ਅਸੀਂ ਨਹੀਂ ਕਰਦੇ, ਅਸੀਂ ਬਿਲਕੁਲ ਨਹੀਂ ਕਿਹਾ। ਦੇਖੋ ਰਾਜਨੀਤੀ ਕਰ ਲੱਗੇ, ਆਪਣੇ ਜਵਾਬ ਦਿਓ। ਆਮ ਆਦਮੀ ਪਾਰਟੀ ਗਊ ਹੱਤੇ ਦੇ ਹੱਕ 'ਚ ਹੋ ਸਕਦੀ ਹੈ। ਤੁਸੀਂ ਸਾਰਾ ਲੈ ਕੇ ਆਏ ਹੋ, ਸਾਰਾ ਧੋਖਾ ਹੈ ਗਊ ਹੱਤਿਆ ਵਾਸਤੇ, ਸਾਰੇ ਬਜਟ ਚ ਝੂਠੇ ਬੋਲਿਆ ਵਾਸਤੇ ਮਤਲਬ ਲੈ ਕੇ ਆਏ ਹੋ, ਧੋਖਾ ਦੇ ਰਹੇ ਹੋ, ਵੱਡਾ ਫਰਾਡ ਕਰ ਰਹੇ ਹੋ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਹਿਲਾਂ ਝੂਠ ਬੋਲੇ ਹਰ ਜਗ੍ਹਾ ਤੇ ਜਾ ਕੇ, ਤੁਸੀਂ ਝੂਠੀਆਂ ਗੱਲਾਂ ਹੁਣ ਕਰੀ ਜਾਂਦੇ ਹੋ। ਬਜਟ ਪੁੱਛਿਆ ਤਾਂ ਨਹੀਂ, ਜ਼ੀਰੋ ਹੈ ਬਜਟ ਤੁਹਾਡਾ। ਇੱਕ ਮਿੰਟ, ਮੇਰੀ ਵਾਰੀ ਆ ਗਈ, ਜਲਦੀ ਕੰਬੋਚਾ। ਦੇਖੋ ਗੱਲ ਸੁਣੋ, ਇਹਨਾਂ ਨੇ ਪਿਛਲੀ ਵਾਰੀ GST ਦਾ ਜੋ ਕਿਹਾ ਸੀਗਾ, ਉਹਦੇ ਐਸਟੀਮੇਟ ਨਾਲੋਂ ਇਹਨਾਂ ਨੇ 44% ਘੱਟ ਕਲੈਕਟ ਕੀਤਾ।
ਜਿੰਨਾ ਇਹਨਾਂ ਨੇ ਪਿਛਲੀ ਵਾਰੀ ਕਿਹਾ ਸੀ ਕਿ ਸਾਡੀ GST ਕਲੈਕਸ਼ਨ ਹੋਏਗੀ ਉਹਦੇ ਨਾਲ ਕਿਤੇ ਜ਼ਿਆਦਾ ਵਧਾ ਕੇ ਇਹਨਾਂ ਨੇ ਕਰ ਦਿੱਤਾ ਕਿ ਇੰਨੇ ਸਾਡੇ GST ਚੋਂ ਆ ਜਾਣੇ ਨੇ। ਇਹ ਦੱਸਣ ਕਿ ਜੇ ਪਿਛਲੀ ਵਾਰੀ 44% GST ਤੁਹਾਡੀ ਘੱਟ ਕਲੈਕਸ਼ਨ ਹੋਈ ਹੈ ਤਾਂ ਐਤਕੀ ਤੁਹਾਡੀ ਐਸਟੀਮੇਟ ਜਿਹੜਾ ਹੈ ਉਹ ਵੱਧ ਕਿੱਦਾਂ ਗਿਆ? ਉਹਨਾਂ ਨੇ ਪਿਛਲੇ ਨਾਲੋਂ ਕਹਿਤਾ ਜੀ ਸਾਡੀ ਹੋਰ ਵਧੇਗੀ, ਪਹਿਲਾਂ ਹੀ ਨਹੀਂ ਤੁਹਾਡੀ ਇਕੱਠੀ ਹੋਈ। ਦੈਟ ਇਜ਼ ਵਨ ਕੁਐਸਚਨ। ਦੂਸਰੀ ਗੱਲ ਇਹਨਾਂ ਨੇ ਕਿਹਾ ਜੀ ਇੰਡਸਟਰੀਅਲ ਹੱਬ ਬਣਾਉਣੇ ਨੇ 3, ਬਠਿੰਡਾ, ਰਾਜਪੁਰਾ ਐਂਡ ਇੱਕ ਹੋਰ। ਲੇਕਿਨ ਜਿਹੜਾ ਗੋਇੰਦਵਾਲ ਸਾਹਿਬ ਪਹਿਲਾਂ ਇੰਡਸਟਰੀਅਲ ਹੱਬ ਬਣਿਆ ਹੋਇਆ ਉਹਦਾ ਹਾਲ ਕੀ ਹੋ ਰਿਹਾ? ਉਹਦਾ ਕੀ ਹਾਲ ਹੋ ਰਿਹਾ ਹੈ? ਜਿਹੜਾ ਕਪੂਰਥਲੇ ਇੰਡਸਟਰੀਅਲ ਹੱਬ ਬਣ ਰਿਹਾ ਉਹਦਾ ਕੀ ਹਾਲ ਹੋ ਰਿਹਾ ਹੈ? ਤੁਸੀਂ ਇੰਡਸਟਰੀਅਲ ਹੱਬ 3000 ਕਰੋੜ ਹੋਰ ਜ਼ਮੀਨ ਕੱਟ ਦਿੱਤੀ, ਪਰ ਇੰਡਸਟਰੀ ਨੂੰ ਉੱਥੇ ਲਿਆਉਣ ਵਾਸਤੇ ਇਸ ਰੈਵਨਿਊ 'ਚ ਕੀ ਲਿਖਿਆ ਹੈ? ਤੁਸੀਂ ਇਲੈਕਟ੍ਰਿਸਿਟੀ ਦਾ ਕਿਹਾ ਸੀ ਕਿ ਜਿਹੜਾ ਇੰਡਸਟਰੀ ਨੂੰ 5 ਰੁਪਏ ਤੇ ਦੇਵਾਂਗੇ। 55000 ਕਰੋੜ ਵਿੱਚ ਕਿਉਂ ਯਾਰ ਬੋਲਦਾ ਔਨ ਗਰਾਊਂਡ ਤੇ ਇਨਵੈਸਟ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਸਾਡੀ ਸਰਕਾਰ ਵੇਲੇ। ਚਲੋ ਪੈਸਾ ਵਿੱਚ ਨਾ ਬੋਲੇ ਨਹੀਂ ਹੋਇਆ ਨਹੀਂ ਹੋਇਆ ਤਾਂ ਮੇਰੀ ਗੱਲ ਦਾ ਜਵਾਬ ਇੱਕ ਸਵਾਲ ਕਿੰਨੀਆਂ ਪ੍ਰੋਵੀਜ਼ਨ ਤੁਸੀਂ ਰੱਖੀਆਂ, ਇਹਦੇ ਵਿੱਚੋਂ ਕਿੰਨੀਆਂ ਪ੍ਰੋਵੀਜ਼ਨ ਜਿਹੜੀਆਂ ਲੋਨ ਲੈ ਕੇ ਪੂਰੀਆਂ ਕਰਨੀਆਂ, ਤੁਸੀਂ ਇਸ ਗੱਲ ਦਾ ਮੈਨੂੰ ਜਵਾਬ ਦੇ ਦਿਓ। ਇਲੈਕਟ੍ਰਿਸਿਟੀ ਮੇਰੀ ਗੱਲ ਸੁਣੋ, ਇਹਨਾਂ ਤੇ ਖਰਚਾ ਕਰਨ ਲਈ ਲੋਨ ਕਿੰਨਾ ਲੈ ਰਹੇ ਹੋ? ਮੇਰੀ ਗੱਲ ਸੁਣੋ, ਇਲੈਕਟ੍ਰਿਸਿਟੀ ਲੋਨ ਵਾਸਤੇ ਚਾਰਜ ਕਰਦੇ ਪਏ ਨੇ। ਇੱਕ ਮਿੰਟ ਸਾਹਿਬ ਮੇਰੀ ਵਾਰੀ ਹੈ, ਤੁਸੀਂ ਨਾ ਹੁਣ ਵਿੱਚ ਬੋਲੋ। ਆਈ ਵਿਲ ਨਾਟ ਲੈਟ ਹਿਮ ਸਪੀਕ। ਸਾਹਿਬ ਇੱਕ ਮਿੰਟ, ਵਾਈ ਸ਼ੁਡ ਹੀ ਸਪੀਕ ਇਨ ਬਿਟਵੀਨ? ਬੋਲੋ ਜਲਦੀ ਬੋਲੋ। ਇਹਨਾਂ ਨੇ ਇੰਡਸਟਰੀ ਨੂੰ ਕਿਹਾ ਸੀ ਕਿ 5%, ਇਹ ਹੁਣ ਦੇ ਰਹੇ ਨੇ, ਤਾਂ ਇੰਡਸਟਰੀ ਆਏਗੀ ਕਿਵੇਂ? ਜਿਹੜੇ ਤੁਸੀਂ ਪੈਟਰੋਲ ਦੀ ਤੇ ਉਹਦੀ ਗੱਲ ਕੀਤੀ, ਇਲੈਕਟ੍ਰਿਸਿਟੀ ਦਾ ਜਿਹੜਾ ਹੈ ਇਹਨਾਂ ਨੇ ਤਕਰੀਬਨ ਦੁੱਗਣੇ ਰੇਟ ਕਰ ਦਿੱਤੇ ਨੇ, ਔਰ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ 1 ਅਪ੍ਰੈਲ ਨੂੰ ਇਲੈਕਟ੍ਰਿਸਿਟੀ ਹੋਰ ਵਧਾਉਣੀ ਹੈ। ਚਲੋ ਤੁਸੀਂ ਠੀਕ ਕਹਿੰਦੇ ਹੋ ਕਿ ਤੁਸੀਂ ਟੈਕਸ ਨਹੀਂ ਲਗਾਏ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਟੈਕਸ ਲਗਾ ਰਹੇ ਹੋ। ਘੱਟ ਹੈ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਹ ਬਜਟ ਤੇ ਚਰਚਾ ਕਰਨ ਦੇ ਲਈ। ਔਰ ਇਹ ਬਜਟ ਆਮ ਲੋਕਾਂ ਨਾਲ ਸੰਬੰਧਿਤ ਬਜਟ ਹੈਗਾ, ਔਰ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਖੁੱਲ ਕੇ ਆਣਗੀਆਂ ਉਦੋਂ ਹੀ ਪਤਾ ਲੱਗੇਗਾ ਲੋਕਾਂ ਦੇ ਉੱਤੇ ਕਿੰਨਾ ਕੁ ਵਜ਼ਨ ਪੈਂਦਾ ਜਾਂ ਲੋਕਾਂ ਨੂੰ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ। जब लाइफ में मिले कुछ फ्री, जैसे कि